ਦੀ ਪ੍ਰਤਿਪਾਲਣਾ ਕਰਦੇ ਆ। ਭਾਈ ਵੀਰ ਸਿੰਘ ਜੀ ਲਿਖਦੇ ਨੇ, ਭਾਈ ਦੁਨੀਆ ਵਿੱਚ ਕਿੰਨੇ ਵੀ ਪਾਪ ਹੋਣ, ਕਿੰਨੇ ਵੀ ਅਪਰਾਧ ਹੋਣ, ਜਿੰਨੀ ਦੇਰ ਇਸ ਧਰਤੀ ਉੱਤੇ ਬੱਚਿਆਂ ਦਾ ਜਨਮ ਹੋ ਰਿਹਾ ਹੈ, ਸਮਝੋ ਰੱਬ ਇਸ ਧਰਤੀ ਉੱਤੇ ਖੁਸ਼ ਹੈ। ਕਿਉਂਕਿ ਉਹ ਚਾਹਵੇ ਤਾਂ ਸਾਧ ਸੰਗਤ ਇੱਕ ਖਿੰਨ ਵਿੱਚ ਸਾਰਾ ਕੁਝ ਨਾਸ਼ ਕਰਦਾ ਹੈ। ਅੱਖ ਫੁਰਕਦੇ ਸਮੇਂ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਫਰਮਾਨ ਹੈ, ਸਾਧ ਸੰਗਤ ਪਰਮਾਣੂ ਪਰਜੰਤ ਆਕਾਸ਼ੈ ਦੀਪ ਲੋ ਸੇ ਖੰਡਣੈ। ਅਕਾਲ ਪੁਰਖ ਰੱਬ ਚਾਵੇ ਤਾਂ ਗਸ਼ੇਣ ਨੈਣ ਭਰੇਣ ਨਾਨਕ ਬਿਨਾ ਸਾਧੂ ਨਾ ਸਿੱਧ। ਤੇ ਅੱਖ ਝਮਕਣ ਦੇ ਸਮੇਂ ਵਿੱਚ ਪੂਰੇ ਦੀਪ ਲੋ ਖੰਡ ਬ੍ਰਹਿਮੰਡ ਧਰਤੀ ਇੱਕ ਖਿੰਨ ਵਿੱਚ ਤਬਾਹ ਕਰਦਾ। ਰੱਬ ਇੰਨੀ ਵੱਡੀ ਸ਼ਕਤੀ ਹੈ। ਪਰ ਅਕਾਲ ਪੁਰਖ ਰੱਬ ਨੂੰ ਧਰਤੀ ਉੱਤੇ ਲੋਕਾਂ ਉੱਤੇ ਕ੍ਰੋਧ ਨਹੀਂ ਆ ਰਿਹਾ, ਕਿਉਂਕਿ ਉਹ ਬਹੁਤ ਸਹਿਜ ਵਿੱਚ ਹੈ। ਕਰੋੜਾਂ ਅਰਬਾਂ ਲੋਕ ਕਰੋੜਾਂ ਹੀ ਪਾਪ ਕਰਦੇ ਨੇ, ਰੱਬ ਨੂੰ ਕਦੇ ਉਹਨਾਂ ਉੱਤੇ ਕ੍ਰੋਧ ਨਹੀਂ ਆਉਂਦਾ। ਕਿਉਂਕਿ ਅਕਾਲ ਪੁਰਖ ਰੱਬ ਨੇ ਇੱਕ ਕਾਨੂੰਨ ਬਣਾ ਦਿੱਤਾ ਹੈ। ਤੁਸੀਂ ਇੱਥੇ ਤਾਂ ਕੋਈ ਹੋਰ ਤਰੀਕੇ ਨਾਲ, ਬਾਹਰ ਵਿਦੇਸ਼ਾਂ ਵਿੱਚ ਤੁਹਾਡੇ ਵਿੱਚ ਬਹੁਤ ਲੋਕ ਜਾਂਦੇ ਰਹਿੰਦੇ ਨੇ, ਬਾਹਰ ਵਿਦੇਸ਼ ਵਿੱਚ ਇਸ ਤਰ੍ਹਾਂ ਦਾ ਕਾਨੂੰਨ ਬਣਿਆ ਹੋਇਆ ਹੈ, ਕੋਈ ਬੰਦਾ ਅਪਰਾਧ ਕਰਦਾ ਹੈ, ਕਿਸੇ ਬੰਦੇ ਕੋਲੋਂ ਐਕਸੀਡੈਂਟ ਹੋ ਜਾਏ, ਕੋਈ ਕਿਸੇ ਕੋਲੋਂ ਬੰਦਾ ਕਤਲ ਹੋ ਜਾਏ, ਤਾਂ ਉੱਧਰਲੀ ਪੁਲਿਸ ਕੁੱਟਦੀ ਮਾਰਦੀ ਨਹੀਂ, ਤੁਹਾਨੂੰ ਬੜੇ ਅਦਰ ਰਿਸਪੈਕਟ ਨਾਲ ਰੋਕਣਗੇ, ਸਿਰਫ ਪੇਪਰ ਮੰਗਣਗੇ, ਹੋਰ ਕੁਝ ਨਹੀਂ ਕਹਿਣਗੇ। ਜੋ ਕੁਝ ਕਰਨਾ ਪੇਪਰਾਂ ਦੀ ਕਾਰਵਾਈ ਹੈ। ਇੱਥੋਂ ਤੱਕ ਚੋਰ ਨੂੰ ਵੀ ਉਹ ਕੁੱਟਦੇ ਨਹੀਂ ਹੈ ਫੜ ਕੇ। ਉਸ ਬੰਦੇ ਦਾ ਰੈਕਰਡ ਹੀ ਇੰਨਾ ਉਹ ਬਲੈਕ ਲਿਸਟ ਵਿੱਚ ਪਾ ਦਿੰਦੇ ਨੇ, ਉਹਨੂੰ ਨਾ ਕਿਤੇ ਘਰ ਮਿਲੇਗਾ, ਨਾ ਕੋਈ ਲੋਨ ਮਿਲੇਗਾ, ਨਾ ਕੋਈ ਗੱਡੀ ਮਿਲੇਗੀ, ਨਾ ਉਹਨੂੰ ਕਿਤੇ ਜੌਬ ਮਿਲ ਸਕਦੀ। ਉਸ ਬੰਦੇ ਦਾ ਰਿਕਾਰਡ ਹੀ ਇੰਨਾ ਖਰਾਬ ਕਰ ਦਿੰਦੇ। ਉੱਥੇ ਸਾਧ ਸੰਗਤ ਸਾਰਾ ਕੋਈ ਪੇਪਰ ਵਰਕ ਹੈ, ਉਹ ਜ਼ੁਬਾਨ ਨਾਲ ਕਿਸੇ ਨੂੰ ਕੁਝ ਨਹੀਂ ਕਹਿੰਦੇ, ਨਾ ਉੱਧਰਲੀ ਪੁਲਿਸ ਕੁੱਟਦੀ ਮਾਰਦੀ ਹੈ। ਇੱਦਾਂ ਅਕਾਲ ਪੁਰਖ ਰੱਬ ਦੇ ਘਰ ਦਾ ਇੱਕ ਕਾਨੂੰਨ ਹੈ। ਉਹ ਅਕਾਲ ਪੁਰਖ ਰੱਬ ਲੋਕਾਂ ਉੱਤੇ ਕ੍ਰੋਧਿਤ ਨਹੀਂ ਹੁੰਦਾ। ਪਰਮਾਤਮਾ ਨੇ ਇੱਕ ਕਾਨੂੰਨ ਬਣਾ ਦਿੱਤਾ ਹੈ, ਆਪੇ ਬੀਜ ਆਪੇ ਹੀ ਖਾਓ। ਭਾਈ ਕਰਮ ਕਰਨ ਲਈ ਤੂੰ ਆਜ਼ਾਦ ਹੈ, ਪਾਪ ਕਰਨਾ ਚਾਹੁੰਦਾ ਕਰੀ ਚੱਲ, ਪਰ ਜਦੋਂ ਰੱਬ ਨੇ ਭੁਗਤਾਣਾ ਫਿਰ ਉਹਦੀ ਆਪਣੀ ਮਰਜ਼ੀ ਹੈ। ਤਾਈਓ ਤੁਸੀਂ ਜਪਜੀ ਸਾਹਿਬ ਵਿੱਚ ਪੜ੍ਹਦੇ ਹੋ, ਜਿੱਥੇ ਹਜ਼ੂਰ ਕਹਿੰਦੇ ਨੇ ਪੁੰਨੀ ਪਾਪੀ ਆਖਣ ਨਾਹੇ। ਪੜ੍ਹੋ ਇੱਕ ਵਾਰ, ਪੁੰਨੀ ਪਾਪੀ ਆਖਣ ਨਾਹੇ। ਭਾਈ ਇਹ ਕੋਈ ਅਖਾਣ, ਕੋਈ ਮੁਹਾਵਰਾ ਨਹੀਂ ਹੈ, ਵੇ ਐਵੇਂ ਕਹਿਣ ਦੀਆਂ ਗੱਲਾਂ। ਸਤਿਗੁਰੂ ਕਹਿੰਦੇ ਰਿਐਲਿਟੀ ਵਿੱਚ ਹੈ, ਸੱਚਾਈ ਵਿੱਚ ਹੈ, ਇਸ ਤਰ੍ਹਾਂ ਹੋਣਾ। ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਹੋ। ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ। ਕਹਿੰਦੇ ਭਾਈ ਅਕਾਲ ਪੁਰਖ ਰੱਬ ਨੇ ਹੁਕਮ ਬਣਾ ਦਿੱਤਾ। ਉਹਦੇ ਹੁਕਮ ਦੇ ਤਹਿਤ ਜੋ ਕੋਈ ਕਰਮ ਕਰ ਰਿਹਾ ਉਹਨੂੰ ਉਹਦੇ ਕਰਮਾਂ ਦੀ ਸਜ਼ਾ ਮਿਲਦੀ। ਇਹਨੂੰ ਮਹਾਰਾਜ ਬਾਣੀ ਅੰਦਰ ਕਹਿੰਦੇ ਕਰਮ ਧਰਤੀ ਸਰੀਰ ਕਲਯੁਗ ਵਿੱਚ ਜਿਹਾ ਕੋ ਬੀਜੈ ਤੇਹਾ ਕੋ ਪਾਏ। ਗੱਲਾਂ ਉੱਪਰ ਤਪਾਵਸ ਨਾ ਹੋਵੇ, ਵਿਸ ਖਾਧੀ ਤਤਕਾਲ ਮਰ ਜਾਏ। ਭਾਈ ਵੇਖੋ ਨਿਆਓ ਸੱਚ ਕਰਤੇ ਕਾ, ਜਿਹਾ ਕੋਈ ਕਰੇ ਤੇਹਾ ਕੋਈ ਪਾਏ। ਰੱਬ ਕ੍ਰੋਧਿਤ ਨਹੀਂ ਹੁੰਦਾ। ਜੇ ਅਕਾਲ ਪੁਰਖ ਰੱਬ ਚਾਹਵੇ ਧਰਤੀ ਉੱਤੇ ਕ੍ਰੋਧਿਤ ਹੋ ਜਾਏ ਤਾਂ ਸਾਰੀ ਧਰਤੀ ਇੱਕ ਖਿੰਨ ਵਿੱਚ ਪੁੱਠੀ ਕਰ ਦੇ। ਜਦੋਂ ਭਗਤ ਨਾਮਦੇਵ ਸਾਹਿਬ ਉਹ ਮੌਕੇ ਦਾ ਬਾਦਸ਼ਾਹ ਸਿਕੰਦਰ ਲੋਧੀ ਉਹਨਾਂ ਨੂੰ ਕੈਦ ਕਰ ਲੈਂਦਾ, ਉਦੋਂ ਉਹ ਰੱਬ ਨੂੰ ਚੇਤੇ ਕਰਦੇ ਨੇ। ਤੇ ਬਾਣੀ ਅੰਦਰ ਇੱਕ ਸ਼ਬਦ ਆਇਆ, ਰੱਬ ਪ੍ਰਗਟ ਹੋ ਕੇ ਕਹਿੰਦਾ ਨਾਮਦੇਵ ਦੱਸ ਵੀ ਕੀ ਕਰਨਾ। ਇਹ ਤੈਨੂੰ ਸਜ਼ਾ ਦੇ ਰਹੇ ਨੇ, ਭੁੱਖੇ ਪਿਆਸੇ ਤੈਨੂੰ ਚੁਰਸਤੇ ਵਿੱਚ ਬੰਨਿਆ ਹੋਇਆ, ਤੈਨੂੰ ਕਹਿ ਰਹੇ ਨੇ ਤੇਰੀ ਗਰਦਨ ਵੱਢ ਦਾਂਗੇ, ਨਹੀਂ ਤਾਂ ਤੂੰ ਸਾਡੇ ਮਗਰ ਲੱਗ ਕੇ ਅੱਲਾ ਕਹਿ, ਰਾਮ ਕਹਿਣਾ, ਗੋਬਿੰਦ ਕਹਿਣਾ ਬੰਦ ਕਰ। ਭਗਤ ਨਾਮਦੇਵ ਸਾਹਿਬ ਉਸ ਰੱਬ ਨੂੰ, ਨਾਰਾਇਣ ਨੂੰ ਚੇਤੇ ਕਰਨ ਲੱਗ ਪਏ ਤਾਂ ਸਤਿਗੁਰਾਂ ਕਿਹਾ ਰੱਬ ਪ੍ਰਗਟ ਹੋ ਗਿਆ। ਪ੍ਰਗਟ ਹੋ ਕੇ ਰੱਬ ਪਤਾ ਕੀ ਕਹਿੰਦੇ, 10 ਨਾਮਦੇਵ ਧਰਤੀ ਪੁੱਠੀ ਮਾਰ ਦਈ ਹੈ।
ਐਂ ਲੋਕ ਬੈਠੇ ਜਿਵੇਂ ਤੁਸੀਂ ਵੇਖਦੇ ਹੋ ਨਾ, ਭੁਚਾਲ ਆ ਗਿਆ ਫਲਾਨੀ ਜਗ੍ਹਾ ਤੇ, ਸਾਧ ਸੰਗਤ 17 ਮੰਜ਼ਿਲਾਂ ਬਿਲਡਿੰਗਾਂ ਜਿਹੜੀਆਂ ਨੇ ਉਸੇ ਵਕਤ ਤਬਾਹ ਹੋ ਜਾਂਦੀਆਂ। ਸਨ 2011 ਵਿੱਚ ਚਾਈਨਾ ਵਿੱਚ 5 ਕਿਲੋਮੀਟਰ ਦਾ ਏਰੀਆ, ਮੈਂ ਸਾਧ ਸੰਗਤ ਇੱਕ ਵਾਰ ਉੱਥੇ ਗਿਆ, ਉਹ ਸਭ ਕੁਝ ਵੇਖ ਕੇ ਆਇਆ, ਬਿਲਕੁਲ ਸਮੁੰਦਰ ਦੇ ਨਾਲ ਹੈ। ਤਾਂ ਜਦੋਂ ਉਹ 5 ਕਿਲੋਮੀਟਰ ਏਰੀਆ ਜਿਹੜਾ ਨਾ, ਉਹ ਸ਼ਾਮ ਨੂੰ ਬੜਾ ਆਬਾਦ, ਲੋਕ ਉੱਥੇ ਖੇਡਦੇ ਘੁੰਮਦੇ ਫਿਰਦੇ, ਖਾਂਦੇ ਪੀਂਦੇ, ਇੰਜੋਏ ਕਰਦੇ। ਅੱਧੀ ਰਾਤ ਨੂੰ ਉਹ ਪੂਰਾ ਹੀ ਏਰੀਆ 5 ਕਿਲੋਮੀਟਰ ਸਮੁੰਦਰ ਵਿੱਚ ਗਰਕ ਹੋ ਗਿਆ। ਸਵੇਰੇ ਉੱਥੇ ਕੁਝ ਵੀ ਨਹੀਂ ਲੱਭਿਆ, ਪਾਣੀ ਸੀ। ਅਜੇ ਤੱਕ ਉਹ ਅਨੁਮਾਨ ਨਹੀਂ ਲਾ ਸਕੇ ਵੀ ਕਿੰਨੇ ਲੋਕ ਉਹਨਾਂ ਹੋਟਲਾਂ ਵਿੱਚ ਸੀ, ਕਿੰਨੇ ਲੋਕ ਉਸ ਬੀਚ ਤੇ ਸਮੁੰਦਰ ਦੇ ਕੰਢੇ ਸੀ। 5 ਕਿਲੋਮੀਟਰ ਤੱਕ ਕਿੰਨਾ ਏਰੀਆ ਸਮੁੰਦਰ ਵਿੱਚ ਗਰਕ ਹੋ ਗਿਆ। ਇੱਕ ਖਿੰਨ ਵਿੱਚ ਰੱਬ ਚਾਹਵੇ ਤਾਂ ਸਾਰੀ ਧਰਤੀ ਖਤਮ ਕਰ ਸਕਦਾ। ਕਹੇ ਤਾਂ ਧਰਨੇ ਅਕੋਡੀ ਕਰੋ, ਕਹੇ ਤਾਂ ਲੇਕਾ ਉੱਪਰ ਧਰੋ, 10 ਨਾਮ ਦੇ ਜੇ ਕਵੇਂ ਤਾਂ ਧਰਤੀ ਪੁੱਠੀ ਮਾਰ ਦਈ ਹੈ। ਇਹਦਾ ਮਤਲਬ ਰੱਬ ਜਿਹੜਾ ਉਹ ਬਹੁਤ ਵੱਡੀ ਸ਼ਕਤੀ ਹੈ, ਪਰ ਰੱਬ ਦਾ ਧੀਰਜ ਬਹੁਤ ਵੱਡਾ ਹੈ। ਕਿੰਨੇ ਵੀ ਪਾਪ ਹੋਣ, ਰੱਬ ਨੂੰ ਕਦੇ ਕ੍ਰੋਧ ਨਹੀਂ ਆਉਂਦਾ। ਆ ਤੁਸੀਂ ਹੁਣ ਕਰੋਨਾ ਮਹਾਮਾਰੀ ਦੇ ਅੰਦਰ ਲੋਕ ਕਿੰਨੇ ਦੁਖੀ ਨੇ, ਬਿਮਾਰੀ ਤੋਂ ਅਲੱਗ ਦੁਖੀ ਨੇ, ਕਾਰੋਬਾਰ ਤੋਂ ਅਲੱਗ ਦੁਖੀ ਨੇ। ਪਰ ਸਾਧ ਸੰਗਤ ਤੁਹਾਡੀ ਕੀ ਸਲਾਹ, ਦੁਨੀਆ ਦੇ ਲੋਕ ਇਸ ਬਿਮਾਰੀ ਤੋਂ ਡਰ ਕੇ ਪਾਪ ਕਰਨੋਂ ਹਟ ਗਏ ਨੇ। ਲੋਕਾਂ ਨੂੰ ਰੱਬ ਚਿੱਤੇ ਆ ਰਿਹਾ। ਕੋਈ ਵਿਰਲਾ ਹੈ ਜਿਹਦੇ ਅੰਦਰ ਧਰਮ ਦਾ ਕਿਣਕਾ, ਜਿਹਦੇ ਅੰਦਰ ਰੱਬ ਦਾ ਭੈ ਡਰ ਕੋਈ ਭਾਵਨਾ, ਉਹ ਰੱਬ ਨੂੰ ਚਿੱਤੇ ਕਰ ਰਿਹਾ। ਨਹੀਂ ਤਾਂ ਅਜੇ ਵੀ ਲੱਖਾਂ ਕਰੋੜਾਂ ਲੋਕ ਉਹ ਰੱਬ ਨੂੰ ਮੰਨਦੇ ਨਹੀਂ। ਸਾਧ ਸੰਗਤ ਉਹ ਅਜੇ ਤੱਕ ਆਪਣੇ ਪਾਪਾਂ ਤੋਂ ਬਾਜ ਨਹੀਂ ਆਉਂਦੇ। ਤੁਹਾਡੇ ਕੋਲ ਇੱਕ ਵੀਡੀਓ ਆ ਗਈ ਹੋਏਗੀ, ਆਡੀਓ, ਉਹ ਇੰਟਰਵਿਊ ਲੈਂਦੇ ਨੇ ਸੱਜਣ ਨੈੱਟ ਉੱਤੇ। ਤਾਂ ਸਾਧ ਸੰਗਤ ਦਿੱਲੀ ਵਿੱਚ ਇੱਕ ਬੰਦਾ ਜਿਹਨੂੰ ਆਕਸੀਜਨ ਦਾ ਸਿਲੰਡਰ ਨਹੀਂ ਸੀ ਮਿਲ ਰਿਹਾ, ਹੌਸਪੀਟਲ ਵਿੱਚ ਬੈੱਡ ਨਹੀਂ ਸੀ ਮਿਲ ਰਿਹਾ, ਉਹ ਵਿਚਾਰਾ ਤੜਫ ਰਿਹਾ। ਉਹਦੀ ਨੌਜਵਾਨ ਲੜਕੀ ਆਪਣੇ ਪਿਓ ਨੂੰ ਬਚਾਉਣ ਵਾਸਤੇ, ਆਪਣੇ ਪਾਪਾ ਨੂੰ ਬਚਾਉਣ ਵਾਸਤੇ ਤੜਫ ਰਹੀ ਸੀ। ਕਦੇ ਡਾਕਟਰਾਂ ਨੂੰ ਕੁਝ ਹੱਥ ਜੋੜ ਕੇ ਬੇਨਤੀ ਕਰਦੀ, ਕਦੇ ਕਿਸੇ ਨੂੰ ਕਹਿ ਰਹੀ, ਰਿਕੁਐਸਟ ਕਰ ਰਹੀ। ਉਹ ਕਹਿੰਦੇ ਬੈੱਡ ਹੀ ਨਹੀਂ ਹੈ, ਆਕਸੀਜਨ ਹੈ ਨਹੀਂ। ਤਾਂ ਉਹਨੂੰ ਇੱਕ ਵੈਨ ਵਿੱਚ ਪਾਇਆ ਹੋਇਆ ਸੀ, ਉਹ ਵਿਚਾਰੀ ਤੜਫ ਰਹੀ ਸੀ। ਤੇ ਤੁਸੀਂ ਹੈਰਾਨ ਹੋਵੋਗੇ, ਇੰਨੇ ਮਹਾਮਾਰੀ ਸੰਕਟ ਦੇ ਅੰਦਰ ਜਿੱਥੇ ਹਰ ਬੰਦੇ ਨੂੰ ਆਪਣੀ ਮੌਤ ਨਜ਼ਰ ਆ ਰਹੀ ਸੀ, ਉੱਥੇ ਵੀ ਲੋਕ ਪਾਪ ਕਰਨ ਤੋਂ ਬਾਜ ਨਹੀਂ ਆਉਂਦੇ। ਇੱਦਾਂ ਦਾ ਇੱਕ ਸੱਜਣ ਜਿਹੜਾ ਉਹ ਲੜਕੀ ਨੂੰ ਮਿਲਿਆ, ਉਹਨੇ ਹੁਣ ਇੰਟਰਵਿਊ ਬਾਅਦ ਵਿੱਚ ਦਿੱਤੀ। ਉਹ ਕਹਿੰਦਾ ਤੇਰੇ ਪਾਪਾ ਨੂੰ ਬਚਾਉਣ ਵਾਸਤੇ ਸਿਲੰਡਰ ਆਕਸੀਜਨ ਦਾ ਮੈਂ ਪ੍ਰਬੰਧ ਕਰ ਸਕਦਾ, ਤੈਨੂੰ ਹੌਸਪੀਟਲ ਵਿੱਚ ਤੇਰੇ ਡੈਡੀ ਵਾਸਤੇ ਬੈੱਡ ਵੀ ਦਵਾ ਦਾਂਗੇ, ਪਰ ਉਹਦੇ ਬਦਲੇ ਵਿੱਚ ਪੈਸੇ ਨਹੀਂ। ਉਹ ਲੜਕੀ ਕਹਿੰਦੀ ਮੇਰੇ ਕੋਲ 20-30 ਹਜ਼ਾਰ ਰੁਪਈਆ ਜੋੜਿਆ, ਅੰਕਲ ਪੈਸੇ ਦੇ ਦਾਂਗੇ। ਕਹਿੰਦਾ ਪੈਸੇ ਨਹੀਂ ਚਾਹੀਦੇ, ਤੈਨੂੰ ਆਪਣੀ ਇੱਜ਼ਤ ਇੱਕ ਰਾਤ ਵਾਸਤੇ ਦੇਣੀ ਪਏਗੀ। ਇਸ ਤੋਂ ਵੱਡਾ ਹੋਰ ਕੀ ਪਾਪ ਹੋ ਸਕਦਾ, ਇਸ ਤੋਂ ਵੱਡਾ ਹੋਰ ਅਪਰਾਧ ਕੀ ਹੋ ਸਕਦਾ? ਜਦੋਂ ਮੌਤ ਇੰਨੀ ਸਾਧ ਸੰਗਤ ਸਭ ਲੋਕਾਂ ਦੇ ਸਾਹਮਣੇ ਹੋਵੇ, ਲੋਕ ਕਦੋਂ ਵੀ ਅੰਦਰ ਇਹ ਚੀਜ਼ਾਂ ਪਾਪ ਪੈਦਾ ਹੋ ਰਹੇ ਹੋ, ਫਿਰ ਵੀ ਅਕਾਲ ਪੁਰਖ ਰੱਬ ਇਸ ਧਰਤੀ ਤੇ ਨਾਰਾਜ਼ ਨਹੀਂ। ਰੱਬ ਸਾਧ ਸੰਗਤ ਨਾਰਾਜ਼ ਹੋ ਜਾਏ, ਇੱਕ ਖਿੰਨ ਵਿੱਚ ਸਾਰਾ ਕੁਝ ਪੁੱਠਾ ਮਾਰਦਾ। ਇਹ ਸਭ ਕੁਝ ਉਹਦੇ ਹੱਥ ਵਿੱਚ ਹੈ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ, ਨਾਨਕ ਤਿਸ ਬਲਿਹਾਰਣੇ, ਜਲ ਥਲ ਮਈਲ ਸੋਏ। ਰੱਬ ਦਾ ਹੁਕਮ ਧਰਤੀ ਜਲ ਥਲ ਆਕਾਸ਼ ਤੇ ਚੱਲਦਾ, ਪਰ ਰੱਬ ਫਿਰ ਵੀ ਅਜੇ ਧਰਤੀ ਉੱਤੇ ਦਿਆਲੂ ਹੈ। ਕਿਉਂ? ਉਹ ਅਜੇ ਫਿਰ ਵੀ ਜੀਵਨ ਅੰਦਰ ਸਾਨੂੰ ਸਵਾਸ ਦੇ ਰਿਹਾ। ਸਾਧ ਸੰਗਤ ਸਭ ਤੋਂ ਵੱਡਾ ਧੀਰਜ ਫਿਰ ਰੱਬ ਦਾ ਹੋਇਆ। ਉਹਨੂੰ ਕ੍ਰੋਧ ਨਹੀਂ ਆ ਰਿਹਾ, ਸਭ ਕੁਝ ਵੇਖਦਾ। ਤਾਈਓ ਪਾਤਸ਼ਾਹ ਨੇ ਕਿਹਾ ਦੀਨਨ ਕੀ ਪ੍ਰਤਪਾਲ ਕਰੈ ਨਿਤ, ਰੋਜ਼ ਪੜ੍ਹਦੇ ਹੋ, ਦੀਨਨ ਕੀ ਪ੍ਰਤਪਾਲ ਕਰੈ ਨਿਤ, ਸੰਤੋ ਬਾਰ ਗਨੀ ਮਨ ਗਾਰੈ। ਪੜੋ ਪਸ਼ ਪਸ਼ੂ ਨਗ ਨਾਗ ਨਰਾਤਵ, ਸਰਬ ਸਮੈ ਸਭ ਕੋ ਪ੍ਰਤਪਾਰ। पोखत हैं जल में थल में पल में, कल के नहीं कर्म विचारै। दीन दयाल दया निध दोखन देखत है, पाप देख रहा पर ਦੇਤ ਨਾ ਹਾਰੈ। ਲੋਕਾਂ ਨੂੰ ਰੋਜੀ ਸਵਾਸ ਆਕਸੀਜਨ ਦੇਣੋਂ ਰੱਬ ਨਹੀਂ ਹਟਦਾ। ਇੱਥੇ ਨਕਲੀ ਆਕਸੀਜਨ ਦੇ ਸਿਲੰਡਰਾਂ ਦਾ ਮੁੱਲ ਹੈ, ਪਰ ਜਿਹੜਾ 24 ਘੰਟੇ ਰੱਬ ਸਾਨੂੰ ਸਵਾਸ ਦਿੰਦਾ ਉਹਦਾ ਹਿਸਾਬ ਲਾ ਕੇ ਵੇਖਿਓ ਕਦੇ। ਤਾਈਓ ਪਾਤਸ਼ਾਹ ਨੇ ਕਿਹਾ ਬਸ ਤੂੰ ਉਹਦਾ ਸ਼ੁਕਰਾਨਾ ਕਰਿਆ ਕਰ। ਸਭ ਤੋਂ ਵੱਡਾ ਧੀਰਜ ਰੱਬ ਅੰਦਰ। ਤੇ ਭੱਟ ਸਾਹਿਬਾਨਾਂ ਕਿਹਾ ਹੇ ਗੁਰੂ ਅਰਜਨ ਦੇਵ ਮਹਾਰਾਜ, ਤੁਹਾਡਾ ਧੀਰਜ ਵੇਖ ਕੇ ਇੰਜ ਲੱਗਦਾ ਤੁਸੀਂ ਰੱਬ ਹੋ, ਕਿਉਂਕਿ ਤੁਹਾਨੂੰ ਵੀ ਕਦੇ ਕ੍ਰੋਧ ਨਹੀਂ ਆਉਂਦਾ।
ਆ ਸੁਣਿਓ ਹੁਣ। ਭੱਟ ਸਾਹਿਬਾਨ ਕਹਿੰਦੇ ਧਰਮ ਧੀਰ ਗੁਰਮਤਿ ਗੰਭੀਰ ਪਰ ਦੁੱਖ ਵਿਸਾਰਣ। ਮਹਾਰਾਜ ਤੁਸੀਂ ਧੀਰਜ ਨੂੰ ਧਰਮ ਬਣਾ ਲਿਆ, ਤੁਹਾਡੇ ਅੰਦਰ ਇੰਨਾ ਧੀਰਜ ਟਿਕ ਗਿਆ, ਵੱਡੇ ਤੋਂ ਵੱਡਾ ਸੰਕਟ ਆ ਜਾਏ ਤੁਹਾਨੂੰ ਕ੍ਰੋਧ ਨਹੀਂ ਆਉਂਦਾ। ਇਸ ਤੋਂ ਵੱਡਾ ਹੋਰ ਸੰਕਟ ਕੀ ਹੋਣਾ, ਸੁਣਿਓ। ਪੰਜਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ 8 ਸਾਲ ਔਲਾਦ ਨਹੀਂ ਹੋਈ। 8 ਸਾਲ ਘਰ ਵਿੱਚ ਕੋਈ ਬੱਚਾ ਕੋਈ ਔਲਾਦ ਨਾ ਹੋਈ। ਮਾਂ ਗੰਗਾ ਦੀਆਂ ਅੱਖਾਂ ਦੇ ਸਾਹਮਣੇ ਸੈਂਕੜੇ ਲੋਕ ਆਉਂਦੇ ਨੇ, ਪਾਤਸ਼ਾਹ ਕੋਲੋਂ ਪੁੱਤ ਦੁੱਧ ਦੀਆਂ ਦਾਤਾਂ ਮੰਗਦੇ ਨੇ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾਤਾਂ ਦੇ ਕੇ ਖੁਸ਼ੀਆਂ ਬਖਸ਼ਦੇ, ਪਰ ਆਪਣੇ ਘਰ ਵਿੱਚ ਔਲਾਦ ਨਹੀਂ। 8 ਸਾਲ ਗੁਜ਼ਰ ਗਏ। ਉਦੋਂ ਦੁੱਖ ਲੱਗਾ ਜਦੋਂ ਸ਼ਰੀਕੇ ਵਾਲੇ ਵੀ ਮਿਹਣੇ ਮਾਰਨ ਲੱਗ ਪਏ। ਸਕੀ ਆਪਣੇ ਘਰ ਦੀ ਜਠਾਣੀ ਕਹਿਣ ਲੱਗ ਪਈ, ਕਹਿੰਦੀ ਇਨੀ ਔਂਤਰੇ ਜਾਣੇ ਸਭ ਕੁਝ ਸਾਡਾ ਹੀ ਹੋਣਾ। ਜਿੱਦਣ ਕਰਮੋਂ ਜਠਾਣੀ ਨੇ ਕਿਹਾ ਨਾ ਔਂਤਰੀ ਜਾਣੇ ਗੰਗਾ ਨੇ, ਸਭ ਕੁਝ ਸਾਡਾ ਹੀ ਹੋਣਾ, ਇਹਨਾਂ ਦੇ ਘਰ ਕਿਹੜਾ ਔਲਾਦ ਹੋਣੀ ਹੈ, ਉਦਣ ਮਨ ਤੜਫੇ ਸਾਧ ਸੰਗਤ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਪੁੱਛ ਲਿਆ ਪਿਆਰ ਵਿੱਚ, ਗੰਗਾ ਜੀ ਉਦਾਸ ਕਿਉਂ ਬੈਠੇ ਹੋ? ਕਹਿੰਦੇ 8 ਸਾਲ ਮੇਰੇ ਔਲਾਦ ਨਹੀਂ ਹੋਈ, ਕੋਈ ਦੁੱਖ ਮਹਿਸੂਸ ਨਹੀਂ ਹੋਇਆ। ਅੱਜ ਕਿਸੇ ਨੇ ਮਿਹਣਾ ਮਾਰਿਆ, ਇਹਨੇ ਔਂਤਰੀ ਜਾਣਾ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪਿਆਰ 'ਚ ਬੋਲੇ, ਗੰਗਾ ਜਨਮ ਤੇ ਮਰਨ ਰੱਬ ਦੇ ਹੱਥ ਵਿੱਚ ਹੈ, ਬੰਦਿਆਂ ਦੇ ਕਹਿਣ ਉੱਤੇ ਥੋੜੀ। ਦੁਨੀਆ ਦੇ ਕਹਿਣ ਨਾਲ ਕੀ ਹੁੰਦਾ? ਇਹ ਸਭ ਕੁਝ ਰੱਬ ਦੇ ਹੱਥ ਵਿੱਚ ਹੈ। ਜਾ ਬਾਬਾ ਬੁੱਢਾ ਸਾਹਿਬ ਤੋਂ ਅਰਦਾਸ ਕਰਾਓ, ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਬਾਬੇ ਬੁੱਢੇ ਕੋਲੋਂ ਅਰਦਾਸ ਕਰਾਈ ਤੇ ਸਾਧ ਸੰਗਤ ਫਿਰ 8 ਸਾਲਾਂ ਬਾਅਦ ਬਾਬੇ ਬੁੱਢੇ ਤੋਂ ਅਰਦਾਸ ਕਰਾਈ। ਅਰਦਾਸ ਤੋਂ 10 ਮਹੀਨਿਆਂ ਬਾਅਦ ਧੰਨ ਮਾਤਾ ਗੰਗਾ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੋਇਆ। ਆਪਾਂ ਵੀ ਪੁੱਤਰਾਂ ਧੀਆਂ ਵਾਲੇ ਬੈਠੇ, ਆਪਣੇ ਬੱਚਿਆਂ ਦੇ ਕੋਈ ਥੱਪੜ ਵੀ ਮਾਰਦਾ ਤੁਸੀਂ ਲੜਨ ਤੱਕ ਜਾਂਦੇ ਹੋ। ਆਪਣੇ ਬੱਚਿਆਂ ਤੇ ਕੋਈ ਹੱਥ ਚੁੱਕੇ, ਭਾਵੇਂ ਕੋਈ ਆਪਣਾ ਕਿਉਂ ਨਾ ਲੱਗਦਾ ਹੋਵੇ, ਆਪਾਂ ਲੜਨ ਤੱਕ ਜਾਈਦਾ, ਵੇ ਤੂੰ ਮਾਰਿਆ ਕਿਵੇਂ, ਮੂੰਹ ਨਾਲ ਗੱਲ ਕਰ ਸਾਨੂੰ ਦੱਸ। ਪਰ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਜਿਗਰਾ ਤੇ ਸਹਿਜ ਵੇਖਿਓ। 8 ਸਾਲਾਂ ਬਾਅਦ ਔਲਾਦ ਹੋਈ ਤੇ ਪਾਤਸ਼ਾਹ ਬਾਬੇ ਪ੍ਰਿਥੀ ਚੰਦ ਤੇ ਕਰਮੋਂ ਦੇ ਕਲੇਸ਼ ਕਰਕੇ ਸਤਿਗੁਰੂ ਅੰਮ੍ਰਿਤਸਰ ਛੱਡ ਕੇ ਗੁਰੂ ਕੀ ਵਡਾਲੀ ਆ ਗਏ। ਉੱਥੇ 6ਵੇਂ ਪਾਤਸ਼ਾਹ ਦਾ ਪ੍ਰਕਾਸ਼ ਹੋਇਆ ਤੇ ਇੱਧਰ ਅੰਮ੍ਰਿਤਸਰ ਪਤਾ ਲੱਗਾ ਮਾਤਾ ਕਰਮੋਂ ਤੇ ਪ੍ਰਿਥੀ ਚੰਦ ਨੂੰ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਦਾ ਪੁੱਤਰ ਹੋ ਗਿਆ। ਸਭ ਆਸਾਂ ਤੇ ਪਾਣੀ ਫਿਰ ਗਿਆ। ਅੱਗੇ ਮਨਵੇਸੀ ਸਭ ਕੁਝ ਸਾਡਾ ਹੀ ਹੋਣਾ, ਉਹਨਾਂ ਦੇ ਘਰ ਤਾਂ ਹੁਣ ਔਲਾਦ ਹੋ ਗਈ। ਫਿਰ ਬਾਬੇ ਪ੍ਰਿਥੀ ਚੰਦ ਤੇ ਕਰਮੋਂ ਨੇ ਅੰਮ੍ਰਿਤਸਰ ਦੀ ਇੱਕ ਦਾਈ ਸੱਦੀ, ਉਹਦਾ ਨਾਮ ਹੈ ਫੱਤੋ ਦਾਈ। ਇਤਿਹਾਸ ਵਿੱਚ ਲਿਖਿਆ ਉਸ ਦਾਈ ਨੂੰ 200 ਰਜਤਪਣ ਦਿੱਤੇ। 200 ਰਜਤਪਣ ਦੀ ਅੱਜ ਵੈਲਿਊ ਪਤਾ ਕਿੰਨੀ ਹੈ? 1 ਕਰੋੜ ਰੁਪਏ ਤੋਂ ਵੱਧ। ਇੰਨਾ ਪੈਸਾ ਬਾਬੇ ਪ੍ਰਿਥੀ ਚੰਦ ਨੇ ਦੇ ਕੇ ਕਿਹਾ, ਜਾ ਫੱਤੋ ਮੇਰਾ ਇੱਕ ਕੰਮ ਕਰ, ਤੇਰੇ ਤੇ ਕਿਸੇ ਨੂੰ ਸ਼ੱਕ ਨਹੀਂ ਹੋਣਾ, ਵਡਾਲੀ ਚਲੀ ਜਾ, ਕਿਸੇ ਤਰ੍ਹਾਂ ਹਰਗੋਬਿੰਦ ਨੂੰ ਜ਼ਹਿਰ ਦੇ ਕੇ ਮਾਰ ਦੇ, ਸਾਡਾ ਰਸਤਾ ਸਾਫ਼ ਹੋ ਜਾਏ, ਗੁਰੂ ਅਰਜਨ ਦੇਵ ਮਹਾਰਾਜ ਦੇ ਪੁੱਤਰ ਨੂੰ ਮਾਰ ਦੇ। ਉਹ ਫੱਤੋ ਦਾਈ ਆ ਗਈ। ਇਤਿਹਾਸ ਕਹਿੰਦਾ ਹੈ ਵਡਾਲੀ ਆ ਕੇ ਉਹਨੇ ਗੁਰੂ ਕੀ ਵਡਾਲੀ ਮਾਂ ਗੰਗਾ ਨੂੰ ਕਿਹਾ, ਜੇ ਤੁਸੀਂ ਅੰਮ੍ਰਿਤਸਰ ਸਾਹਿਬ ਹੁੰਦੇ ਸੇਵਾ ਦਾ ਮੌਕਾ ਮੈਨੂੰ ਮਿਲਣਾ ਸੀ, 4 ਪੈਸੇ ਦਾਣੇ ਕੱਪੜੇ ਮੈਨੂੰ ਮਿਲਣੇ ਸੀ, ਤੁਸੀਂ ਗੁਰੂ ਕੀ ਵਡਾਲੀ ਆ ਗਏ, ਮੇਰੀ ਤਾਂ ਸੇਵਾ ਚਲੀ ਗਈ। ਮਾਂ ਗੰਗਾ ਨੇ ਕਿਹਾ, ਕੋਈ ਨਹੀਂ ਫੱਤੋ, ਤੂੰ ਇੱਥੇ ਰਹਿ ਕੇ 4 ਦਿਨ ਸੇਵਾ ਕਰ ਲੈ, ਤੈਨੂੰ ਕੱਪੜੇ ਵੀ ਦਵਾਂਗੇ, ਪੈਸੇ ਵੀ ਦਵਾਂਗੇ, ਦਾਣੇ ਵੀ ਦੇ ਦਾਂਗੇ, ਹੋਰ ਦੱਸ। ਉਹ ਫੱਤੋ ਦਾਈ ਰੁਕ ਗਈ। ਉਹਨੇ 5-7 ਦਿਨਾਂ ਵਿੱਚ ਵਿਸ਼ਵਾਸ ਜਿੱਤ ਲਿਆ। 5-7 ਦਿਨਾਂ ਬਾਅਦ ਉਹਨੂੰ ਮੌਕਾ ਮਿਲਿਆ। ਉਹਨੇ ਬਹਾਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਚੁੱਕ ਕੇ ਘਰ ਤੋਂ ਇੱਕ ਪਾਸੇ ਬਾਹਰ ਨਿਕਲ ਗਈ ਤੇ ਇੱਕ ਪਾਸੇ ਲਿਜਾ ਕੇ ਉਹਨੇ ਦੁੱਧ ਉੱਤੇ ਜ਼ਹਿਰ ਕੱਢ ਕੇ ਦੁੱਧ ਤੇ ਲਾ ਕੇ ਪਿਲਾਉਣ ਲੱਗ ਪਈ। 6ਵੇਂ ਪਾਤਸ਼ਾਹ ਬਹਾਲ ਅਵਸਥਾ ਕਹਿੰਦੇ ਬਹਾਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਦੁੱਧ ਨਾ ਪੀਤਾ। ਹੱਥਾਂ ਦਾ ਤਿੱਖਾ ਜਿਹਾ ਨਹੁੰ ਉਸ ਫੱਤੋ ਦਾਈ ਦੇ ਦੁੱਧ ਤੇ ਲੱਗਾ, ਜ਼ਹਿਰ ਉਹਨੂੰ ਚੜਨ ਲੱਗ ਪਈ। ਜਿਹੜੀ ਪਾਤਸ਼ਾਹ ਨੂੰ ਮਾਰਨ ਆਈ ਸੀ ਖੁਦ ਤੜਫਣ ਲੱਗ ਪਈ। ਜ਼ਹਿਰ ਇੰਨੀ ਕੁ ਚੜ ਗਈ, ਉਹ ਤੜਫ ਤੜਫ ਕੇ ਰੌਲਾ ਪਾਉਣ ਲੱਗੀ। ਇੱਕ ਪਲ ਵਿੱਚ ਰੌਲਾ ਪੈ ਗਿਆ, ਫੱਤੋ ਨੂੰ ਕੁਝ ਹੋ ਗਿਆ, ਫੱਤੋ ਨੂੰ ਕੁਝ ਹੋ ਗਿਆ। ਲੋਕ ਇਕੱਠੇ ਹੋ ਗਏ। ਪੰਜਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਉਸ ਵਕਤ ਖੂਹ ਲਵਾ ਰਹੇ ਸਨ। ਉਹ ਨਗਰ ਦਾ ਅੱਜ ਨਾਮ ਹੈ ਛੇਹਰਟਾ। ਛੇਹਰਟਾ ਸਾਹਿਬ ਉਹਨੂੰ ਕਹਿੰਦੇ। ਛੇਹਰਟਾ ਦਾ ਅਰਥ ਹੈ ਪਾਤਸ਼ਾਹ ਨੇ ਵੱਡਾ ਖੂਹ ਆਪਣੇ ਪੁੱਤਰ ਦੇ ਪ੍ਰਕਾਸ਼ ਦੀ ਖੁਸ਼ੀ ਵਿੱਚ ਲਵਾਇਆ। ਉਹ ਐਡਾ ਵੱਡਾ ਖੂਹ ਸੀ, ਉਹਦੇ ਵਿੱਚ ਇੱਕੋ ਸਮੇਂ 6 ਹਰਟ ਚੱਲਦੇ ਸੀ। ਉਹਦਾ ਨਾਮ ਰੱਖਤਾ ਛੇਹਰਟਾ।
ਛਿਆਟਾ ਸਾਹਿਬ ਜਦੋਂ ਮਹਾਰਾਜ ਉਹ ਖੂਹ ਲਵਾ ਰਹੇ ਸਨ, ਸਿੱਖਾਂ ਨੇ ਜਾ ਕੇ ਖਬਰ ਦਿੱਤੀ, ਮਹਾਰਾਜ ਤੁਹਾਡੇ ਘਰ ਜਿਹੜੀ ਫਤੋਦਾਈ ਆਈ ਹੋਈ ਹੈ, ਮਹਾਰਾਜ ਉਹਨੂੰ ਪਤਾ ਨਹੀਂ ਕੀ ਹੋ ਗਿਆ, ਉਹ ਤਾਂ ਤੜਫਦੀ ਹੈ, ਐਂ ਲੱਗਦਾ ਉਹਦੀ ਜਾਨ ਨਿਕਲ ਜਾਏਗੀ। ਅੰਤਰਜਾਮੀ ਸਤਿਗੁਰੂ ਸਿੱਖਾਂ ਨਾਲ ਆ ਗਏ। ਜਦੋਂ ਆ ਕੇ ਫੱਤੋ ਦੀ ਹਾਲਤ ਵੇਖੀ, ਪਾਤਸ਼ਾਹ ਨੇ ਵੈਦਾਂ ਨੂੰ ਕਿਹਾ ਕੋਈ ਉਪਚਾਰ ਕਰੋ। ਉਹ ਕਹਿੰਦੇ ਜੀ ਹੋ ਨਹੀਂ ਸਕਦਾ, ਦਵਾਈ ਪੜਾਈ ਹੈ ਪਰ ਇਹਦੀ ਤੜਫਣਾ ਵੱਧ ਰਹੀ, ਇਹਦੇ ਅੰਦਰ ਕੋਈ ਜ਼ਹਿਰ ਚਲੀ ਗਈ ਹੈ। ਤਾਂ ਫੱਤੋ ਦਾਈ ਨੇ ਮਰਨ ਤੋਂ ਪਹਿਲਾਂ ਹੱਥ ਜੋੜ ਕੇ ਪਾਤਸ਼ਾਹ ਨੂੰ ਕਿਹਾ, ਹੇ ਗੁਰੂ ਅਰਜਨ ਦੇਵ ਮਹਾਰਾਜ, ਮੇਰੇ ਕੋਲੋਂ ਪਾਪ ਹੋਇਆ, ਮੈਂ ਤੁਹਾਡੇ ਪੁੱਤਰ ਹਰਗੋਬਿੰਦ ਨੂੰ ਮਾਰਨ ਵਾਸਤੇ ਆਈ ਸੀ, ਮੈਨੂੰ ਤੁਹਾਡੇ ਭਰਾ ਨੇ 200 ਰਜਤਪਣ ਦਿੱਤੇ ਨੇ ਤੁਹਾਡੇ ਪੁੱਤਰ ਹਰਗੋਬਿੰਦ ਨੂੰ ਜ਼ਹਿਰ ਲਾ ਕੇ ਮਾਰਨ ਵਾਸਤੇ। ਸਾਰਿਆਂ ਦੇ ਸਾਹਮਣੇ ਗੱਲ ਆ ਗਈ। ਮਰਨ ਤੋਂ ਪਹਿਲਾਂ ਫੱਤੋ ਆਪਣਾ ਗੁਨਾਹ ਕਬੂਲ ਕਰਕੇ ਮਰ ਗਈ। ਉਹਨੇ ਬਾਬੇ ਪ੍ਰਿਥੀ ਚੰਦ ਦਾ ਨਾਮ ਲਿਆ, ਉਹਨੇ ਪੈਸੇ ਦਿੱਤੇ ਨੇ। ਪਾਤਸ਼ਾਹ ਨੇ ਫੱਤੋ ਦਾਈ ਦੀ ਲਾਸ਼ ਸਿੱਖਾਂ ਦੇ ਨਾਲ ਕੱਲੀ, ਜਾਓ ਭਾਈ ਇਹਦਾ ਸੰਸਕਾਰ ਕਰੋ, ਇਹਦੇ ਪਿੰਡ ਲੈ ਕੇ ਜਾਓ। 5 ਦਿਨ ਗੁਜ਼ਰ ਗਏ, 10 ਦਿਨ ਗੁਜ਼ਰ ਗਏ। ਅੱਜ ਭਾਈ ਗੁਰਦਾਸ ਤੇ ਹੋਰ ਸਿੱਖਾਂ ਨੇ ਇਕੱਠੇ ਹੋ ਕੇ ਕਿਹਾ, ਮਹਾਰਾਜ ਤੁਸੀਂ ਇੰਨੇ ਦਿਨਾਂ ਤੋਂ ਚੁੱਪ ਕਿਵੇਂ ਬੈਠੇ ਹੋ? ਮਹਾਰਾਜ ਕੋਈ ਤੁਹਾਡੇ ਪੁੱਤਰ ਨੂੰ ਮਾਰਨਾ ਚਾਹੁੰਦਾ ਹੈ, ਮਾਰਨ ਵਾਲੀ ਨੇ ਸਾਹਮਣੇ ਗੁਨਾਹ ਕਬੂਲ ਕਰ ਲਿਆ, ਤੁਹਾਡੇ ਸਕੇ ਭਰਾ ਨੇ 200 ਰਜਤਪਣ ਦੇ ਕੇ, ਲਾਲਚ ਦੇ ਕੇ ਤੁਹਾਡਾ ਪੁੱਤਰ ਮਰਵਾਉਣ ਦੀ ਕੋਸ਼ਿਸ਼ ਕੀਤੀ ਹੈ, ਮਹਾਰਾਜ ਚੁੱਪ ਕਿਵੇਂ ਬੈਠੇ ਹੋ? ਪੰਚਾਇਤ ਕਰੋ ਬਾਬੇ ਪ੍ਰਿਥੀ ਚੰਦ ਤੇ, ਬੰਦੇ ਇਕੱਠੇ ਕਰੋ ਬਾਬੇ ਪ੍ਰਿਥੀ ਚੰਦ ਤੇ, ਉਹਨੂੰ ਸਭਾ ਵਿੱਚ ਬੁਲਾ ਕੇ ਪੁੱਛਣਾ ਚਾਹੀਦਾ। ਜੇ ਮਹਾਰਾਜ ਅੱਜ ਨਾ ਪੁੱਛਿਆ, ਉਹ ਕੱਲ ਨੂੰ ਫਿਰ ਕੋਸ਼ਿਸ਼ ਕਰੇਗਾ, ਤੁਹਾਡੇ ਬੱਚੇ ਨੂੰ ਬਹਾਲ ਹਰਗੋਬਿੰਦ ਸਾਹਿਬ ਨੂੰ ਮਾਰਨ ਦੀ ਫਿਰ ਕੋਸ਼ਿਸ਼ ਕਰੇਗਾ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਮੁਸਕਰਾ ਕੇ ਕਹਿੰਦੇ ਭਾਈ ਸਿੱਖੋ, ਜਦੋਂ ਮਾਰਨ ਵਾਲੇ ਨਾਲੋਂ ਬਚਾਉਣ ਵਾਲਾ ਵੱਡਾ, ਫਿਰ ਅਸੀਂ ਮਾਰਨ ਵਾਲੇ ਦੀ ਨਿੰਦਿਆ ਕਿਉਂ ਕਰੀਏ? ਅਸੀਂ ਬਚਾਉਣ ਵਾਲੇ ਦੀ ਉਸਤਤ ਕਰਾਂਗੇ। ਜਿਹਨੇ ਮੇਰੇ ਬਹਾਲ ਹਰਗੋਬਿੰਦ ਸਾਹਿਬ ਨੂੰ ਅੱਜ ਬਚਾਇਆ, ਤੁਸੀਂ ਕਹਿੰਦੇ ਹੋ ਪ੍ਰਿਥੀ ਚੰਦ ਫਿਰ ਮਾਰਨ ਦੀ ਕੋਸ਼ਿਸ਼ ਕਰੇਗਾ। ਕਹਿੰਦੇ ਜੇ ਬਚਾਉਣ ਵਾਲਾ ਵੱਡਾ ਤੇ ਮਾਰਨ ਵਾਲਾ ਜੋ ਮਰਜ਼ੀ ਕੋਸ਼ਿਸ਼ ਕਰ ਲੈ, ਉਹ ਮਾਰ ਨਹੀਂ ਸਕਦਾ। ਕਿਉਂ? ਬਚਾਉਣ ਵਾਲਾ ਮਾਰਨ ਵਾਲੇ ਨਾਲੋਂ ਵੱਡਾ ਹੈ। ਪਾਤਸ਼ਾਹ ਨੇ ਕਿਹਾ ਆਪਾਂ ਕਿਉਂ ਪੰਚਾਇਤ ਕਰਨੀ? ਇਤੋਂ ਵੱਡਾ ਧੀਰਜ ਹੋਰ ਕਿਹਦਾ ਹੋ ਸਕਦਾ? ਆਪਾਂ ਨੂੰ ਪਤਾ ਲੱਗ ਜਾਵੇ ਤੁਹਾਡੇ ਬੱਚੇ ਨੂੰ ਐ ਕਰਦਾ, ਪੁੱਛਣ ਜਾਂਦੇ ਬੰਦੇ। ਪਰ ਗੁਰੂ ਅਰਜਨ ਦੇਵ ਮਹਾਰਾਜ ਨੂੰ ਨਾ ਕ੍ਰੋਧ ਆਇਆ, ਨਾ ਕੋਈ ਗੁੱਸਾ ਆਇਆ, ਨਾ ਪਾਤਸ਼ਾਹ ਨੇ ਪੰਚਾਇਤ ਕੀਤੀ। ਇੱਕੋ ਹੀ ਗੱਲ ਕਹੀ ਕਿ ਜਿਸ ਦਾ ਸਾਹਿਬ ਡਾਡਾ ਹੋਏ, ਤਿਸ ਨੂੰ ਮਾਰ ਨਾ ਸਾਕੇ ਕੋਏ। ਭਾਈ ਮਾਰਨ ਵਾਲੇ ਨਾਲੋਂ ਬਚਾਉਣ ਵਾਲਾ ਵੱਡਾ, ਜਿਹਦਾ ਸਾਹਿਬ ਡਾਡਾ ਹੋਵੇ ਉਹਨੂੰ ਕੋਈ ਨਹੀਂ ਮਾਰ ਸਕਦਾ। ਪਾਤਸ਼ਾਹ ਨੇ ਬਚਨ ਕਹੇ, ਭਾਈ ਸਿੱਖੋ ਘਬਰਾਉਣ ਦੀ ਲੋੜ ਨਹੀਂ, ਜੇ ਰੱਖਣ ਵਾਲਾ ਵਿੱਚ ਆ ਕੇ ਖਲੋ ਜਾਏ ਬਹਾਲ ਬਿੰਗਾ ਨਹੀਂ ਹੁੰਦਾ। ਹਜ਼ੂਰ ਨੇ ਕਿਹਾ, ਮ੍ਰਿਗੀ ਪੇਖੰਤ ਬਦਿਕ ਪ੍ਰਾਰੇਣ ਲਖੈ ਆਵਦੈ, ਆਹੋ ਜਸੈ ਰਖੇਣ ਗੋਪਾਲੈ, ਨਾਨਕ ਰੋਮ ਨ ਛਿਦ। ਤੇ ਜੇ ਰੱਬ ਰੱਖਣ ਤੇ ਆ ਜਾਏ ਬਹਾਲ ਬਿੰਗਾ ਵੀ ਨਹੀਂ ਹੁੰਦਾ। ਰੋਮ ਨ ਛਿਦ ਤੇ ਦਾ ਅਰਥ ਕਿ ਬਹਾਲ ਬਿੰਗਾ ਵੀ ਨਹੀਂ ਹੋ ਸਕਦਾ। ਇਤੋਂ ਵੱਡਾ ਧੀਰਜ ਹੋਰ ਨਹੀਂ ਕਿਸੇ ਦੇ ਅੰਦਰ ਹੋ ਸਕਦਾ। ਤਾਂ ਭੱਟ ਸਾਹਿਬਾਨ ਕਹਿੰਦੇ, ਧਰਮ ਧੀਰ ਗੁਰਮਤਿ ਗੰਭੀਰ, ਪਰ ਦੁੱਖ ਵਿਸਾਰਣ, ਸ਼ਬਦ ਸਾਰ ਹਰ ਸਮੁਦਾਰ, ਹਮੇਵ ਨਿਵਾਰਣ। ਹੇ ਗੁਰੂ ਅਰਜਨ ਦੇਵ ਮਹਾਰਾਜ, ਤੁਹਾਡਾ ਇੰਨਾ ਗਹਿਰਾ ਧੀਰਜ ਹੈ, ਤੁਹਾਡਾ ਕੋਈ ਧੀਰਜ ਨਹੀਂ ਭੰਗ ਕਰ ਸਕਿਆ। ਤੁਹਾਡਾ ਕੋਈ ਅੰਦਰ ਦਾ ਸ਼ਾਂਤੀ ਸਹਿਜ ਨਹੀਂ ਕੋਈ ਭੰਗ ਕਰ ਸਕਿਆ। ਫਿਰ ਪਾਤਸ਼ਾਹ ਬਾਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਥੋੜੇ ਵੱਡੇ ਹੋਏ, ਸਤਿਗੁਰੂ ਵਾਪਸ ਸ੍ਰੀ ਅੰਮ੍ਰਿਤਸਰ ਸਾਹਿਬ ਆ ਗਏ। ਜਿੱਥੇ ਅੱਜ ਗੁਰਦੁਆਰਾ ਗੁਰੂ ਕੇ ਮਹਿਲ ਹੈ, ਉੱਥੇ ਪਾਤਸ਼ਾਹ ਨੇ ਆਪਣੀ ਰਿਹਾਇਸ਼ ਕੀਤੀ। ਉਸ ਜਗ੍ਹਾ ਤੇ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਪਰਿਵਾਰ ਵੀ ਰਿਹਾ। ਪੰਜਮ ਪਾਤਸ਼ਾਹ ਤੋਂ ਬਾਅਦ ਛੇਵੇਂ ਪਾਤਸ਼ਾਹ ਦਾ ਪਰਿਵਾਰ ਵੀ ਰਿਹਾ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦਾ ਪ੍ਰਕਾਸ਼ ਵੀ ਉਹ ਘਰ ਵਿੱਚ ਹੋਇਆ। ਉਹਦਾ ਨਾਮ ਗੁਰਦੁਆਰਾ ਗੁਰੂ ਕੇ ਮਹਿਲ। ਨਾਲ ਬਿਲਕੁਲ ਉਸੇ ਵੀਹੀ ਵਿੱਚ ਗਲੀ ਵਿੱਚ ਬਾਬੇ ਪ੍ਰਿਥੀ ਚੰਦ ਦਾ ਘਰ ਹੈ। ਹੁਣ ਬੁਲਾਉਂਦੇ ਨਹੀਂ ਆਪਸ ਵਿੱਚ, ਪਰ ਈਰਖਾ ਦਵੈਸ਼ ਅੰਦਰ ਸੜ ਬਲ ਰਹੇ ਨੇ। ਤੇ ਬਾਬਾ ਪ੍ਰਿਥੀ ਚੰਦ ਤੇ ਕਰਮੋਂ ਇੰਨਾ ਸੜ ਗਏ, ਇਹਨਾਂ ਨੂੰ ਤਾਂ ਰੱਬ ਨੇ ਔਲਾਦ ਵੀ ਦੇ ਦਿੱਤੀ। ਸੜੀ ਹੋਈ ਕਰਮੋਂ ਦੇ ਚਿੱਤ ਵਿੱਚ ਖਿਆਲ ਆਇਆ, ਗੁਰੂ ਅਰਜਨ ਦੇਵ ਮਹਾਰਾਜ ਦੀ ਬੇਇੱਜ਼ਤੀ ਕਰਨੀ ਚਾਹੀਦੀ ਹੈ, ਗੁਰੂ ਅਰਜਨ ਦੇਵ ਮਹਾਰਾਜ ਦੀ ਨਰਾਦਰੀ ਗਲੀ ਵਿੱਚ ਕਰਨੀ ਚਾਹੀਦੀ ਹੈ। ਪਰ ਬੋਲਣ ਤੇ ਸਹੀ, ਬੋਲਣਗੇ ਤੇ ਮੈਂ ਮੋਹਰਿਓਂ ਬੋਲ ਕੇ ਨਰਾਦਰੀ ਕਰਾਂਗੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੰਮ੍ਰਿਤ ਵੇਲੇ ਸ਼੍ਰੀ ਦਰਬਾਰ ਸਾਹਿਬ ਨੂੰ ਚੱਲੇ।
ਤੇ ਇਤਿਹਾਸ ਕਹਿੰਦੇ ਕਰਮੋਂ ਨੇ ਕੂੜਾ ਇਕੱਠਾ ਕਰਕੇ ਟੋਕਰਾ ਭਰ ਕੇ ਰੱਖਿਆ ਸੀ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਲੰਘੇ, ਕੋਠੇ ਦੀ ਛੱਤ ਤੋਂ ਉਹ ਕੂੜਾ ਮਹਾਰਾਜ ਦੇ ਸਿਰ ਵਿੱਚ ਸੁੱਟ ਦਿੱਤਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕੁਝ ਨਾ ਬੋਲੇ, ਇੱਕੋ ਹੀ ਗੱਲ ਕਹੀ, ਧੰਨ ਗੁਰੂ ਰਾਮਦਾਸ। ਇੰਨੀ ਗੱਲ ਕਹਿ ਕੇ ਘਰ ਆ ਗਏ। ਵਾਪਸ ਇਸ਼ਨਾਨ ਕੀਤਾ, ਵਸਤਰ ਬਦਲੇ, ਫਿਰ ਦਰਬਾਰ ਸਾਹਿਬ ਗਏ। ਅੱਜ ਭਾਈ ਗੁਰਦਾਸ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਪੁੱਛਦੇ, ਮਹਾਰਾਜ ਤੁਸੀਂ ਦੇਰੀ ਨਾਲ ਆਏ ਹੋ, ਕੋਈ ਗੱਲ ਜਾਪਦੀ ਹੈ? ਧੰਨ ਗੁਰੂ ਅਰਜਨ ਦੇਵ ਮਹਾਰਾਜ ਪਰਕਰਮਾਂ ਵਿੱਚ ਤੁਰਦਿਆਂ ਤੁਰਦਿਆਂ ਭਾਈ ਗੁਰਦਾਸ ਨੂੰ ਕਹਿੰਦੇ, ਭਾਈ ਗੁਰਦਾਸ ਕੋਈ ਸਾਡੇ ਅੰਦਰ ਦਾ ਸਹਿਜ ਭੰਗ ਕਰਨਾ ਚਾਹੁੰਦਾ ਹੈ, ਕੋਈ ਸਾਨੂੰ ਤਪਾਉਣਾ ਚਾਹੁੰਦਾ ਹੈ, ਐਦਾਂ ਅਸੀਂ ਤਪ ਜਾਂਗੇ? ਭਾਈ ਗੁਰਦਾਸ ਕੋਈ ਸਾਡੇ ਸੁਭਾਅ ਨੂੰ ਬਦਲਣਾ ਚਾਹੁੰਦਾ ਹੈ, ਕੋਈ ਸਾਡੇ ਅੰਦਰ ਦੀ ਸ਼ਾਂਤੀ ਭੰਗ ਕਰਨੀ ਚਾਹੁੰਦਾ ਹੈ, ਕੋਈ ਚਾਹੁੰਦਾ ਹੈ ਗੁਰੂ ਅਰਜਨ ਦੇਵ ਮਹਾਰਾਜ ਦੇ ਸਿਰ ਵਿੱਚ ਕੂੜਾ ਸੁੱਟ ਕੇ ਉਹਦੇ ਅੰਦਰ ਦਾ ਸਹਿਜ ਭੰਗ ਕਰ ਦਈਏ। ਕਹਿੰਦੇ ਦੱਸੋ ਭਾਈ ਗੁਰਦਾਸ, ਕੋਈ ਸਾਡੇ ਸਿਰ ਵਿੱਚ ਕੂੜਾ ਪਾਵੇ ਤਾਂ ਸਹਿਜ ਭੰਗ ਹੋ ਸਕਦਾ? ਭਾਈ ਗੁਰਦਾਸ ਇਹ ਤਾਂ ਗੱਲ ਕੂੜੇ ਦੀ ਹੈ। ਜਿੱਦਣ ਕੋਈ ਤਪਦੀ ਰੇਤ ਵੀ ਸੀਸ ਵਿੱਚ ਪਾਏਗਾ, ਗੁਰੂ ਅਰਜਨ ਦੇਵ ਦਾ ਸਹਿਜ ਉਦਣ ਵੀ ਭੰਗ ਨਹੀਂ ਹੋਏਗਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਜਦੋਂ ਇੰਨੀ ਗੱਲ ਕਹੀ, ਨਾਲ ਤੁਰੇ ਜਾਂਦੇ ਭਾਈ ਗੁਰਦਾਸ ਸਾਹਿਬ ਨੇ ਸੋਚ ਕੇ ਇਹ ਗੱਲ ਕਹੀ, ਮਹਾਰਾਜ ਤੁਹਾਡੇ ਸਿਰ ਵਿੱਚ ਕੂੜਾ ਕੌਣ ਪਾ ਸਕਦਾ? ਮਹਾਰਾਜ ਤੁਹਾਡੇ ਉੱਤੇ ਕੂੜਾ ਕੌਣ ਸੁੱਟ ਸਕਦਾ? ਸਤਿਗੁਰੂ ਤੁਹਾਡੇ ਉੱਤੇ ਕੂੜਾ ਸੁੱਟਣ ਵਾਲੇ ਹੱਥਾਂ ਨੂੰ ਕੋੜ ਕਿਉਂ ਨਾ ਫੁੱਟ ਜਾਏ, ਮਹਾਰਾਜ ਤੁਹਾਡੇ ਤੇ ਕੌਣ ਕੂੜਾ ਸੁੱਟੇਗਾ? ਇੱਕਦਮ ਗੁਰੂ ਅਰਜਨ ਦੇਵ ਮਹਾਰਾਜ ਬੋਲੇ, ਨਹੀਂ ਭਾਈ ਗੁਰਦਾਸ ਐਦਾਂ ਨਹੀਂ ਬੋਲੀਦਾ। ਸਾਧ ਸੰਗਤ ਇੱਧਰ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਕੁਝ ਨਾ ਬੋਲੇ, ਸ਼ਾਂਤ ਰਹੇ। ਉਧਰ ਕਰਮੋਂ ਸਾਰਾ ਦਿਨ ਘਰ ਵਿੱਚ ਸੜਦੀ ਰਹੀ, ਘਰ ਦੇ ਭਾਂਡੇ ਬਰਤਨ ਭੰਦੀ ਰਹੀ, ਘਰ ਵਿੱਚ ਕੱਲ ਕਲੇਸ਼ ਤੜਫਦੀ ਰਹੀ। ਬੋਲੇ ਕਿਉਂ ਨਹੀਂ ਗੁਰੂ ਅਰਜਨ ਦੇਵ? ਜੇ ਬੋਲਦੇ ਮੈਂ ਆਹ ਕਹਿਣਾ ਸੀ, ਗਲੀ 'ਚ ਬੇਇੱਜ਼ਤੀ ਕਰਨੀ ਸੀ। ਸਾਧ ਸੰਗਤ ਇਹ ਜ਼ਿੰਦਗੀ 'ਚ ਤੁਹਾਡੇ ਕੰਮ ਆਏਗੀ ਗੱਲ, ਤਜਰਬਾ ਰਹੇਗਾ। ਪਾਤਸ਼ਾਹ ਨੇ ਬਾਣੀ ਅੰਦਰ ਵੀ ਕਿਹਾ, ਭਾਈ ਤੁਹਾਡੇ ਨਾਲ ਕੋਈ ਵੈਰ ਕਰੇ ਤੁਸੀਂ ਜਵਾਬ ਨਾ ਦਿਓ, ਤੁਹਾਡੇ ਨਾਲ ਕੋਈ ਈਰਖਾ ਕਰੇ ਮੋਹਰਿਓ ਨਾ ਬੋਲੋ, ਤੁਸੀਂ ਗੁਰੂ ਦਾ ਨਾਮ ਜਪੋ ਮੋਹਰਿਓ ਜਵਾਬ ਨਾ ਦਿਓ। ਤਾਂ ਥੋੜੇ ਦਿਨਾਂ ਬਾਅਦ ਵੇਖਿਓ, ਜਿਹੜਾ ਬੰਦਾ ਤੁਹਾਡੇ ਨਾਲ ਵੈਰ ਕਰਦਾ, ਤੁਹਾਡੇ ਨਾਲ ਨਜਾਇਜ਼ ਈਰਖਾ ਕਰਦਾ, ਥੋੜੇ ਦਿਨਾਂ ਬਾਅਦ ਵੇਖਿਓ ਉਹ ਬੰਦਾ ਆਪਣੀ ਈਰਖਾ ਵਿੱਚ ਆਪੇ ਸੜਨ ਲੱਗ ਪਏਗਾ। ਪਾਤਸ਼ਾਹ ਨੇ ਕਿਹਾ, ਨਰਵੈਰੇ ਨਾਲ ਜੇ ਬੈਰ ਰਚਾਏਂਦਾ, ਆਪਣੇ ਘਰ ਲੁਕੀ ਲਾਏ। ਆਪਣੇ ਘਰ ਲੁਕੀ ਦਾ ਅਰਥ ਆਪਣੇ ਘਰ ਨੂੰ ਹੀ ਅੱਗ ਲਾ ਲੈਂਦਾ ਉਹਦਾ। ਭਾਈ ਜਿਹੜਾ ਕਿਸੇ ਨਾਲ ਬੈਰ ਕਰਦਾ ਉਹਦਾ ਆਪਣੇ ਘਰ ਵਿੱਚ ਹੀ ਕਲੇਸ਼ ਪੈ ਜਾਂਦਾ। ਇਹ ਈਰਖਾ ਦਵੈਸ਼ ਇੱਦਾਂ ਆ ਜਿਵੇਂ ਸੱਪ ਦੇ ਅੰਦਰ 24 ਘੰਟਿਆਂ ਵਿੱਚ ਇੱਕ ਤੁਬਕਾ ਜ਼ਹਿਰ ਦਾ ਪੈਦਾ ਹੁੰਦਾ। ਜਦੋਂ ਸੱਪ ਦੇ ਮੂੰਹ ਵਿੱਚ ਜ਼ਹਿਰ ਆਉਂਦੀ ਹੈ ਨਾ, ਉਹਨੂੰ ਸਾਹਮਣੇ ਕੋਈ ਡੰਗਣ ਵਾਸਤੇ ਬੰਦਾ ਨਾ ਮਿਲੇ, ਉਹ ਵੱਟ ਬੰਨੇ ਉੱਤੇ ਕੰਧ ਇੱਟ ਉੱਤੇ ਆਪਣਾ ਮੂੰਹ ਸਿਰੀ ਭੰਨ ਕੇ ਜ਼ਹਿਰ ਕੱਢਦਾ। ਇੱਦਾਂ ਭਾਈ ਜਿਹਦੇ ਅੰਦਰ ਈਰਖਾ ਦਵੈਸ਼ ਨਿੰਦਿਆ ਬੈਰ ਹੈ, ਸਾਹਮਣੇ ਵਾਲਾ ਜਵਾਬ ਨਾ ਦਵੇ, ਉਲਟਾ ਉਹਦੇ ਉੱਤੇ ਪੈਣਾ ਸ਼ੁਰੂ ਹੋ ਜਾਂਦਾ। ਤਾਈਓ ਪਾਤਸ਼ਾਹ ਨੇ ਕਿਹਾ, ਭਾਈ ਤੂੰ ਸਾਕਤ ਤੋਂ ਦੂਰ ਰਿਹਾ ਕਰ, ਉਹਦੇ ਨਾਲ ਉਲਝਣ ਦੀ ਲੋੜ ਨਹੀਂ, ਰਸਤਾ ਬਦਲ ਲਿਆ ਕਰ, ਉਹਨੇ ਆਪੇ ਕਿਸੇ ਹੋਰ ਦੇ ਗਲ ਪੈ ਜਾਣਾ, ਉਹਨੂੰ ਆਪਣੇ ਆਪ ਹੀ ਉਹਦਾ ਚੀਜ਼ ਦਾ ਜਵਾਬ ਮਿਲ ਜਾਣਾ। ਕਬੀਰ ਸਾਕਤ ਸੰਗ ਨ ਕੀਜੀਏ, ਦੂਰੇ ਜਾਈਏ ਭਾਗ, ਵਸਨ ਕਾਰੋ ਪਰਸੀਏ ਤਉ ਕਛ ਲਾਗੈ ਦਾਗ। ਕਿਸੇ ਨਿੰਦਕ ਦਾ ਈਰਖਾ ਕਰਨ ਵਾਲੇ ਦਾ ਜਵਾਬ ਨਾ ਦਿਓ, ਥੋੜੇ ਦਿਨਾਂ ਬਾਅਦ ਵੇਖਿਓ ਉਹਦਾ ਆਪਣੇ ਘਰ ਵਿੱਚ ਹੀ ਪੈ ਜਾਂਦਾ ਕੰਮ, ਆਪਣੇ ਘਰ ਨੂੰ ਆਪੇ ਹੀ ਅੱਗ ਲਾ ਲੈਂਦਾ। ਕਰਮੋਂ ਸੜ ਵਲ ਗਈ, ਉਹ ਵਿਚਾਰੀ ਘਰ ਵਿੱਚ ਦੁਖੀ ਤੜਫੇ, ਭਾਂਡੇ ਭੰਨੇ, ਇੰਨਾ ਕ੍ਰੋਧ ਉਹਦੇ ਅੰਦਰ ਵਧਿਆ। ਇੱਧਰ ਭਾਈ ਗੁਰਦਾਸ ਸਾਹਿਬ ਨੇ ਕਹਿਤਾ, ਮਹਾਰਾਜ ਤੁਹਾਡੇ ਤੇ ਕੂੜਾ ਕੌਣ ਸੁੱਟ ਸਕਦਾ? ਤੁਹਾਡੇ ਤੇ ਕੂੜਾ ਸੁੱਟਣ ਵਾਲੇ ਹੱਥਾਂ ਨੂੰ ਕੋੜ ਕਿਉਂ ਨਾ ਪੈ ਜਾਏ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਉਦਾਸ ਹੋ ਗਏ ਤੇ ਨਾਲ ਗੱਲ ਕਹੀ, ਭਾਈ ਗੁਰਦਾਸ ਇਸ ਤਰ੍ਹਾਂ ਨਹੀਂ ਕਹੀਦਾ। ਬਾਣੀ ਪੜ੍ਹਨ ਵਾਲੇ ਜਪਣ ਵਾਲਿਆਂ ਦੇ ਬੋਲ ਸੱਤ ਹੋ ਜਾਂਦੇ ਨੇ। ਭਾਈ ਗੁਰਦਾਸ ਜਪਣ ਵਾਲਿਆਂ ਨੂੰ ਮਿੱਠਾ ਬੋਲਣਾ ਚਾਹੀਦਾ, ਇੰਜ ਨਹੀਂ ਕਹੀਦਾ। ਸਾਧ ਸੰਗਤ ਕਿਉਂਕਿ ਜੇ ਕੋਈ ਬਾਣੀ ਪੜ੍ਹਨ ਵਾਲਾ ਜਪਣ ਵਾਲਾ ਬਚਨ ਕਹਿਦਾ, ਉਹ ਰੱਬ ਦੀ ਦਰਗਾਹ ਤੋਂ ਲਿਖਿਆ ਜਾਂਦਾ, ਉਹਨੂੰ ਰੱਦ ਨਹੀਂ ਕੋਈ ਕਰ ਸਕਦਾ। ਤਾਈਓ ਜਿੰਨੇ ਬਾਣੀ ਪੜ੍ਹਨ ਵਾਲੇ ਸਾਧੂ ਸੰਤ ਹੋਣਗੇ, ਉਹਦੀ ਨਿਸ਼ਾਨੀ ਹੈ ਇੱਕ ਸਾਧੂ ਦੀ, ਉਹ ਕਦੇ ਰਸਨਾ ਤੋਂ ਕੌੜਾ ਨਹੀਂ ਬੋਲਦਾ।
ਜਿਵੇਂ ਰੱਬ ਮਿੱਠਾ ਬੋਲਦਾ ਨਾ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਹਰਾ, ਐਦਾਂ ਸੰਤ ਵੀ ਕਦੇ ਰਸਨਾ ਤੋਂ ਕੌੜਾ ਨਹੀਂ ਬੋਲੇਗਾ। ਉਹਦੀ ਰਸਨਾ ਤੇ ਮਿਠਾਸ ਰਹਿੰਦੀ ਹੈ। ਕਿਉਂ? ਉਹਨੂੰ ਪਤਾ ਉਹਦਾ ਬੋਲਿਆ ਕੋਈ ਵੀ ਬਚਨ ਪਤਾ ਨਹੀਂ ਕਿੱਧਰ ਲੱਗਦਾ, ਉਹ ਬਹੁਤ ਘੱਟ ਬੋਲਦਾ। ਇੱਕ ਮਹਾਂਪੁਰਸ਼ ਸਾਧੂ ਹੋਏ, ਕਿਸੇ ਨੇ ਕੋਠੀ ਵਿੱਚ ਬੁਲਾ ਲਿਆ, ਬਹੁਤ ਘੱਟ ਜਾਂਦੇ ਸਨ। ਤਾਂ ਜਦੋਂ ਉਹਨਾਂ ਬੇਨਤੀ ਕਰਕੇ ਬੁਲਾਇਆ, ਵੱਡੀ ਕੋਠੀ, ਗੇਟ ਦੇ ਨਾਲ ਵੱਡਾ ਸਾਰਾ ਲੋਹੇ ਦਾ ਜੰਗਲਾ, ਉਹ ਜੰਗਲੇ ਦੇ ਵਿੱਚ ਉਹਨੇ ਵੱਡਾ ਸਾਰਾ ਕੁੱਤਾ ਬੰਨਿਆ ਹੋਇਆ। ਤਾਂ ਜਦੋਂ ਮਹਾਂਪੁਰਸ਼ ਬੜੇ, ਘਰ ਦੇ ਅੰਦਰ 5-4 ਸੇਵਾਦਾਰ, ਉਹ ਘਰ ਵਾਲੇ ਵੀ ਨਾਲ, ਤਾਂ ਹੁਣ ਉਹ ਕੁੱਤੇ ਦਾ ਸੁਭਾਅ ਹੈ, ਉਹ ਉੱਚੀ ਉੱਚੀ ਬੋਲਣ ਲੱਗ ਪਿਆ, ਭੌਂਕਣ ਲੱਗ ਪਿਆ। ਹੁਣ ਇਹ ਦੋਵੇਂ ਸ਼ਬਦ ਮਾੜੇ ਨੇ। ਕਿਸੇ ਬੰਦੇ ਨੂੰ ਮਾੜਾ ਕਹਿਣਾ ਹੋਵੇ, ਆਪਾਂ ਕੀ ਕਹਿੰਦੇ ਆ? ਬੜਾ ਕੁੱਤਾ ਬੰਦਾ ਹੈ। ਜੇ ਕੋਈ ਬੰਦਾ ਬਹੁਤ ਬੋਲਦਾ ਹੋਵੇ, ਚੰਗਾ ਨਾ ਲੱਗੇ, ਉਹਨੂੰ ਕਹਿੰਦੇ ਐਵੇਂ ਭੌਂਕਦਾ। ਇਹਦਾ ਮਤਲਬ ਭੌਂਕਣਾ ਤੇ ਕੁੱਤਾ ਸ਼ਬਦ ਮਾੜਾ ਹੈ, ਮਾੜੇ ਪਾਸੇ ਵਰਤੇ। ਜਦੋਂ ਮਹਾਂਪੁਰਸ਼ ਘਰ ਵਿੱਚ ਬੜੇ, ਉਹਨੇ ਨਹੀਂ ਕਿਹਾ ਭਾਈ ਆ ਕੁੱਤਾ ਭੌਂਕਦਾ, ਇਹਨੂੰ ਰੋਕੋ, ਐਦਾਂ ਨਹੀਂ ਕਿਹਾ। ਆਪਾਂ ਕਹਿੰਦੇ ਤੇ ਐਂ ਕਹਿਣਾ ਸੀ, ਭਾਈ ਆ ਕੁੱਤਾ ਤੁਹਾਡਾ ਭੌਂਕਦਾ, ਇਹਨੂੰ ਮਰ ਜਾ ਦੇਖੋ। ਮਹਾਂਪੁਰਸ਼ ਕਹਿੰਦੇ ਭਾਈ ਆ ਆਪਣੇ ਜਾਨਵਰ ਦਾ ਖਿਆਲ ਰੱਖੋ, ਭਾਈ ਇਹਦਾ ਖਿਆਲ ਰੱਖੋ। ਉਹ ਕਹਿੰਦੇ ਬਾਬਾ ਜੀ ਵੱਢਦਾ ਨਹੀਂ ਹੈ। ਹੁਣ ਵੱਢਣਾ ਵੀ ਤਾਂ ਬਹੁਤ ਮਾੜਾ ਸ਼ਬਦ। ਅੱਗੋਂ ਮਹਾਂਪੁਰਸ਼ ਕਹਿੰਦੇ ਭਾਈ ਸਾਨੂੰ ਨਹੀਂ ਪਤਾ, ਇਹ ਫਿਰ ਵੀ ਆਪਣਾ ਵਿਹਾਰ ਕਰੀ ਜਾਂਦੇ ਹੁੰਦੇ, ਥੋੜਾ ਧਿਆਨ ਰੱਖੋ। ਐਦਾਂ ਨਹੀਂ ਕਹੇ ਕੁੱਤਾ ਹੈ, ਭੌਂਕਦਾ ਹੈ, ਵੱਢ ਲੈਂਦਾ। ਸਾਧੂ ਦੀ ਰਸਨਾ ਤੇ ਇਦਾਂ ਦਾ ਸ਼ਬਦ ਵੀ ਨਹੀਂ ਕਦੇ ਹੁੰਦਾ। ਉਹਦੀ ਰਸਨਾ ਇੰਨੀ ਮਿੱਠੀ ਹੋ ਜਾਂਦੀ ਹੈ। ਤਾਈਓ ਪਾਤਸ਼ਾਹ ਨੇ ਸੁਖਮਨੀ ਸਾਹਿਬ ਅੰਦਰ ਬਚਨ ਕਿਹਾ, ਤੁਹਾਨੂੰ ਯਾਦ ਹੈ, ਜਦੋਂ ਜਪਣ ਵਾਲਿਆਂ ਦੀ ਵਡਿਆਈ ਕਹੀ, ਉਦੋਂ ਕਿਹਾ ਜਿਸ ਮਨ ਵਸੈ ਸੁਣੈ ਲਾਏ ਪ੍ਰੀਤ। ਪੜੋ, ਜਿਸ ਮਨ ਵਸੈ ਸੁਣੈ ਲਾਏ ਪ੍ਰੀਤ, ਤਿਸ ਜਨ ਆਵੇ ਹਰ ਪ੍ਰਭ। ਉਸ ਜਨ ਦੀ ਫਿਰ ਕੀ ਵਸਤ ਹੈ? ਜਨਮ ਮਰਨ ਤਾਕਾ ਦੁਖ ਨਿਵਾਰੈ, ਦੁਲਭ ਦੇ ਤਤਕਾਲ ਨਿਰਮਲ ਸੋਭਾ। ਅਗਲੀ ਪੰਕਤੀ ਹੈ, ਅੰਮ੍ਰਿਤਤਾ ਕੀ ਬਾਣੀ। ਉਹ ਸਾਧੂ ਜਨ ਦੀ ਬਾਣੀ ਬੋਲਣਾ ਅੰਮ੍ਰਿਤ ਵਰਗਾ ਮਿੱਠਾ, ਕਿਸੇ ਨੂੰ ਕੌੜਾ ਨਹੀਂ ਬੋਲਦਾ। ਨਿਰਮਲ ਸੋਭਾ ਅੰਮ੍ਰਿਤਤਾ ਕੀ ਬਾਣੀ, ਏਕ ਨਾਮ ਮਨ ਮਾਹੇ ਸਮਾਨੀ। ਤੇ ਅਗਲੀ ਪੰਕਤੀ ਪਾਤਸ਼ਾਹ ਨੇ ਕਿਹਾ, ਜਨਮ ਮਰਨ ਤਾਕਾ ਦੁਖ ਨਿਵਾਰੈ, ਦੁਲਭ ਦੇ ਤਤਕਾਲ ਉਦਾਰੈ। ਨਿਰਮਲ ਸੋਭਾ ਅੰਮ੍ਰਿਤਤਾ ਕੀ ਬਾਣੀ, ਏਕ ਨਾਮ ਮਨ ਮਾਹੇ ਸਮਾਨੀ। ਦੁਖ ਰੋਗ ਬਿਨ ਸੇਵੈ ਭਰਮ, ਸਾਧ ਨਾਮ ਨਿਰਮਲਤਾ ਕੇ ਕਰਮ। ਤਾਈਓ ਫਿਰ ਕਿਹਾ ਸਭ ਤੇ ਊਚ ਤਾਕੀ ਸੋਭਾ ਬਣੀ, ਨਾਨਕ ਏ ਗੁਣ ਨਾਮ ਸੁਖਮਨੀ। ਇਹ ਸਾਧੂ ਦੀ ਵਡਿਆਈ ਹੈ। ਭਾਈ ਗੁਰਦਾਸ ਨੇ ਕਿਹਾ, ਮਹਾਰਾਜ ਕੂੜਾ ਸੁੱਟੇ ਕੋਈ ਤੁਹਾਡੇ ਤੇ, ਕੋੜ ਕਿਉਂ ਨਾ ਪੈ ਜਾ ਉਹਦੇ ਹੱਥਾਂ ਨੂੰ। ਅਗਲੇ ਦਿਨ ਹੀ ਕਰਮ ਨੂੰ ਤੇਜ ਤਾਪ ਚੜ ਗਿਆ। 3 ਦਿਨ ਤਈਆ ਤਾਪ ਚੜਦਾ ਰਿਹਾ। ਤੀਜੇ ਦਿਨ ਦੋਵਾਂ ਹੱਥਾਂ ਤੇ ਫੋੜੇ ਫੁੱਟ ਗਏ। ਸਾਧ ਸੰਗਤ, ਉਹਦੇ ਦੋਵਾਂ ਹੱਥਾਂ ਨੂੰ ਕੋੜ ਪੈ ਗਿਆ। ਹੁਣ ਦੇਖੋ ਗੁਰੂ ਅਰਜਨ ਦੇਵ ਮਹਾਰਾਜ ਰੱਬ ਨਹੀਂ ਤੇ ਹੋਰ ਕੀ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਪਤਾ ਲੱਗਾ ਕਰਮੋਂ ਬਿਮਾਰ ਪੈ ਗਈ ਹੈ, ਉਹਨੂੰ ਕੋੜ ਫੁੱਟ ਗਿਆ। ਸਤਿਗੁਰਾਂ ਆਪਣੇ ਘਰੋਂ ਮਹਿਲ ਮਾਤਾ ਗੰਗਾ ਜੀ ਨੂੰ ਕਿਹਾ, ਕਹਿੰਦੇ ਜਾਓ ਸਾਡੀ ਭਰਜਾਈ ਭਾਵ ਆਪਣੀ ਜਠਾਣੀ ਦੀ ਖਬਰ ਲਓ। ਕਹਿੰਦੇ ਮਹਾਰਾਜ ਉਹਦੀ ਕੀ ਖਬਰ ਲੈਣੀ ਹੈ, ਉਹ ਤਾਂ ਵੱਢਣ ਨੂੰ ਪੈਂਦੀ ਹੈ, ਉਹ ਤਾਂ ਬਹੁਤ ਈਰਖਾ ਕਰਦੀ ਹੈ। ਪਾਤਸ਼ਾਹ ਨੇ ਕਿਹਾ ਗੰਗਾ ਆਪਾਂ ਉਹਦਾ ਔਗਣ ਨਹੀਂ ਚਿਤਾਰਨਾ, ਜਾਓ ਉਹਦੀ ਖਬਰ ਲਓ, ਉਹਨੂੰ ਲੈ ਕੇ ਹਰ ਕੀ ਪੌੜੀ ਤੇ ਹੱਥਾਂ ਦਾ ਇਸ਼ਨਾਨ ਕਰਾਓ, ਉਹਨੂੰ ਇੱਕ ਵਾਰ ਲੈ ਜਾਓ, ਉਹਦਾ ਕੋੜ ਹਟ ਜਾਏਗਾ। ਮਾਂ ਗੰਗਾ ਗਏ, ਜਿਹਨੂੰ ਕਿਹਾ ਸੀ ਇਹਨੇ ਔਂਤਰੀ ਜਾਣਾ, ਉਹੀਓ ਮਾਂ ਗੰਗਾ ਅੱਜ ਉਹਦੇ ਭਲੇ ਵਾਸਤੇ ਗਏ। ਅੱਜ ਕਰਮੋਂ ਨੂੰ ਲਿਜਾ ਕੇ ਹੱਥਾਂ ਦਾ ਹਰ ਕੀ ਪੌੜੀ ਤੇ ਇਸ਼ਨਾਨ ਕਰਾਇਆ। ਸਹਿਜੇ ਸਹਿਜੇ ਉਹਦੇ ਹੱਥਾਂ ਦਾ ਕੋੜ ਹਟ ਗਿਆ। ਇਹਨੂੰ ਕਹਿੰਦੇ ਨੇ ਰੱਬ ਜਿਹੜਾ ਬੁਰੇ ਦਾ ਵੀ ਭਲਾ ਕਰਦਾ, ਔਗਣ ਦੇਖ ਕੇ ਵੀ ਭਲਾ ਕਰਦੇ। ਤਾਂ ਭੱਟ ਸਾਹਿਬਾਨ ਕਹਿੰਦੇ ਪਰ ਦੁੱਖ ਵਿਸਾਰਣ, ਤੁਸੀਂ ਮਹਾਰਾਜ ਕਿਸੇ ਦਾ ਦੁੱਖ ਨਹੀਂ ਵੇਖ ਸਕਦੇ, ਤੁਸੀਂ ਰੱਬ ਹੋ। ਪਰ ਦੁੱਖ ਵਿਸਾਰਣ ਸ਼ਬਦ ਸਾਰ ਹਰ ਸਮ ਉਧਾਰ, ਅਹਮੇਵ ਨਿਵਾਰਣ, ਤੁਸੀਂ ਰੱਬ ਦੇ ਬਰਾਬਰ ਉਧਾਰ ਚਿੱਤ ਹੋ, ਦੂਜਿਆਂ ਦਾ ਭਲਾ ਕਰਦੇ ਹੋ। ਇਸ ਲਈ ਗੁਰੂ ਅਰਜਨ ਦੇਵ ਮਹਾਰਾਜ ਤੁਸੀਂ ਪ੍ਰਤੱਖ ਰੱਬੋ ਧਰਨ ਗਗਨ ਨਭ ਖੰਡ ਮੈਂ, ਜੋਤ ਸਭ ਰੂਪੀ ਰਹਿਓ ਪਰ, ਪਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ।
ਤਾਈਓ ਫਿਰ ਕਿਹਾ ਤਤ ਵਿਚਾਰ ਜਹ ਮਥੁਰਾ, ਪੜੋ ਜਗ ਤਾਰਨ ਕਉ ਅਵਤਾਰ ਬਣਾਇਓ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ। ਸਾਰੇ ਗੱਜ ਕੇ ਕਹੋ ਜਪਿਓ ਜਿਨ ਅਰਜਨ, ਫਿਰ ਸੰਕਟ ਜੋਨ। ਇੱਕ ਵਾਰ ਪਿਆਰ ਨਾਲ ਪੜਿਓ ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ, ਜਪਿਓ ਜਿਨ, ਫਿਰ ਸੰਕਟ ਜੋਨ ਗਰਭ ਨਾਇਓ। ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ। ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ। ਆਖੋ ਸਤਨਾਮ ਸ੍ਰੀ। ਇਸ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਪ੍ਰਤੱਖ ਹਰ ਹਨ। ਫਿਰ ਰੱਬ ਨਾਲ ਕਿਵੇਂ ਬੈਰ? ਤੁਸੀਂ ਆਮ ਵੇਖੋਗੇ ਦੁਨੀਆ ਵਿੱਚ ਕਈ ਬੰਦੇ ਸਾਧ ਸੰਗਤ ਬੰਦਿਆਂ ਨਾਲ ਹੀ ਰੋਸ ਹੀ ਨਹੀਂ ਕਰਦੇ, ਰੱਬ ਨਾਲ ਵੀ ਕਰਨ ਲੱਗ ਪੈਂਦੇ। ਬੰਦਿਆਂ ਨੂੰ ਨਹੀਂ ਕਹਿੰਦੇ ਵੇ ਤੈਨੂੰ ਮਿਲਣਾ ਨਹੀਂ, ਹੁਣ ਤੇਰੇ ਨਾਲ ਸਹਿਚਾਰਾ ਭਾਈਚਾਰਾ ਰਿਸ਼ਤੇਦਾਰੀ ਨਹੀਂ ਰੱਖਣੀ। ਲੋਕ ਰੱਬ ਨੂੰ ਵੀ ਕਹਿ ਦਿੰਦੇ, ਕਹਿੰਦੇ ਰੱਬ, ਇਹ ਰੱਬ ਕਾਹਦਾ, ਹੈ ਹੀ ਨਹੀਂ ਜੀ ਕੋਈ ਰੱਬ, ਸਾਡੀ ਤਾਂ ਅਰਦਾਸ ਹੀ ਨਹੀਂ ਸੁਣੀ, ਗੁਰਦੁਆਰੇ ਜਾਣੋਂ ਹਟ ਜਾਣਗੇ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਪ੍ਰਤੱਖ ਰੱਬ, ਰੱਬ ਨਾਲ ਵੀ ਦੁਨੀਆ ਦਾ ਬਹਿਰ ਵੇਖੋ ਸਾਧ ਸੰਗਤ। ਸਭ ਤੋਂ ਪਹਿਲਾਂ ਦੀਵਾਨ ਚੰਦੂ ਨੇ ਬਹਿਰ ਪਾਇਆ, ਬਾਬੇ ਪ੍ਰਿਥੀ ਚੰਦ ਦਾ ਬਹਿਰ। ਪ੍ਰਿਥੀ ਚੰਦ ਨੇ ਸੁਲਹੀ ਖਾਨ ਦਿੱਲੀ ਤੋਂ ਆਪਣਾ ਮਿੱਤਰ ਸੱਦਿਆ, ਜਿਹੜਾ ਫੌਜਾਂ ਦਾ ਜਰਨੈਲ ਸੀ। ਉਹਨੂੰ ਕਿਹਾ ਮੇਰੇ ਭਰਾ ਨੂੰ ਖਤਮ ਕਰਕੇ ਮੈਨੂੰ ਗੱਦੀ ਤੇ ਬਿਠਾ। ਸੁਲਹੀ ਖਾਨ ਦਿੱਲੀ ਤੋਂ ਚੜਿਆ 10,000 ਫੌਜ ਲੈ ਕੇ, ਪਰ ਜਦੋਂ ਅੰਮ੍ਰਿਤਸਰ ਪਹੁੰਚਿਆ ਸਾਧ ਸੰਗਤ, ਬਾਬੇ ਪ੍ਰਿਥੀ ਚੰਦ ਦੇ ਕੋਲ ਰਾਤ ਦਾ ਖਾਣਾ ਇਹਨੇ ਖਾਧਾ। ਬਾਬੇ ਪ੍ਰਿਥੀ ਚੰਦ ਨੇ ਇਹਦੀ ਮਨਮਰਜ਼ੀ ਦਾ ਭੋਜਨ ਛਕਾਇਆ ਤੇ ਸ਼ਾਮਾਂ ਨੂੰ ਬਾਬੇ ਪ੍ਰਿਥੀ ਚੰਦ ਦੇ ਭੱਠੇ ਵੇਖਣ ਚਲਾ ਗਿਆ। ਜਦੋਂ ਭੱਠਿਆਂ ਕੋਲ ਗਿਆ ਤਾਂ ਆਵਿਆਂ ਦੀ ਤਪਸ਼ ਨਾਲ ਘੋੜਾ ਤਰਬਕ ਗਿਆ। ਘੋੜੇ ਸਮੇਤ ਇੱਟਾਂ ਦੇ ਆਵੇ ਵਿੱਚ ਸੁਲਹੀ ਖਾਨ ਗਰਕ ਹੋ ਗਿਆ, ਅੱਗ ਵਿੱਚ ਸੜ ਕੇ ਮਰ ਗਿਆ। ਪਾਤਸ਼ਾਹ ਨੂੰ ਲਿਖਣਾ ਪਿਆ ਫਿਰ, ਸੁਲਹੀ ਹੋਏ ਮੁਆ ਨਾ ਪਾਕ, ਸੁਲਹੀ ਕਾ ਹਾਥ ਕਹੀਂ ਨਾ ਪਹੁੰਚੇ। ਸੁਲਹੀ ਹੋਏ ਮੁਆ ਨਾ ਪਾਕ, ਕਹਿੰਦੇ ਭਾਈ ਸੁਲਹੀ ਦਾ ਕਿਤੇ ਹੱਥ ਨਹੀਂ ਪਹੁੰਚਿਆ, ਕਿਉਂਕਿ ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀਂ ਨਾ ਪਹੁੰਚੇ, ਸੁਲਹੀ ਹੋਏ ਮੁਆ ਨਾ ਪਾਕ। ਉਸ ਤੋਂ ਬਾਅਦ ਚੰਦੂ ਨੇ ਸ਼ਿਕਾਇਤਾਂ ਕੀਤੀਆਂ। ਉਹਨੇ ਸਾਧ ਸੰਗਤ ਆਪਣੀਆਂ ਸ਼ਿਕਾਇਤਾਂ ਕਰਦਾ ਰਿਹਾ ਜੀ। ਗੁਰੂ ਅਰਜਨ ਦੇਵ ਮਹਾਰਾਜ ਨੇ ਹਿੰਦੂਆਂ ਦੇ ਖਿਲਾਫ ਬਹੁਤ ਲਿਖਿਆ ਜੀ, ਸਾਡੀ ਗੱਲ ਛੱਡੋ। ਆਦ ਬੀੜ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਮੁਸਲਮਾਨਾਂ ਦੇ ਖਿਲਾਫ ਬਹੁਤ ਕੁਝ ਲਿਖਿਆ। ਅਕਬਰ ਬਾਦਸ਼ਾਹ ਨੇ ਉਹ ਸ਼ਿਕਾਇਤਾਂ ਤੇ ਗੌਰ ਨਾ ਕੀਤੀ, ਕਿਉਂਕਿ ਚੰਦੂ ਨਾਲ ਈਰਖਾ ਇਹ ਪੈਦਾ ਹੋਈ। ਉਹਦੇ ਘੱਲੇ ਹੋਏ ਬ੍ਰਾਹਮਣ ਲੱਭਦਿਆਂ ਲੱਭਦਿਆਂ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਆ ਕੇ 6ਵੇਂ ਪਾਤਸ਼ਾਹ ਨਾਲ ਉਹਦੀ ਲੜਕੀ ਦਾ ਰਿਸ਼ਤਾ ਤੈਅ ਕਰ ਗਏ। ਪਰ ਜਦੋਂ ਉਹਨੇ ਜਾ ਕੇ ਦਿੱਲੀ ਜੋਤਸ਼ੀ ਨੇ, ਉਹ ਪੰਡਤ ਨੇ ਦੱਸਿਆ ਜੀ ਰਿਸ਼ਤਾ ਅਸੀਂ ਪੱਕਾ ਕਰਨ ਦਾ, ਗੁਰੂ ਅਰਜਨ ਦੇਵ ਮਹਾਰਾਜ ਨੂੰ ਬੇਨਤੀ ਕਰਕੇ, ਤਾਂ ਹੰਕਾਰ ਵਿੱਚ ਚੰਦੂ ਬੋਲਿਆ, ਕਹਿੰਦਾ ਕਿੱਥੇ ਮੈਂ ਤੇ ਕਿੱਥੇ ਗੁਰੂ ਅਰਜਨ ਦੇਵ ਮਹਾਰਾਜ, ਤੁਸੀਂ ਤਾਂ ਚਵਾਰੇ ਦੀ ਇੱਟ ਮੋਰੀ ਨੂੰ ਲਾ ਦਿੱਤੀ ਹੈ। ਇਹ ਗੱਲ ਦਿੱਲੀ ਦੀਆਂ ਸੰਗਤਾਂ ਵਿੱਚ ਗਈ। ਉਹਨਾਂ ਪਾਤਸ਼ਾਹ ਨੂੰ ਬੇਨਤੀ ਕੀਤੀ, ਗੁਰੂ ਅਰਜਨ ਦੇਵ ਮਹਾਰਾਜ ਚੰਦੂ ਹੰਕਾਰੀ ਹੈ, ਸਾਨੂੰ ਪਤਾ ਲੱਗਾ ਤੁਹਾਡਾ ਕੁੜਮ ਬਣਨ ਲੱਗਾ, ਮਹਾਰਾਜ ਇਹ ਰਿਸ਼ਤੇਦਾਰੀ ਤੋੜ ਦਿਓ, ਇਹ ਰਿਸ਼ਤੇਦਾਰੀ ਨਾ ਰੱਖਿਓ। ਪਾਤਸ਼ਾਹ ਨੇ ਸੰਗਤ ਦਾ ਹੁਕਮ ਮੰਨ ਕੇ ਜਵਾਬ ਘੱਲ ਦਿੱਤਾ, ਭਾਈ ਤੁਹਾਡਾ ਸਾਡਾ ਰਿਸ਼ਤਾ ਨਹੀਂ ਬਣ ਸਕਦਾ, ਤੁਹਾਡੀ ਸਾਡੀ ਰਿਸ਼ਤੇਦਾਰੀ ਨਹੀਂ ਬਣ ਸਕਦੀ। ਰਿਸ਼ਤਾ ਵਾਪਸ ਕਰ ਦਿੱਤਾ। ਹੰਕਾਰੀ ਹੋਰ ਸੜ ਬਲ ਗਿਆ ਕਿ ਜਵਾਬ ਮੈਂ ਦੇਣਾ ਚਾਹੁੰਦਾ ਸੀ, ਜਵਾਬ ਗੁਰੂ ਅਰਜਨ ਦੇਵ ਮਹਾਰਾਜ ਨੇ ਦੇ ਕੇ ਮੇਰੀ ਨਰਾਦਰੀ ਕਰ ਦਿੱਤੀ। ਕਹਿੰਦਾ ਤਾਂ ਮੈਂ ਸੀ ਕਿ ਮੈਂ ਵੱਡਾ, ਪਰ ਜਵਾਬ ਗੁਰੂ ਵੱਲੋਂ ਆ ਗਿਆ। ਈਰਖਾ ਬਸ ਸ਼ੇਖ ਫਰੀਦ ਬੁਖਾਰੀ ਤੇ ਹੋਰ ਕੱਟੜਪੰਥੀ ਮੁਸਲਮਾਨਾਂ ਨੂੰ ਚੱਕਿਆ। ਉਹ ਮੁਸਲਮਾਨ ਕੱਟੜਪੰਥੀ ਕਾਜੀ ਖਲੀਫੇ ਔਲੀਏ ਇਕੱਠੇ ਹੋਏ।
ਉਹਨਾਂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਖਿਲਾਫ ਵਿਉਂਤ ਬਣਾਉਣੀ ਸ਼ੁਰੂ ਕਰ ਦਿੱਤੀ। ਇਹਨਾਂ ਦਿਨਾਂ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਆਦ ਬੀੜ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਕੀਤਾ। ਭਗਤਾਂ ਭੱਟ ਸਾਹਿਬਾਨਾਂ ਤੇ ਪੰਜ ਗੁਰੂ ਅਰਜਨ ਦੇਵ ਮਹਾਰਾਜ ਤੱਕ ਬਾਣੀ ਇਕੱਤਰ ਕਰਕੇ 974 ਅੰਗ ਦਾ ਆਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਹਰਮੰਦਰ ਸਾਹਿਬ ਪ੍ਰਕਾਸ਼ ਕਰ ਦਿੱਤੀ। ਇੱਥੇ ਹੀ ਵਸ ਨਹੀਂ, ਸ਼ੇਰ ਸ਼ਾਹ ਸੂਰੀ ਮਾਰਗ ਜਿਹੜਾ ਦਿੱਲੀ ਤੋਂ ਲਾਹੌਰ ਜਾਂਦਾ ਸੀ, ਉਸ ਮਾਰਗ ਉੱਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਇੱਕ ਨਗਰ ਵਸਾਇਆ। ਉਹਦਾ ਨਾਮ ਰੱਖਿਆ ਸ਼੍ਰੀ ਤਰਨ ਤਾਰਨ ਸਾਹਿਬ। ਉੱਥੋਂ ਅਨੇਕਾਂ ਲੋਕ ਕਬਰਾਂ ਨੂੰ ਪੂਜਣ ਵਾਲੇ ਸਖੀ ਸਰਵਰ ਦੇ ਪੁਜਾਰੀ ਸਾਧ ਸੰਗਤ ਸਖੀ ਸਰਵਰ ਦੀ ਪੂਜਾ ਲਈ ਜਾਂਦੇ ਸੀ। ਉਸੇ ਰਸਤੇ ਵੈਸ਼ਨੂ ਦੇਵੀ ਲੋਕ ਜਾਂਦੇ ਸਨ। ਰਾਤ ਗੁਰੂ ਅਰਜਨ ਦੇਵ ਮਹਾਰਾਜ ਦੇ ਲੰਗਰ ਵਿੱਚ ਲੰਗਰ ਛਕਣਾ, ਸੰਗਤ ਰੁਕਣ ਲੱਗ ਪਈ। ਗੁਰੂ ਦੀ ਸੰਗਤ ਨਾਲ ਭਾਈ ਮੰਝ ਵਰਗੇ ਚੌਧਰੀ ਉਨੀ ਸਖੀ ਸਰਵਰ ਨਗੱਜੇ ਦੀਆਂ ਘਰ ਵਿੱਚੋਂ ਕਬਰਾਂ ਢਾ ਦਿੱਤੀਆਂ। ਗੁਰੂ ਅਰਜਨ ਦੇਵ ਮਹਾਰਾਜ ਦੀ ਸਿੱਖੀ ਧਾਰਨ ਕਰ ਲਈ। ਭਾਈ ਲੰਗਾਹ ਚੌਧਰੀ ਵਰਗੇ ਗੁਰੂ ਅਰਜਨ ਦੇਵ ਮਹਾਰਾਜ ਦੇ ਸਿੱਖ ਬਣ ਗਏ। ਸਖੀ ਸਰਵਰ ਦੀ ਪੂਜਾ ਛੱਡ ਦਿੱਤੀ। ਇਹ ਖਬਰਾਂ ਜਦੋਂ ਕੱਟੜਪੰਥੀਆਂ ਨੂੰ ਲੱਗੀਆਂ ਕਿ ਗੁਰੂ ਅਰਜਨ ਦੇਵ ਮਹਾਰਾਜ ਦੇ ਸੇਵਕ ਤਾਂ ਵੱਡੇ ਵੱਡੇ ਚੌਧਰੀ ਬਣਨ ਲੱਗ ਪਏ ਨੇ, 12 ਪਿੰਡਾਂ ਦਾ ਲੰਬੜਦਾਰ ਭਾਈ ਮੰਝ ਗੁਰੂ ਅਰਜਨ ਦੇਵ ਮਹਾਰਾਜ ਦਾ ਸਿੱਖ ਹੋ ਗਿਆ। ਕੱਟੜਪੰਥੀਆਂ ਨੇ ਅਕਬਰ ਨੂੰ ਸ਼ਿਕਾਇਤ ਕੀਤੀ ਕਿ ਜੀ ਗੁਰੂ ਅਰਜਨ ਦੇਵ ਮਹਾਰਾਜ ਨੇ ਇੱਕ ਗ੍ਰੰਥ ਬਣਾਇਆ, ਉਹਦੇ ਵਿੱਚ ਇਸਲਾਮ ਦੀ ਬੜੀ ਤੌਹੀਨ ਕੀਤੀ ਹੈ। ਅਕਬਰ ਨੇ ਸ਼ਿਕਾਇਤ ਲੈ ਲਈ। ਪੰਜਾਬ ਆਉਂਦਿਆਂ ਉਹਨੇ ਲਾਹੌਰ ਜਾਣਾ ਸੀ। ਗੋਇੰਦਵਾਲ ਸਾਹਿਬ ਪਹੁੰਚ ਕੇ ਉਹਨੇ ਪਾਤਸ਼ਾਹ ਨੂੰ ਸੱਦਾ ਘੱਲਿਆ, ਹੇ ਗੁਰੂ ਅਰਜਨ ਦੇਵ ਮਹਾਰਾਜ, ਤੁਹਾਡੇ ਵਿਰੁੱਧ ਸ਼ਿਕਾਇਤ ਆਈ ਹੈ, ਜਿਹੜਾ ਤੁਸੀਂ ਗ੍ਰੰਥ ਲਿਖਿਆ ਉਹਦੇ ਦਰਸ਼ਨ ਕਰਵਾਓ, ਵੇਖਿਓ ਹੁਣ ਸ਼ਹੀਦੀ ਦਾ ਕਾਰਨ ਕੀ ਹੈ। ਪਾਤਸ਼ਾਹ ਨੇ ਭਾਈ ਗੁਰਦਾਸ ਬਾਬਾ ਬੁੱਢਾ ਕੋਈ ਸਿੱਖਾਂ ਨੂੰ ਭੇਜ ਦਿੱਤਾ, ਜਾਓ ਭਾਈ 5 ਸਿੱਖ ਜਾਓ, ਆਦ ਬੀੜ ਦੇ ਦਰਸ਼ਨ ਕਰਵਾਓ, ਸ਼ੰਕੇ ਦੂਰ ਕਰੋ ਅਕਬਰ ਦੇ। ਜਦੋਂ ਗੋਇੰਦਵਾਲ ਸਾਹਿਬ ਆਏ, ਆਦ ਬੀੜ ਦਾ ਏਦਾਂ ਹੀ ਪ੍ਰਕਾਸ਼ ਕਰ ਲਿਆ ਗਿਆ। ਤਾਬਿਆ ਬਾਬਾ ਬੁੱਢਾ ਸਾਹਿਬ ਬੈਠ ਗਏ, ਅਕਬਰ ਸਾਹਮਣੇ ਬੈਠੇ, ਸ਼ਿਕਾਇਤ ਕਰਨ ਵਾਲੇ ਖਲੀਫੇ ਔਲੀਏ ਸਭ ਕੋਲ ਬੈਠੇ ਨੇ, ਦੀਵਾਨ ਚੰਦੂ ਨਾਲ ਬੈਠੇ। ਤੇ ਅਕਬਰ ਬਾਦਸ਼ਾਹ ਨੇ ਕਿਹਾ ਜੀ ਆਪਣੇ ਆਦ ਗ੍ਰੰਥ ਦੀ ਬੀੜ ਵਿੱਚੋਂ ਕੋਈ ਪਾਠ ਪੜ੍ਹ ਕੇ ਸੁਣਾਓ। ਬਾਬਾ ਬੁੱਢਾ ਸਾਹਿਬ ਨੇ ਪ੍ਰਕਾਸ਼ ਕਰਕੇ ਹੁਕਮਨਾਮਾ ਲਿਆ। ਇੱਕ ਬੇਨਤੀ ਮੈਂ ਕਈ ਵਾਰ ਦਰਬਾਰ ਸਾਹਿਬ ਤੋਂ ਵੀ ਕਹੀ, ਸਿੱਖਾਂ ਦੇ ਕਿੰਨੇ ਵੀ ਸਵਾਲ ਹੋਣ, ਤੁਹਾਡੇ ਕਿੰਨੇ ਵੀ ਸ਼ੰਕੇ ਤੇ ਸਵਾਲ ਹੋਣ, ਭਾਵਨਾ ਪ੍ਰੇਮ ਤੇ ਵਿਸ਼ਵਾਸ ਅੰਦਰ ਪੈਦਾ ਹੋ ਜਾਏ, ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਲਿਓ, ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ। ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਬੋਲਦੇ ਨੇ, ਗੁਰੂ ਗ੍ਰੰਥ ਸਾਹਿਬ ਜਾਗਦੀ ਜੋਤ ਹੈ। ਜਦੋਂ ਬੀੜ ਦਾ ਪ੍ਰਕਾਸ਼ ਕਰਕੇ ਬਾਬਾ ਬੁੱਢਾ ਸਾਹਿਬ ਨੇ ਸ਼ਬਦ ਪੜ੍ਹਿਆ, ਪਹਿਲਾ ਸ਼ਬਦ ਤਲੰਗ ਰਾਗ ਵਿੱਚੋਂ ਆਇਆ। ਜਦੋਂ ਪੜ੍ਹਿਆ ਯਕ ਕਰਜ ਗੁਫਤਮ ਪੇਸ ਕੋ ਦਰ ਗੋਸ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ, ਦੁਨੀਆ ਮੁਕਾਮੇ ਫਾਨੀ ਤਹਕੀਕ ਦਿਲਦਾਨੀ, ਮਮ ਸਰਮੂਏ ਅਜ਼ਰਾਇਲ ਗਿਰਫਤੇ ਦਿਲ ਹੇਚ ਨਾਦਾਨੀ। ਇਹ ਅਰਬੀ ਫਾਰਸੀ ਸੀ, ਸਿੱਧੀ ਸਮਝ ਆ ਗਈ ਅਕਬਰ ਨੂੰ। ਅਕਬਰ ਬਾਦਸ਼ਾਹ ਨੇ ਅਦਬ ਨਾਲ ਕਿਹਾ ਜੀ ਇਹਦੇ ਵਿੱਚ ਤਾਂ ਪਰਵਦਗਾਰ ਦੀ ਵਡਿਆਈ ਹੈ, ਅਜਰਾਇਲ ਫਰਿਸ਼ਤੇ ਦੀ ਗੱਲ ਹੈ, ਇਸਲਾਮ ਦੀ ਤੌਹੀਨ ਕਿੱਥੇ ਹੈ। ਸ਼ਿਕਾਇਤ ਕਰਨ ਵਾਲਿਆਂ ਤੇ ਚੰਦੂ ਨੇ ਕਿਹਾ ਜੀ ਜਾਣ ਬੁੱਝ ਕੇ ਇਹ ਹੁਕਮਨਾਮਾ ਕੱਢਿਆ, ਥੋੜੇ ਜਿਹੇ ਅੰਗ ਅੱਗੇ ਕਰਕੇ ਪੜਾਓ। ਅਕਬਰ ਬਾਦਸ਼ਾਹ ਨੇ ਕਿਹਾ ਜੀ ਥੋੜੇ ਜਿਹੇ ਅੰਗ ਅੱਗੇ ਕਰਕੇ ਪੜੋ। ਬਾਬਾ ਬੁੱਢਾ ਸਾਹਿਬ ਨੇ ਥੋੜੇ ਜਿਹੇ ਅੰਗ ਅੱਗੇ ਕੀਤੇ। 974 ਅੰਗ ਦਾ ਆਦ ਬੀੜ ਦਾ ਉਹ ਪਹਿਲਾ ਪ੍ਰਕਾਸ਼ ਗ੍ਰੰਥ। ਜਦੋਂ ਥੋੜੇ ਅੰਗ ਅੱਗੇ ਕੀਤੇ, ਮਾਰੂ ਰਾਗ ਵਿੱਚੋਂ ਸ਼ਬਦ ਆ ਗਿਆ, ਮਾਰੂ ਮਹਲਾ ਪੰਜਵਾ, ਅੱਲਾ ਗਮ ਖੁਦਾਈ ਬੰਦੇ, ਛੋੜ ਖਿਆਲ ਦੁਨੀਆ ਕੇ ਧੰਦੇ, ਹੋਏ ਪੈ ਖਾਕ ਵਖੀਰ ਮੁਸਾਫਰ, ਇਹ ਦਰਵੇਸ਼ ਕਬੂਲ ਦਰਾ। ਜਦੋਂ ਇਹ ਸੁਣਿਆ ਅਕਬਰ ਨੇ ਕਿਹਾ ਖੁਦਾ ਦੇ ਦਰਵੇਸ਼ਾਂ ਦੀ ਵਡਿਆਈ ਹੈ, ਅੱਲਾ ਦੀ ਵਡਿਆਈ ਹੈ, ਤੁਸੀਂ ਕਹਿੰਦੇ ਹੋ ਤੌਹੀਨ ਹੈ, ਤੁਹਾਡੀ ਸ਼ਿਕਾਇਤ ਝੂਠੀ ਹੈ। ਤੇ ਦੀਵਾਨ ਚੰਦੂ ਨੇ ਕਿਹਾ ਜੀ ਇੱਕ ਵਾਰ ਹੋਰ ਥੋੜਾ ਅੱਗੇ ਕਰਕੇ ਪੜਾਓ। ਉਹ ਫਿਰ ਤੀਜੀ ਤੇ ਆਖਰੀ ਵਾਰ ਸੀ। ਅਕਬਰ ਨੂੰ ਉੱਠ ਕੇ ਆਦ ਬੀੜ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਡੰਡੌਤ ਕਰਨੀ ਪਈ। ਜਦੋਂ ਤੀਜਾ ਹੁਕਮਨਾਮਾ ਆਇਆ ਉਦੋਂ ਆਵਾਜ਼ ਆਈ, ਪ੍ਰਭਾਤੀ ਅੱਬਲ ਅੱਲਾ ਨੂਰੂ ਪਾਇਆ, ਕੁਦਰਤ ਕੇ ਸਭ ਬੰਦੇ, ਇੱਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਲੋਗਾ ਭਰਮ ਨਾ ਭੁੱਲੋ ਪਾਈ,
खालक खलक खलक मैं खालक पूर रहो सरब ठाई। अकबर ने मत्था टेकिया, शिकायत खारज कर दी। भाई गुरदास साहब नूं कहा, मेरे वलों गुरु अर्जन दे महाराज तो माफ़ी मंगियो, क्योंकि मैं एक राजा हाँ, मैनू शिकायत सुननी पैंदी है। गुरु अर्जन दे महाराज तो मेरे वलों माफ़ी मंग लियो। साध संगत ये गल कट्टड़पंथियां नूं हुण जरी नहीं गई। उन्हां दे अंदर ये चीज़ आई हो जिहड़ी गल हिंदुआं नूं इस गल दा चंदू वर्गियां नूं गम सी कि जिहड़ी गल बनारस विच खत्म होनी चाहिदी सी, वो गुरु अर्जन देव महाराज ने आद बीड़ विच लिया के अरशां ते पहुंचा दित्ती। जिहड़ी गल कंछी विच ही मुक जानी चाहिदी सी, वो गुरु अर्जन देव महाराज ने इन्नी उच्ची क्यों कर दित्ती? क्यों साध संगत, जिहड़ी गल बाबे कबीर जुलाहे ने बनारस विच कही सी कि तुम कत ब्राह्मण हम कत सूद, हम कत लहू तुम कत दूध, ये गल तो उत्थे खत्म होनी चाहिदी सी, पर गुरु अर्जन देव महाराज ने आद बीड़ विच ले आंदी। ये तां जुगो जुग अटल हो गई। जिहड़ी गल रविदास ने कही सी, नागर जना मेरी जात विख्यात चमारंग, सुरसरी सलल कृत बार उन्नी रे संत जन करत नहीं पानंग, ये गल ते कंछी विच मुकनी चाहिदी सी, पर गुरु अर्जन देव महाराज ने इन्ना उच्ची थां दे दित्ती। साध संगत वो सड़बड़ गए। ईरखा करन वालियां ने फिर चाल चली, अकबर बादशाह नूं राह विचों हटाया जावे। अकबर बादशाह की जगह उत्ते बादशाह कोई होर चाहिए जिहड़ा साडे मुताबक काम करे। इन्ना धर्मां दा सत्कार करन वाला नहीं, पक्षपात करन वाला चाहिए। उदों फिर साध संगत इस्लाम दा एक खलीफा होया शेख फरीद बुखारी। जदों अहमद शेख फरीद बुखारी दिल्ली पहुंचा, अकबर ने उहदा बड़ा सत्कार किया। वह खलीफा सी, उहदा अदब होना सी। हज़ारां लोग उहदे चेले सन। अकबर ने अदब सत्कार किया, दावत दी, खाना खिलाया। उदों फिर अहमद शेख फरीद बुखारी ने यह गल कही, अकबर बादशाह मैं एक बंदा तेरे कोल नौकरी ते रखवाउणा है। उन्हें कहा महाराज एक छड्डो भावें दो रखाओ। अकबर सत्कार करदा सी। उन्हें कहा नहीं बंदा एक ही रखवाउणा है, पर उन्होंने ओहदा उच्चा दे, मैं कोई बहुत सियाणा बंदा तेरे कोल नौकरी ते रखाना है। अकबर बादशाह ने कहा मैं उन्होंने सीधा मंत्री का ओहदा दवांगा। फिर अहमद शेख फरीद बुखारी ने साध संगत एक बंदा लिया के दिल्ली दरबार विच मंत्री बनवाया। ओहदा नाम सी, तुसीं बाद विच उहनूं मुर्तज़ा खान, फिर लाहौर का नवाब वो बनया। उहनूं इतिहास के अंदर लिखिया होया शेख अहमद सरहंदी। जिहड़ा अहमद सरहंदी सी ना, ये सरहंद दे रहन वाला सी। इहदा दिमाग बहुत सी। ये शेख फरीद बुखारी का वड्डा चेला सी। इहनूं बुखारी ने रखा दिता दरबार विच। जदों मंत्री बन गया, नाल ही शेख फरीद बुखारी ने यह गल कही, अहमद सरहंदी हुण 2 महीने विच मेरा कम होना चाहिए। उन्होंने कहा जी बिल्कुल हो जाएगा। उस मंत्री ने, अहमद सरहंदी ने पहला रसोईए बदल दिते। अकबर दे रसोईए बदल के अपनी मर्जी के रसोईए लाए। उन्हां रसोईयां दे कोलों रोज़ अकबर दे खाने में जहर पवानी शुरू की। स्लो पॉइजन दे के सहजे सहजे अकबर बादशाह दे फेफड़े गाल दिते। उन्होंने 2 महीनों में मंजे ते पा दिता। अकबर बीमार पै गया, मंजे ते पै गया, दमे का शिकायती हो गया। उहदे फेफड़े गल गए अंदरों जहर नाल। वैद भी मंत्रियों के अपने रखे हुए सन। कोई दवाई दारू कम ना दी, इस तरह की दवाई ना दी जिहदे नाल ठीक होवे। फिर सुनिया कलिया हुण अकबर सख्त बीमार रहन लग पे। हुण की हुक्म है? शेख फरीद बुखारी फिर चल के दिल्ली पहुंचा। इन्हें फिर अकबर के 3 पुत्रां विचों एक पुत्र की चोण की, जिहदा नाम सी शहजादा सलीम। अत दा नशई बशई कबाबी ते शराबी। उन्होंने अहमद सरहंदी ने सद के कहा तैनू राजा बना दईए, तैनू हिंदुस्तान का बादशाह बना दईए, पर शर्त एक है जो असी कवांगे काम वो करना पैना। उन्हें कहा मेरे बाप ने मैनू राजगद्दी नहीं देनी, जे तुसी बना दो तो मैं फिर जो तुसी कहोगे वो करांगा। इहदा भी साध संगत पिछोकड़ है। अकबर बादशाह की एक बेगम है जोधा बाई। अकबर बादशाह की दूजी एक बेगम है जिन्हों ब्याह के लिया सी लुकैया बेगम। लुकैया बेगम दे औलाद नहीं हुई। जोधा बाई दे शहजादा सलीम होया।
ਲੋਕਈਆ ਬੇਗਮ ਨੇ ਜੋਧਾ ਬਾਈ ਤੋਂ ਉਹ ਗੋਦ ਲੈ ਲਿਆ ਜੀ, ਪਾਲਾਂਗੀ ਮੈਂ, ਪੁੱਤਰ ਤੁਹਾਡਾ। ਉਹ ਰਾਣੀ ਨੇ ਵਿਸ਼ਵਾਸ ਕਰਕੇ ਉਹਨੂੰ ਦੇ ਦਿੱਤਾ, ਪਰ ਦਿਲ ਦੇ ਅੰਦਰ ਈਰਖਾ ਸੀ। ਉਹਨੇ ਪੁੱਤਰ ਉਹਦਾ ਲੈ ਕੇ ਆਪਣੀ ਗੋਦ ਵਿੱਚ ਉਹਨੂੰ ਰੋਜ਼ ਜਿਵੇਂ ਜਿਵੇਂ ਵੱਡਾ ਹੋਇਆ ਨਸ਼ਾ ਦੇਣ ਲੱਗ ਪਈ। ਜਵਾਨੀ ਤੱਕ ਜਾਂਦਿਆਂ ਉਹਨੂੰ ਨਸ਼ਈ ਕਰ ਦਿੱਤਾ, ਉਹਨੂੰ ਬੇਪਰਵਾਹ ਤੇ ਨਸ਼ੇ ਤੇ ਲਾ ਦਿੱਤਾ। ਉਹ ਸ਼ਹਿਜ਼ਾਦਾ ਸਲੀਮ ਪੱਕਾ ਨਸ਼ਈ ਹੋ ਗਿਆ। ਸਾਧ ਸੰਗਤ, ਅੱਜ ਸ਼ੇਖ ਫਰੀਦ ਬੁਖਾਰੀ ਤੇ ਅਹਿਮਦ ਸਰਹੰਦੀ ਨੇ, ਸ਼ੇਖ ਅਹਿਮਦ ਸਰਹੰਦੀ ਨੇ ਕਿਹਾ ਸ਼ਹਿਜ਼ਾਦਾ ਸਲੀਮ ਅਸੀਂ ਤੈਨੂੰ ਬਾਦਸ਼ਾਹ ਬਣਾਵਾਂਗੇ, ਪਰ ਸ਼ਰਤ ਇਹ ਹੈ ਜੋ ਅਸੀਂ ਕਵਾਂਗੇ ਉਹ ਕਰਨਾ ਪੈਣਾ। ਫਿਰ ਜਦੋਂ ਉਹ ਮੰਨ ਗਿਆ, ਅੱਧੀ ਰਾਤ ਨੂੰ ਅਕਬਰ ਬਾਦਸ਼ਾਹ ਨੂੰ ਜ਼ਹਿਰ ਦਿੱਤੀ। ਰਾਤ ਨੂੰ ਉਹਨੂੰ ਮਾਰਨ ਤੋਂ ਬਾਅਦ ਸਵੇਰੇ ਦਿਨ ਚੜ੍ਹਦਿਆਂ ਤਖਤ ਤੇ ਸ਼ਹਿਜ਼ਾਦਾ ਸਲੀਮ ਬਿਠਾ ਦਿੱਤਾ। ਉਹਨੇ ਫਿਰ ਨਾਮ ਰੱਖਿਆ ਸ਼ਹਿਜ਼ਾਦਾ ਸਲੀਮ ਉਰਫ ਜਹਾਂਗੀਰ। ਉਹ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ ਜਹਾਂਗੀਰ। ਸਾਧ ਸੰਗਤ, 27 ਨਵੰਬਰ ਸਨ 1605 ਈਸਵੀ ਨੂੰ ਅਕਬਰ ਦੀ ਮੌਤ ਹੋਈ। 28 ਨਵੰਬਰ ਨੂੰ ਸਵੇਰੇ ਜਹਾਂਗੀਰ ਬਾਦਸ਼ਾਹ ਦੀ ਤਾਜਪੋਸ਼ੀ ਹੋਈ ਔਰ 6 ਮਹੀਨੇ 23 ਦਿਨ ਅਜੇ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ ਹੋਇਆ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਉੱਤੇ ਹਸਤਾਖਰ ਕਰ ਦਿੱਤੇ, ਉਹਨੇ ਸ਼ਹਾਦਤ ਦਾ ਹੁਕਮ ਦੇ ਦਿੱਤਾ। 6 ਮਹੀਨਿਆਂ ਵਿੱਚ ਉਹਦਾ ਕੀ ਗੁਰੂ ਅਰਜਨ ਦੇਵ ਮਹਾਰਾਜ ਨਾਲ ਬੈਰ ਸੀ? 6 ਮਹੀਨਿਆਂ 'ਚ ਤਾਂ ਬੰਦੇ ਨੂੰ ਇਹ ਨਹੀਂ ਪਤਾ ਲੱਗਦਾ ਰਾਜ ਕਿਵੇਂ ਕਰਨਾ, ਕਾਨੂੰਨ ਕੀ ਹੈ, ਪਰਜਾ ਨਾਲ ਕਿਵੇਂ ਵਿਚਰਨਾ। ਇਹ ਸਭ ਕੁਝ ਪਹਿਲਾਂ ਹੀ ਤਿਆਰ ਸੀ। ਅਸੀਂ ਤੈਨੂੰ ਬਾਦਸ਼ਾਹ ਬਣਾਵਾਂਗੇ, ਜੋ ਅਸੀਂ ਕਵਾਂਗੇ ਉਹ ਕਰਨਾ। ਸ਼ੇਖ ਫਰੀਦ ਬੁਖਾਰੀ, ਅਹਿਮਦ ਸਰਹੰਦੀ, ਦੀਵਾਨ ਚੰਦੂ, ਇਹਨਾਂ ਦੀ ਸਾਜ਼ਿਸ਼ ਸੀ ਇਹਨੂੰ ਤਖਤ ਤੇ ਬਿਠਾ ਕੇ ਪਹਿਲਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸ਼ਹੀਦ ਕਰਾਉਣਾ। ਸਾਧ ਸੰਗਤ, ਇਹ ਸਦੀਆਂ ਪਹਿਲਾਂ ਹੀ ਨਹੀਂ ਹੁੰਦਾ ਰਿਹਾ, ਅੱਜ ਵੀ ਹੁੰਦਾ ਹੈ। ਅੱਜ ਵੀ ਤੁਹਾਡੇ ਸਾਹਮਣੇ ਇਤਿਹਾਸ ਤੁਸੀਂ ਉਹ ਵੇਖ ਰਹੇ ਹੋ ਸਾਰਾ ਕੁਝ। ਇਹ ਸਦੀਆਂ ਪਹਿਲਾਂ ਨਹੀਂ, ਅੱਜ ਵੀ ਹੁੰਦਾ ਹੈ। ਅਯੋਗ ਬੰਦਿਆਂ ਨੂੰ ਗੱਦੀਆਂ ਤੇ ਬਿਠਾ ਕੇ ਪਰਤ ਕੇ ਬਿਠਾਉਣ ਵਾਲੇ ਬੰਦੇ ਆਪਣੀ ਮਰਜ਼ੀ ਨਾਲ ਕੰਮ ਕਰਾਉਂਦੇ ਨੇ। ਉਹ ਗੱਦੀਆਂ ਤੇ ਬਹਿਣ ਵਾਲਾ ਚਿਹਰਾ ਦਿਸਦਾ ਹੈ, ਪਿੱਛੇ ਕੰਮ ਕਰਨ ਵਾਲੇ ਹੋਰ ਹੁੰਦੇ ਨੇ ਜਿਨ੍ਹਾਂ ਨੇ ਬਿਠਾਇਆ ਉਹ ਆਪਣੀ। ਇੱਕ ਦਿਨ ਅੱਗੇ ਵੀ ਕਥਾ ਵਿੱਚ ਕਿਹਾ, ਦੂਜੀਆਂ ਕੰਟਰੀਆਂ ਦਾ ਐਨਾਲਿਸਿਸ ਕਰਕੇ ਵੇਖੋ, ਕੋਈ ਦੇਸ਼ ਆਪਣੇ ਦੇਸ਼ ਦਾ ਪ੍ਰਾਈਮ ਮਿਨਿਸਟਰ ਬਣਾਉਂਦਾ ਹੈ, ਇਹ ਬੰਦਾ ਸਾਇੰਟਿਸਟ ਹੈ, ਇਹਨੂੰ ਪ੍ਰਾਈਮ ਮਿਨਿਸਟਰ ਬਣਾ ਦਿਓ। ਇਹ ਬੰਦਾ ਬਹੁਤ ਵੱਡਾ ਫਿਲਾਸਫਰ ਹੈ। ਅਮਰੀਕਾ ਨੇ ਡੋਨਾਲਡ ਟਰੰਪ ਨੂੰ ਅਮਰੀਕਾ ਦਾ USA ਦਾ ਰਾਸ਼ਟਰਪਤੀ ਬਣਾਇਆ, ਪਤਾ ਕਾਹਦੇ ਵਾਸਤੇ? ਉਹ ਪਿਛਲੇ 40 ਸਾਲਾਂ ਤੋਂ ਬਹੁਤ ਵੱਡਾ ਫਿਲਾਸਫਰ ਹੈ। ਅੱਜ ਤੋਂ 30 ਵਰ੍ਹੇ ਪਹਿਲਾਂ ਹਿੰਦੁਸਤਾਨ ਵਿੱਚ ਉਹਦੀਆਂ ਕਿਤਾਬਾਂ ਪੜ੍ਹਾਈਆਂ ਜਾਂਦੀਆਂ ਸੀ। ਅੱਜ ਤੋਂ 30 ਸਾਲ ਪਹਿਲਾਂ ਹਿੰਦੁਸਤਾਨ ਵਿੱਚ ਡੋਨਾਲਡ ਟਰੰਪ ਦੀਆਂ ਲਿਖਤਾਂ, ਉਹਦੀ ਫਿਲਾਸਫੀ ਕਾਲਜਾਂ ਵਿੱਚ ਪੜ੍ਹਾਈ ਜਾਂਦੀ ਸੀ। ਉਹਨਾਂ ਕਿਹਾ ਐਡਾ ਵੱਡਾ ਫਿਲਾਸਫਰ ਹੈ, ਦੂਜੀਆਂ ਕੰਟਰੀਆਂ ਵਿੱਚ ਇਹਦੇ ਲੇਖ ਪੜ੍ਹਾਏ ਜਾਂਦੇ ਨੇ, ਇਹਨੂੰ ਅਮਰੀਕਾ ਦਾ ਪ੍ਰਾਈਮ ਮਿਨਿਸਟਰ ਲਾ ਦਿਓ, ਉਹਨੂੰ ਰਾਸ਼ਟਰਪਤੀ ਬਣਾ ਦਿਓ। ਉਹ ਤਾਂ ਬਣਾਉਂਦੇ ਨੇ, ਐਡਾ ਵੱਡਾ ਫਿਲਾਸਫਰ ਹੈ। ਕਿਸੇ ਦੇਸ਼ ਨੇ ਕਿਹਾ ਇੰਜੀਨੀਅਰ ਬਹੁਤ ਵੱਡਾ ਹੈ, ਇਹਨੂੰ PM ਬਣਾਉਣਾ ਚਾਹੀਦਾ, ਇਹਨੂੰ ਪ੍ਰਾਈਮ ਮਿਨਿਸਟਰ ਬਣਾਉਣਾ ਚਾਹੀਦਾ। ਆਹ ਬੰਦਾ ਸਾਇੰਟਿਸਟ ਹੈ, ਇਹਨੂੰ ਪ੍ਰਾਈਮ ਮਿਨਿਸਟਰ ਬਣਾਉਣਾ ਚਾਹੀਦਾ। ਤੁਹਾਡੇ ਗਵਾਂਢੀ ਮੁਲਕ ਨੇ, ਉਹਨਾਂ ਕਿਹਾ ਦੇਸ਼ ਦੀ ਸ਼ਾਨ ਵਧਾਈ ਹੈ, ਦੇਸ਼ ਵਾਸਤੇ ਕੱਪ ਜਿੱਤ ਕੇ ਲਿਆਇਆ, ਇਸ ਬੰਦੇ ਨੂੰ ਪ੍ਰਾਈਮ ਮਿਨਿਸਟਰ ਬਣਾਉਣਾ ਚਾਹੀਦਾ। ਪਰ ਆਪਣੀ ਹਾਲਤ ਵੇਖੋ, ਉਧਰ ਕੱਪ ਜਿੱਤਣ ਵਾਲਿਆਂ ਨੂੰ ਬਣਾਉਂਦੇ ਨੇ, ਇੱਥੇ ਕੱਪ ਧੋਣ ਵਾਲਿਆਂ ਨੂੰ ਵੀ ਬਣਾ ਦਿੰਦੇ ਨੇ। ਪਰ ਉਹਦੇ ਬਣਾਉਣ ਦੇ ਪਿੱਛੇ ਸਾਜ਼ਿਸ਼ ਪਤਾ ਕੀ ਹੈ? ਬਣਾਵਾਂਗੇ ਅਸੀਂ, ਤੁਸੀਂ ਅਯੋਗ ਹੋ, ਪਰ ਜੋ ਅਸੀਂ ਕਵਾਂਗੇ ਕੰਮ ਉਹ ਕਰਨਾ ਪੈਣਾ। ਸਾਧ ਸੰਗਤ, ਤਾਂ ਇਹ ਦੇਸ਼ ਦੇ ਹਾਲਾਤ ਇਸ ਤਰ੍ਹਾਂ ਦੇ ਬਣਦੇ ਨੇ। ਬਿਠਾਉਣ ਵਾਲੇ ਹੁਣ ਆਪਣੀ ਮਰਜ਼ੀ ਨਾਲ ਕੰਮ ਕਰਾ ਰਹੇ ਨੇ। ਤੁਹਾਡੇ ਸਾਹਮਣੇ ਕਿੰਨੇ ਮਹੀਨਿਆਂ ਤੋਂ ਸੰਘਰਸ਼ ਚੱਲ ਰਿਹਾ। ਹਿੰਦੁਸਤਾਨ ਦਾ ਬਾਦਸ਼ਾਹ ਜਹਾਂਗੀਰ ਲਾ ਦਿੱਤਾ, ਉਹ ਅਯੋਗ ਸੀ, ਉਹਨੂੰ ਸਿਵਾਏ ਨਸ਼ੇ ਸ਼ਰਾਬ ਕਬਾਬ ਤੋਂ ਹੋਰ ਕੁਝ ਨਹੀਂ ਸੀ ਚਾਹੀਦਾ। ਸਾਧ ਸੰਗਤ, ਉਸੇ ਵਕਤ ਸ਼ੇਖ ਅਹਿਮਦ ਸਰਹੰਦੀ ਦਿੱਲੀ ਤੋਂ ਨਵਾਬ ਬਣ ਕੇ ਲਾਹੌਰ ਦਾ ਆਉਂਦਾ ਹੈ। ਉਹਨੇ ਆਪਣਾ ਨਾਮ ਰੱਖਿਆ ਮੁਰਤਜ਼ਾ ਖਾਨ ਤੇ ਉਹ ਲਾਹੌਰ ਦਾ ਸੂਬੇਦਾਰ ਬਣਿਆ। ਕਿਉਂਕਿ ਅੰਮ੍ਰਿਤਸਰ ਲਾਹੌਰ ਦੇ ਅਧੀਨ ਪੈਂਦਾ ਸੀ, ਇਸ ਲਈ ਉਹ ਲਾਹੌਰ ਦਾ ਸੂਬੇਦਾਰ ਬਣਿਆ। 6 ਮਹੀਨਿਆਂ ਵਿੱਚ ਉਹਨੇ ਗੁਰੂ ਅਰਜਨ ਦੇਵ ਮਹਾਰਾਜ ਦੇ ਵਿਰੁੱਧ ਆਪੇ ਹੀ ਸ਼ਿਕਾਇਤਾਂ ਲੈ ਕੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਤਲਬ ਕਰ ਲਿਆ। ਪਾਤਸ਼ਾਹ ਨੂੰ ਪਤਾ ਸੀ ਭਾਈ ਇਹਨਾਂ ਸਾਨੂੰ ਸ਼ਹੀਦ ਕਰਨਾ, ਜਿਹੜੀਆਂ ਸ਼ਰਤਾਂ ਰੱਖਣੀਆਂ ਉਹ ਮੰਨਣ ਦੇ ਯੋਗ ਨਹੀਂ, ਸਾਨੂੰ ਸ਼ਹੀਦੀ ਦੇਣੀ ਪੈਣੀ ਹੈ। ਇਸੇ ਲਈ ਗੁਰੂ ਅਰਜਨ ਦੇਵ ਮਹਾਰਾਜ ਨੇ 11 ਸਾਲ ਦੀ ਉਮਰ ਵਿੱਚ ਆਪਣੇ ਪੁੱਤਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਦੇ ਦਿੱਤੀ। ਪਾਤਸ਼ਾਹ ਸ਼ਹੀਦੀ ਦੇਣ ਲਈ ਲਾਹੌਰ ਚਲੇ ਗਏ ਤੇ ਲਾਹੌਰ ਦਰਬਾਰ ਵਿੱਚ ਜਹਾਂਗੀਰ ਬਾਦਸ਼ਾਹ ਵੀ ਪਹੁੰਚ ਗਿਆ, ਕਿਉਂਕਿ ਉਹਦੇ ਹਸਤਾਖਰ ਹੋਣੇ ਸੀ ਸ਼ਹਾਦਤ ਦੇ ਕਾਗਜ਼ ਤੇ। ਸ਼ਹੀਦ ਕਰਨ ਵਾਸਤੇ ਬਾਦਸ਼ਾਹ ਦਾ ਹੁਕਮ ਚਾਹੀਦਾ ਸੀ।
ਜਦੋਂ ਲਾਹੌਰ ਪਹੁੰਚਿਆ ਤਾਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਸਾਹਮਣੇ 3 ਸ਼ਰਤਾਂ ਰੱਖੀਆਂ। ਮੰਨ ਜਾਓ ਤਾਂ ਹੁਣੇ ਹੀ ਛੱਡ ਦਿੰਨੇ ਆ, ਨਹੀਂ ਮੰਨੋਗੇ ਤੇ ਪਾਤਸ਼ਾਹ ਫਿਰ ਮਜਬੂਰਨ ਸਾਨੂੰ ਤੁਹਾਨੂੰ ਮਾਰਨ ਦੇ ਹੁਕਮ ਦੇਣੇ ਪੈਣਗੇ, ਯਾਸਾ ਦੇ ਅਧੀਨ ਤੁਹਾਨੂੰ ਮਾਰਨਾ ਪਏਗਾ। ਆ 3 ਸ਼ਰਤਾਂ ਮੰਨ ਲਓ, ਕੋਈ ਅਪੀਲ ਕੋਈ ਦਲੀਲ ਨਹੀਂ, ਸਿੱਧੀ ਸ਼ਰਤ। ਪਹਿਲੀ ਸ਼ਰਤ ਰੱਖੀ, ਸੁਣਿਆ ਤੁਸੀਂ ਕੋਈ ਆਦਿ ਗੁਰੂ ਗ੍ਰੰਥ ਸਾਹਿਬ ਦਾ ਵੀੜ ਸਰੂਪ ਤਿਆਰ ਕੀਤਾ। ਇਹ ਤਾਂ ਗੱਲ ਅਕਬਰ ਦੇ ਵੇਲੇ ਨਿਬੜ ਚੁੱਕੀ ਸੀ, ਪਰ ਉਹ ਮੁੱਦਾ ਫਿਰ ਚੁੱਕਿਆ ਗਿਆ। ਸੁਣਿਆ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਵੀੜ ਤਿਆਰ ਕੀਤੀ ਹੈ, ਸਾਡੀ ਮਰਜ਼ੀ ਦੇ ਥੋੜੇ ਜਿਹੇ ਸ਼ਬਦ ਉਹਦੇ ਵਿੱਚ ਪਾ ਦਿਓ, ਸਾਡੀ ਮਰਜ਼ੀ ਦੇ ਕੁਝ ਸ਼ਬਦ ਪਾ ਦਿਓ। ਗੁਰੂ ਅਰਜਨ ਦੇਵ ਮਹਾਰਾਜ ਨੇ ਜਵਾਬ ਦਿੱਤਾ, ਭਾਈ ਉਹ ਸਾਡਾ ਗ੍ਰੰਥ ਨਹੀਂ ਹੈ, ਭਾਈ ਉਹ ਸਾਡੀ ਬਾਣੀ ਨਹੀਂ ਹੈ। ਬਾਦਸ਼ਾਹ ਜਹਾਂਗੀਰ, ਉਹ ਬਾਣੀ ਸਾਡੀ ਨਹੀਂ, ਉਹ ਤਾਂ ਜੈਸੀ ਮੈਂ ਆਵੇ ਖਸਮ ਕੀ ਬਾਣੀ ਹੈ। ਉਹ ਬਾਣੀ ਸਾਡੀ ਕਿਸੇ ਸਰੀਰ ਦੀ ਨਹੀਂ, ਉਹ ਤਾਂ ਹੋਂ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਹੈ। ਉਹ ਬਾਣੀ ਸਾਡੀ ਨਹੀਂ, ਉਹ ਤਾਂ ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਉਹ ਤਾਂ ਬਾਣੀ ਬ੍ਰਹਮ ਗਿਆਨ ਹੈ, ਉਹ ਸਾਡੀ ਨਹੀਂ ਹੈ। ਉਹਦੇ ਵਿੱਚ ਕਿਸੇ ਬੰਦੇ ਦਾ ਸ਼ਬਦ ਨਹੀਂ ਪਾਇਆ ਜਾ ਸਕਦਾ, ਭਾਵ ਕਿਸੇ ਦੀ ਮਰਜ਼ੀ ਦਾ ਕੋਈ ਸ਼ਬਦ ਨਹੀਂ ਪੈ ਸਕਦਾ। ਜਹਾਂਗੀਰ ਨੇ ਕਿਹਾ ਦੂਜੀ ਸ਼ਰਤ, ਦੀਵਾਨ ਚੰਦੂ ਸਾਡਾ ਵਫਾਦਾਰ ਹੈ, ਇਹਦੀ ਲੜਕੀ ਦਾ ਰਿਸ਼ਤਾ ਤੁਸੀਂ ਨਾ ਕਰ ਦਿੱਤੀ ਹੈ, ਇਹਦੀ ਲੜਕੀ ਦਾ ਰਿਸ਼ਤਾ ਆਪਣੇ ਪੁੱਤਰ ਵਾਸਤੇ ਲਓ। ਤੇ ਤੀਜੀ ਸ਼ਰਤ, ਤੁਹਾਡੇ ਘਰ ਵਿੱਚ ਪੈਸਾ ਬੜਾ ਚੜ੍ਹਦਾ, ਤੁਸੀਂ ਕਦੇ ਟੈਕਸ ਨਹੀਂ ਭਰਦੇ, ਸਰਕਾਰ ਨੂੰ 1 ਲੱਖ ਰੁਪਈਆ ਹਰਜਾਨਾ 1 ਸਾਲ ਟੈਕਸ ਭਰੋ। ਇਹ 3 ਸ਼ਰਤਾਂ ਮੰਨ ਲਓ। ਪਹਿਲੀ ਸ਼ਰਤ ਦਾ ਹਜ਼ੂਰ ਨੇ ਜਵਾਬ ਦੇ ਦਿੱਤਾ, ਤੇ ਦੂਜੀਆਂ 2 ਸ਼ਰਤਾਂ ਦਾ ਜਵਾਬ ਸੁਣਿਓ। ਪਾਤਸ਼ਾਹ ਨੇ ਕਿਹਾ ਟੈਕਸ ਭਰਨ ਦੀ ਗੱਲ ਹੈ ਜਹਾਂਗੀਰ, ਟੈਕਸ ਭਰਿਆ ਨਹੀਂ ਜਾ ਸਕਦਾ। ਉਹਨੇ ਕਿਹਾ ਮਹਾਰਾਜ ਕਿਉਂ, ਇੰਨਾ ਪੈਸਾ ਚੜ੍ਹਦਾ, ਤੁਸੀਂ ਸ਼੍ਰੀ ਤਰਨ ਤਾਰਨ ਸਾਹਿਬ ਵਸਾਇਆ, ਤੁਸੀਂ ਸ਼੍ਰੀ ਹਰਮੰਦਰ ਸਾਹਿਬ ਬਣਾਇਆ, ਤੁਹਾਡੇ ਕੋਲ ਪੈਸਾ ਚੜ੍ਹਦਾ। ਤੇ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਇਹ ਮੇਰੇ ਕਿਰਤੀ ਸਿੱਖਾਂ ਦੀ 10 ਨੋਹਾਂ ਦੀ ਕਿਰਤ ਕਮਾਈ ਹੈ, ਇਹਦੇ ਵਿੱਚੋਂ ਭੁੱਖੇ ਨੂੰ ਲੰਗਰ ਮਿਲ ਸਕਦਾ ਹੈ, ਲੰਗਰ ਚਲਾਏ ਜਾ ਸਕਦੇ ਨੇ, ਕਿਸੇ ਤਨ ਤੋਂ ਨੰਗੇ ਨੂੰ ਕੱਪੜਾ ਦਿੱਤਾ ਜਾ ਸਕਦਾ ਹੈ, ਇਹ ਚੋਂ ਦਵਾਈਆਂ ਭੋਜਨ ਦਿੱਤਾ ਜਾ ਸਕਦਾ ਹੈ, ਕਿਸੇ ਰੋਗੀ ਲਈ ਦਵਾਈ ਦਿੱਤੀ ਜਾ ਸਕਦੀ ਹੈ। ਪਰ ਜਹਾਂਗੀਰ 10 ਨੋਹਾਂ ਦੀ ਕਿਰਤ ਦੇ ਦਸਵੰਧ ਵਿੱਚੋਂ ਟੈਕਸ ਨਹੀਂ ਦਿੱਤਾ ਜਾ ਸਕਦਾ। ਸਾਧ ਸੰਗਤ ਅੱਜ ਤੱਕ ਵੇਖਿਓ ਸ਼ਹਾਦਤਾਂ ਨਾਲ ਫਿਰ ਕਾਨੂੰਨ ਬਣਦੇ ਨੇ। ਜਦੋਂ ਕੋਈ ਦੁਨੀਆ ਵਿੱਚ ਸ਼ਹਾਦਤ ਦਿੰਦਾ ਤਾਂ ਉਹ ਦੁਨੀਆ ਵਿੱਚ ਚੀਜ਼ ਪੱਕੀ ਹੁੰਦੀ ਹੈ। ਅੱਜ ਝੂਠੇ ਕਾਨੂੰਨ ਰੱਦ ਕਰਾਉਣ ਵਾਸਤੇ ਵੀ ਕਿਸਾਨਾਂ ਨੂੰ ਸ਼ਹਾਦਤ ਦੇਣੀ ਪੈ ਰਹੀ ਹੈ। ਬਿਨਾਂ ਸ਼ਹਾਦਤਾਂ ਤੋਂ ਗੱਲ ਬਣਦੀ ਨਹੀਂ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਸੱਚ ਤੇ ਰਹਿ ਕੇ ਸ਼ਹਾਦਤ ਦਿੱਤੀ। ਅੱਜ ਤੱਕ ਕਾਨੂੰਨ ਹੈ, ਗੁਰਦੁਆਰੇ ਦੀ ਗੁੱਲ ਕੁੱਤੇ ਟੈਕਸ ਨਹੀਂ। ਕੱਲਾ ਗੁਰਦੁਆਰੇ ਨੂੰ ਛੱਡੋ, ਕਿਸੇ ਦੇ ਮੰਦਰ ਦੇ ਵੀ ਗੋਲ ਕੁੱਤੇ ਕੋਈ ਟੈਕਸ ਨਹੀਂ ਹੈ। ਮੰਦਰ ਦੀ ਗੋਲਕ ਹੋਵੇ ਕੋਈ ਟੈਕਸ ਨਹੀਂ। ਅਰਬਾਂ ਖਰਬਾਂ ਦਾ ਸੋਨਾ ਸ਼ਿਰੜੀ ਮੰਦਰ ਵਿੱਚ ਪਿਆ ਸਾਈਂ ਬਾਬੇ, ਕੋਈ ਟੈਕਸ ਨਹੀਂ ਸਾਧ ਸੰਗਤ, ਕਿਉਂਕਿ ਸ਼ਹਾਦਤਾਂ ਨਾਲ ਕਾਨੂੰਨ ਬਣਿਆ। ਗੁਰਦੁਆਰੇ ਉੱਤੇ ਕੋਈ ਟੈਕਸ ਨਹੀਂ, ਕਿਰਸਾਨੀ ਉੱਤੇ ਕੋਈ ਟੈਕਸ ਨਹੀਂ। ਇਹ ਮੇਰੇ ਸਤਿਗੁਰ ਨੇ ਸ਼ਹਾਦਤਾਂ ਦੇ ਕੇ ਕਾਨੂੰਨ ਬਣਾਇਆ। ਪਾਤਸ਼ਾਹ ਨੇ ਕਿਹਾ 10 ਨੋਹਾਂ ਦੀ ਕਿਰਤ ਉੱਤੇ ਟੈਕਸ ਨਹੀਂ ਲੱਗ ਸਕਦਾ, ਇਹ ਦਸਵੰਧ ਹੈ, ਦਸਵੰਧ ਦੇ ਪੈਸੇ ਉੱਤੇ ਕੋਈ ਟੈਕਸ ਨਹੀਂ ਦੇਣਾ। ਤੀਜੀ ਗੱਲ, ਦੀਵਾਨ ਚੰਦੂ ਦੀ ਲੜਕੀ ਦਾ ਰਿਸ਼ਤਾ ਲੈਣਾ। ਪਾਤਸ਼ਾਹ ਨੇ ਕਿਹਾ ਦੀਵਾਨ ਚੰਦੂ ਸਾਹਮਣੇ ਬੈਠਾ ਹੈ, ਚੰਦੂ ਤੂੰ ਹੰਕਾਰ ਵਿੱਚ ਗੁਰੂ ਦੇ ਘਰ ਨੂੰ ਨੀਵਾਂ ਕਿਹਾ, ਇਸ ਲਈ ਤੇਰੇ ਨਾਲੋਂ ਰਿਸ਼ਤਾ ਤੋੜਿਆ। ਰਹੀ ਗੱਲ ਤੇਰੀ ਬੱਚੀ ਦੀ, ਪਾਤਸ਼ਾਹ ਨੇ ਕਿਹਾ ਤੇਰੀ ਧੀ ਸਾਡੀ ਧੀ ਹੈ, ਤੇਰੀ ਧੀ ਵਿੱਚ ਕੋਈ ਦੋਸ਼ ਨਹੀਂ, ਪਰ ਤੇਰੇ ਹੰਕਾਰ ਕਰਕੇ ਅਸੀਂ ਰਿਸ਼ਤਾ ਨਹੀਂ ਲੈਣਾ। ਕਿੰਨੀ ਵੱਡੀ ਗੱਲ ਹੈ, ਜ਼ਿੰਦਗੀ 'ਚ ਤੁਹਾਡੇ ਕੰਮ ਆਏਗੀ। ਕਿਸੇ ਨਾਲ ਕਿੰਨਾ ਵੀ ਤੁਹਾਡਾ ਜਾਨੀ ਵੈਰ ਹੋਵੇ, ਕਿਉਂ ਦੁਨੀਆ ਵਿੱਚ ਰਹਿੰਦੇ ਕਈ ਵਾਰ ਵੈਰ ਵਿਰੋਧ ਚੱਲਦਾ ਹੈ, ਪਰ ਗੁਰਸਿੱਖੀ ਦੇ ਨਾਤੇ ਯਾਦ ਰੱਖਿਓ, ਕਿੰਨਾ ਵੀ ਕਿਸੇ ਨਾਲ ਜਾਨੀ ਵੈਰ ਹੋਵੇ, ਕਿਸੇ ਬੰਦੇ ਦਾ ਵੈਰ ਕਦੇ ਉਹਦੇ ਬੱਚਿਆਂ 'ਚ ਉਹਦੀ ਧੀ ਵਿੱਚੋਂ ਨਾ ਕੱਢਿਓ। ਜਿਹੜਾ ਬੰਦਾ ਕਿਸੇ ਦੀ ਧੀ ਵਿੱਚੋਂ ਵੈਰ ਕੱਢਦਾ ਉਹ ਗੁਰੂ ਦਾ ਸਿੱਖ ਨਹੀਂ ਹੋ ਸਕਦਾ। ਕਦੇ ਕਿਸੇ ਦੀ ਧੀ ਦਾ ਭਾਨੀ ਮਾਰ ਕੇ ਘਰ ਨਾ ਉਜਾੜਿਓ। ਇਹ ਵੈਰ ਕੱਢਣਾ ਸਭ ਤੋਂ ਵੱਡਾ ਪਾਪ ਹੈ।
मेरे गुरु ने भरे दरबार विच कहा, चंदू तेरे हंकार करके रिश्ता नहीं लेना, बाकी तेरी बच्ची विच कोई दोष नहीं, तेरी धी साडी धी है। पातशाह ने मान वधाया भरे दरबार विच। दुश्मन दी धी नूं भी अपनी धी समझना, ये गुरमत का कंसैप्ट है, ये गुरमत का सिद्धांत है। श्री गुरु अर्जन देव महाराज ने जवाब देता, सब कुछ पहले मिथ्या सी। मुर्तजा खान ने चिट्ठा सामने रखा ते कहा, गुरु अर्जन देव महाराज नूं यासा दे अधीन मारन दा हुक्म दिओ। जहांगीर दे हस्ताक्षर हो गए। वो हस्ताक्षर करके इतिहास कहंदा है जम्मू कश्मीर चला गया, क्योंकि उन्होंने दमे की शिकायत सी। उस तो बाद श्री गुरु अर्जन देव महाराज नूं 3 दिन तसीहे दिंदे रहे। दीवान चंदू मुर्तजा खान सरकारी हवेली विच लिजा के 3 दिन भुखे रखिया। उहिओ 3 दिन गुरु अर्जन देव महाराज नूं पहले दिन तसीहा दिता, उबलदे पानी विच डोब डोब के कढो, उबलदे पानी विच देग विच उबालो। पहले दिन पानी च पता क्यों वालिया? मैडिकल साइंस मंदी है, पानी विच डिगया शरीर उबलदे पानी च 40% तो वध ना अंदर सेक लग जाए, बंदा तंदुरुस्त हो सकता है, दोबारा ठीक हो सकता है। अनेकों बंदे मैं इस तरह के लंगर विच पैर फिसल के दाल विच डिग पे, पानी विच डिग पे, सारे शरीर की चमड़ी लै गई, पर वो बाद में तंदुरुस्त ठीक होंदे वेखे। पानी का जलिया सीधा बंदा बच सकता है। इसलिए पहले दिन यह तसीहा दिता गया, गुरु अर्जन देव महाराज नूं उबलदे पानी विच 2-4 बार उबालो, फिर बाहर कढ़ लो। जे शायद मन जान तो ठीक करा देंगे, शरीर ठीक हो सकता है। श्री गुरु अर्जन देव महाराज नूं दिन विच 3 बार उबलदे पानी च उबालिया, 3 बार उबलदी देग च पा के कढ़ के बार-बार पुछदे रहे, महाराज अजे भी मन जाओ, असीं तुहानूं ठीक करा देंगे, तुसीं ठीक हो जाओ, तुहाडा इलाज करा देंगे। पातशाह मन्ने नहीं, चुप रहे। दीवान चंदू चला गया। अगले दिन पूरे शरीर की चमड़ी छालियां नाल भर गई। अगले दिन मुर्तजा खान ने कहा, गुरु अर्जन देव महाराज के शरीर के छालियां ते गर्म रेत पाओ, फिर तड़फणगे, आपे ही मनणगे। गर्म सड़दी बलदी रेत गुरु अर्जन देव महाराज के छालियां ते शरीर ते पाउंदे ते धन गुरु अर्जन देव महाराज इक्को ही पंक्ति कहंदे रहे, दुख नाही सब सुख ही है रे, एक की नित रोस नहीं किसे नाल, बुरा नहीं सब भला ही है रे, हार नहीं सब जित। 2 दिन लंघ गए, तीजे दिन उन्हें सलाह की, इतों पहला कोई बगावत खड़ी हो जाए, गुरु अर्जन देव महाराज नूं अज वो तसीहा दिओ जिहड़ा कम खत्म हो जाए। तीजे दिन सवेर तो दोपहर तक साध संगत बालन मणा मूही अग ला के फूक के लोह नूं तवी नूं तपाउंदे रहे। जदों लोहे दी मोटी तवी ऐ सुरख लाल हो गई ते नाल कड़ाहा रख के सुरख लाल रेत कर लिया, अग बाल बाल के रेत नूं गर्म कर लिया। भुन्नी हुई रेत ते तपदी हुई लाल लोह दा सुरख रंग। फिर मुर्तजा खान चंदू आउंदा है, श्री गुरु अर्जन देव महाराज नूं कहंदे, महाराज 2 दिन असीं तुहानूं तसीहे मारन वाले नहीं, विचों बचाउण वाले दिते ने। 2 दिन साडे तसीहे देण विच मारन दा इरादा नहीं सी, असीं तुहानूं बचाउणा चाहुंदे, झुकाउणा चाहुंदे, ईन बनाउणी चाहुंदे, पर तुसीं मन्ने नहीं। महाराज अज साडा इरादा तुहानूं बचाउण दा नहीं, अज तुसीं तत्ती तवी ते बैठोगे ते महाराज अज बहिंदियां सार शरीर भुज जाना है। अज सवेर तो इन्नी तपा लई है लो, अज तुसीं बहिंदियां सार भस्म हो जाना है। महाराज अजे भी वक्त है, मन जाओ। श्री गुरु अर्जन देव महाराज ने को गल कही, सूरवीर बचन के बली। चंदू बार बार सूरवीर अपने बचन नहीं बदलिया करते। चंदू ते मुर्तजा खान ने गुस्से में जलादा नूं हुक्म दिता, पातशाह नूं उठा के पकड़ के बाहां तो तपदी लोह वल लै गए। जिथे बहुत ज्यादा सेक, उत्थे फिर जलादा ने हथ छड़ दिते। श्री गुरु अर्जन देव महाराज आपे ही तपदी लोह तवी वल तुर के जान लगे। चंदू ते दीवान वेख रहा सी, पर धन गुरु अर्जन देव महाराज इन्नी तपश विच भी शांत सन।
हजूर निभा रहे सन के कबीर संत न छाडै संतई, जो कोटक मिले असंत, जो मिलागर भुजंगम बेड्यो ता शीतलता न तयंत। गुरु अर्जन दे महाराज दे अंदर दी ठंडक नहीं सी कोई भंग कर सकदा। क्यों? पातशाह सिखां नूं पढ़ाउंदे सन, चंदन चांदन सरद रुत, मूल ना मिटई कहाम, शीतल थी वै नानका जपंदड़ो हर नाम। धन गुरु अर्जन दे महाराज तप दी लोह वल वध गए। उत्थे एक विद्वान लिखदा है, कहंदे धन गुरु अर्जन दे महाराज तप दी लोह दे कोल गए ते रुक गए। चंदू ने दूरों आवाज दे के कहा, महाराज बहिंदे नहीं हुण तवी ते, तुहानूं पता है अज सुरख लाल हो गई, तप के अग वे तवी इन्हें बहिंदियां सार तुहानूं भस्म कर देने। महाराज अजे भी वक्त है, पिछे मुड़ाओ। श्री गुरु अर्जन दे महाराज चंदू वाल वेखण लगे। दीवान चंदू ने गल कही, महाराज लगदा तुहाडा मन बदल गया, आजो महाराज, मैं तां कदों दा कहंदा सी अज तुहानूं तप दी लोह ने भस्म कर देने। चंदू ते मुर्तजा खां खुश होए, पर गुरु अर्जन दे महाराज ने जवाब बड़ा अनोखा दिता। पातशाह कहंदे, ओए चंदू तू कदों दा कही जाना, अज तप दी लोह ने गुरु अर्जन देव दा कुछ नहीं छड्डना, अज तप दी लोह ने गुरु अर्जन देव नूं भस्म कर देना, अज तप दी लोह ने गुरु अर्जन दे महाराज दा जुस्सा साड़ देना। ते पातशाह ने बचन कहे, चंदू तेरी लोह नूं भी वेख लिया, ओए जिन्ना बालन पा सकना पा, इनू जिन्ना तपा सकदा तपा लै। जेड़ा सानू शहीद करन लई रंग चाहिदा, तेरी लोह विच अजे रंग नहीं हो। ओ विद्वान लिखदा, श्री गुरु अर्जन दे महाराज बोले, चंदू चंदरा चंद चढ़ाउण लगा, कहन लगा के लो तपाओ छेती, ला के सूरज ते पी के रेत उस दी, अर्जन गुरु दे सीस विच पाओ छेती। सतगुरु आए तां रुक के कहन लगे, ओए तैनू लो तपाउण दा ढंग कोई नहीं, जेड़ा रंग शहीदी अज मंगदी है, तेरी तप दी लो विच रंग ओ नहीं। जेड़ा सानू शहीद करन लई रंग चाहिदा अजे बनिया नहीं, मना मूही बालन फूक दिता। गुरु अर्जन दे महाराज चौंकड़ा मार के तप दी लो ते वह गए। तप दी रेत सीस विच पैण लगी। पातशाह नेत्र बंद करके गा रहे सन, तेरा किया मीठा लागै, हर नाम पदार्थ नानक मंगै। श्री गुरु अर्जन दे महाराज नूं कोई तपा नहीं सकिया। धन गुरु अर्जन दे महाराज उत्ते जलाद कोल खड़ के कड़छे भर भर रेत पाउंदा रहा। एक घटना घटी, रेत पाउण वाला गुरदित्ता पड़पुंजा जलाद रेता पाउंदियां पाउंदियां अखां भर के रोण लग पिया, हथ विचों कड़छा छुट गया। सामने खड़े चंदू मुर्तजा खान ने कहा, ओ जलादा पड़पुंजिया कड़छा क्यों सुट दिता? कड़छा चुक। गुरु अर्जन दे महाराज ते रेत पाई चल, जिन्नी देर असी नहीं कहंदे उन्नी देर रुकना नहीं। धन गुरु अर्जन दे महाराज ने अखां खोलियां, वेख्या जलाद सामने खलोता रोंदा है। सतगुरां प्यार नाल कहा, बेटा तू ते जलाद है, तू किवें रो पे, तू क्यों रो रहे है? उन्हें हथ जोड़ के कहा, महाराज इन्हां हत्थां नाल सैकड़े बंदे मौत दे घाट उतारे ने, अज तक मेरे हथ नहीं कंबे, पर सतगुरु अज तुसी तत्ती तवी ते बैठे हो, मैं तत्ती रेत तुहाडे सीस विच पाउंदा, पता नहीं क्यों तुहाडे दर्शन करके मन नूं ठंडक जी मिल रही है, पता नहीं क्यों तुहाडे दीदार पाके अंदर दा मन शांत हो रहा है। श्री गुरु अर्जन दे महाराज जी ने बचन किया, कहंदे पड़पुंजे बेटा ये शांति ये सुकून सांभ के रखी, जा गुरु नानक नदर करनगे एक दिन तू जन्म मरण तो मुक्त होएगा। वाह सतगुरा, रेत पाउण वाले जलादां नूं भी तू मुक्त कह दिंदा, रेत पाउण वाला जलाद नूं भी पातशाह ने कहा तू मुक्त होएगा। नाल पातशाह ने बचन कहे, कहंदे पड़पुंजे पर साडी गल मन, अपने हुक्मरानां दा हुक्म मन, कड़छा चुक ते रेत पाई चल, जिन्नी देर तैनूं रोकदे नहीं रेत पाउण तो ना रुकी। उहने तप दा रेता कड़छा भर के गुरु अर्जन दे महाराज ते पाउण लगा
ਤੇ ਨਾਲ ਫਿਰ ਕਰਸ਼ਾ ਭਰ ਕੇ ਰੇਤ ਦਾ ਪਾ ਕੇ ਪਤਾ ਕੀ ਕਹਿੰਦਾ, ਧੰਨ ਗੁਰੂ ਅਰਜਨ ਦੇਵ, ਧੰਨ ਗੁਰੂ ਅਰਜਨ ਦੇਵ। ਕਰਸ਼ੇ ਪਾਉਂਦਾ ਗਿਆ, ਜਪਦਾ ਗਿਆ, ਧੰਨ ਗੁਰੂ ਅਰਜਨ ਦੇਵ, ਧੰਨ ਗੁਰੂ ਅਰਜਨ ਦੇਵ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਨਾਮ ਜਪਣ ਲੱਗ ਪਿਆ। ਇਤਿਹਾਸ ਕਹਿੰਦਾ ਉਸ ਤੋਂ ਬਾਅਦ ਉਹ ਬੰਦਾ ਘਰ ਨਹੀਂ ਗਿਆ, ਉਹਦੀ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੇ ਨਾ ਮਤ ਹੈ। ਉਹ 24 ਘੰਟੇ ਤੁਰਦਾ ਫਿਰਦਾ, ਧੰਨ ਗੁਰੂ ਅਰਜਨ ਦੇਵ, ਧੰਨ ਗੁਰੂ ਅਰਜਨ ਦੇਵ ਜਪਣ ਲੱਗ ਪਿਆ। ਲੋਕ ਕਹਿੰਦੇ ਪਾਗਲ ਹੋ ਗਿਆ, ਇਹਨੇ ਗੁਰੂ ਅਰਜਨ ਦੇਵ ਮਹਾਰਾਜ ਤੇ ਰੇਤ ਪਾਈ ਨਾ ਤਾਂ ਇਦਾਂ ਦਾ ਹੋ ਗਿਆ। ਪਰ ਸਾਧ ਸੰਗਤ ਤੋਂ ਪਾਗਲ ਨਹੀਂ ਸੀ ਹੋਇਆ। ਕਈ ਸਾਲ ਉਹ ਗਲੀਆਂ ਵਿੱਚ ਕਮਲਾ ਹੋ ਕੇ ਘੁੰਮਦਾ ਰਿਹਾ, ਪਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਨਾਮ ਜਪਦਾ ਰਿਹਾ। ਲੋਕਾਂ ਭਾਂਦੇ ਉਹ ਪਾਗਲ ਸੀ, ਪਰ ਗੁਰੂ ਨਾਲ ਉਹਦੀ ਧਾਰ ਜੁੜ ਗਈ। 24 ਘੰਟੇ ਜਪਦਾ ਰਿਹਾ, ਧੰਨ ਗੁਰੂ ਅਰਜਨ ਦੇਵ, ਧੰਨ ਗੁਰੂ ਅਰਜਨ ਦੇਵ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਕੋਈ ਤਪਾ ਨਹੀਂ ਸਕਿਆ। ਇਤਿਹਾਸ ਕਹਿੰਦਾ ਜਦੋਂ ਚੰਦੂ ਨੂੰ ਲਾਹੌਰ ਦੇ ਸਿੱਖਾਂ ਨੇ ਮਾਰਿਆ ਨਾ, ਫਿਰ ਚੰਦੂ ਦਾ ਅੰਤ ਸਮਾਂ ਆਇਆ, ਲਾਹੌਰ ਦੇ ਸਿੱਖਾਂ ਨੇ ਕੁੱਟਿਆ ਵੱਢਿਆ। ਫਿਰ ਉਸ ਵਕਤ ਜਿਹਨੂੰ ਲੋਕ ਕਮਲਾ ਕਹਿੰਦੇ ਸੀ, ਉਹੀ ਉਹ ਪੜਪੁੰਜਾ ਜਲਾਦ ਕੜਛਾ ਲੈ ਕੇ ਸਾਹਮਣੇ ਆ ਗਿਆ। ਉਹਨੇ ਕੜਛੇ ਮਾਰ ਮਾਰ ਕੇ ਚੰਦੂ ਨੂੰ ਮਾਰ ਦਿੱਤਾ ਤੇ ਆਪ ਉੱਚੀ ਉੱਚੀ ਕੂਕਦਾ, ਧੰਨ ਗੁਰੂ ਅਰਜਨ ਦੇਵ, ਧੰਨ ਗੁਰੂ ਅਰਜਨ ਦੇਵ ਬੋਲਦਾ। ਉਹ ਜਲਾਦ ਵੀ ਚੜ੍ਹਾਈ ਕਰ ਗਿਆ, ਸਵਾਸ ਛੱਡ ਗਿਆ। ਇਹ ਸੱਚ ਹੈ ਸਾਧ ਸੰਗਤ। ਜੇ ਅੰਤ ਵੇਲੇ ਵੀ ਜਲਾਦ ਮਰਨ ਲੱਗਿਆ ਕਹਿ ਗਿਆ ਨਾ, ਧੰਨ ਗੁਰੂ ਅਰਜਨ ਦੇਵ, ਤਾਂ ਇਹ ਸੱਚ ਹੈ ਕਿ ਉਹ ਜਲਾਦ ਜਨਮ ਮਰਨ ਤੋਂ ਮੁਕਤ ਹੈ। ਪਤਾ ਕਿਵੇਂ? ਇਹਦੀ ਮੋਹਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਪੰਕਤੀ ਆਪਾਂ ਪਹਿਲਾਂ ਵੀ ਬੜੀ ਕੀਰਤਨੀਆਂ ਨੇ ਵੀ ਤੁਹਾਨੂੰ ਸੁਣਾਈ ਹੈ। ਭੱਟ ਸਾਹਿਬਾਨ ਕਹਿੰਦੇ, ਹੇ ਗੁਰੂ ਅਰਜਨ ਦੇਵ ਮਹਾਰਾਜ, ਅੱਜ ਤੱਕ ਰੱਬ ਦੇ ਅਨੇਕਾਂ ਨਾਮ ਸੀ। ਕੋਈ ਰਾਮ ਕਹਿੰਦਾ, ਅੱਲਾ ਕਹਿੰਦਾ, ਗੋਬਿੰਦ ਕਹਿੰਦਾ, ਗੋਪਾਲ ਕਹਿੰਦਾ, ਬੀਠਲ ਕਹਿੰਦਾ, ਪਰ ਇੱਕ ਨਾਮ ਰੱਬ ਦਾ ਹੁਣ ਹੋਰ ਪੈ ਗਿਆ। ਰੱਬ ਦਾ ਇੱਕ ਨਾਮ ਹੋਰ ਪੈ ਗਿਆ, ਉਹ ਨਾਮ ਹੈ ਧੰਨ ਗੁਰੂ ਅਰਜਨ ਦੇਵ। ਜੇ ਕੋਈ ਕਹਿ ਦੇਵੇ ਧੰਨ ਗੁਰੂ ਅਰਜਨ ਦੇਵ, ਉਹ ਵੀ ਜਨਮ ਮਰਨ ਤੋਂ ਮੁਕਤ ਹੋ ਜਾਏਗਾ। ਗੁਰੂ ਅਰਜਨ ਦੇਵ ਨਾਮ ਰੱਬ ਦਾ ਹੋ ਗਿਆ। ਉਹ ਪੜਪੁੰਜਾ ਜਲਾਦ ਧੰਨ ਗੁਰੂ ਅਰਜਨ ਦੇਵ ਕਹਿੰਦਿਆਂ ਕਹਿੰਦਿਆਂ ਮਰ ਗਿਆ, ਜਨਮ ਮਰਨ ਤੋਂ ਮੁਕਤ। ਤੇ ਬੇਨਤੀ ਸਮਝਿਓ, ਜੇ ਰੇਤ ਪਾਉਣ ਵਾਲਾ ਜਲਾਦ ਗੁਰੂ ਅਰਜਨ ਦੇਵ ਮਹਾਰਾਜ ਦਾ ਨਾਮ ਜਪ ਕੇ ਮੁਕਤ ਹੈ, ਸਾਧ ਸੰਗਤ ਛਬੀਲਾਂ ਲਾਉਣ ਵਾਲੇ ਸਿੱਖ ਕਿਉਂ ਨਹੀਂ ਮੁਕਤ ਹੋਣਗੇ? ਸ਼ਰਤ ਇਹ ਹੈ ਅੰਦਰ ਪਿਆਰ ਹੋਵੇ, ਈਰਖਾ ਨਾ ਹੋਵੇ। ਗੁਰੂ ਨਾਲ ਪਿਆਰ ਕਰੋ, ਦਿਲ ਵਿੱਚ ਖੋਟ ਨਾ ਰੱਖੋ। ਇਹ ਨਾ ਹੋਵੇ ਵੀ ਉਧਰ ਛਬੀਲ ਲਾਈ ਹੈ, ਆਪਾਂ ਵੀ ਭਾਈ ਛੋਲੇ ਪੂੜੀਆਂ ਚਲਾ ਕੇ ਛਬੀਲ ਲਾਉਣੀ ਹੈ, ਕਿਸੇ ਨਾਲ ਜਿੱਦ ਕਰਕੇ ਨਹੀਂ। ਅੱਜ ਇੱਕ ਪਾਸੇ ਛਬੀਲ ਲੱਗੀ, ਕੱਲ ਨੂੰ ਦੂਜੇ ਗੁਰਦੁਆਰੇ ਵਾਲੇ ਲਾ ਲੈਣ। ਅੱਜ ਇੱਕ ਗੁਰਦੁਆਰਿਆਂ ਪੁਰਬ ਮਨਾਇਆ, ਹਫ਼ਤੇ ਬਾਅਦ ਦੂਜਾ ਗੁਰਦੁਆਰੇ ਵਾਲੇ ਗੁਰਪੁਰਬ ਮਨਾ ਲੈਣ। ਈਰਖਾ ਕਰਕੇ ਉਸੇ ਦਿਨ ਨਾ ਕਰੋ। ਜੇ ਬੰਦਿਆਂ ਨਾਲ ਈਰਖਾ ਕਰੋਗੇ, ਗੁਰੂ ਦਾ ਪਿਆਰ ਨਹੀਂ ਹੋਏਗਾ। ਗੁਰੂ ਨਾਲ ਪਿਆਰ ਕਰਕੇ ਗੁਰਪੁਰਬ ਮਨਾਓ, ਤਾਂ ਇਹ ਸੱਚ ਹੈ ਸਾਧ ਸੰਗਤ, ਗੁਰੂ ਜ਼ਰੂਰ ਮੁਕਤ ਕਰਦਾ। ਉਹ ਭੱਟ ਸਾਹਿਬਾਨਾਂ ਤਾਈਓ ਬਚਨ ਕਿਹਾ, ਜਨਮ ਤੇ ਮਰਨ ਗਰਭ ਜੂਨ ਵਿੱਚੋਂ ਪੈਂਦਾ ਨਹੀਂ, ਜਿਹੜਾ ਜਪ ਲਵੇ ਧੰਨ ਗੁਰੂ ਅਰਜਨ ਦੇਵ। ਪਿਆਰ ਨਾਲ ਇਹ ਪੰਕਤੀ ਪੜਿਓ, ਜੇ ਜਲਾਦ ਮੁਕਤ ਹੈ ਤੇ ਆਪਾਂ ਵੀ ਮੁਕਤ ਹੋ ਸਕਦੇ। ਸਾਧ ਸੰਗਤ, ਇੱਕ ਵਾਰ ਕਹੋ, ਤਤ ਵਿਚਾਰ ਜੈ ਮਥੁਰਾ, ਜਗ ਤਾਰਨ ਕੋ ਅਵਤਾਰ ਬਣਾਇਓ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਗੁਰੂ ਅਰਜਨ ਦੇਵ ਮਹਾਰਾਜ ਨੂੰ ਕੋਈ ਧੀਰਜ ਨਹੀਂ ਭੰਗ ਕਰ ਸਕਿਆ, ਕੋਈ ਤਪਾ ਨਹੀਂ ਸਕਿਆ, ਉਹਨਾਂ ਨੂੰ ਕੋਈ ਕ੍ਰੋਧ ਗੁੱਸੇ ਵਿੱਚ ਨਹੀਂ ਲਿਆ ਸਕਿਆ। ਇੱਕ ਪੰਜਾਬੀ ਦਾ ਵਿਦਵਾਨ ਲਿਖਦਾ, ਜੇ ਗੁਰੂ ਅਰਜਨ ਦੇਵ ਮਹਾਰਾਜ ਤਪ ਜਾਂਦੇ ਨਾ ਕਿਤੇ, ਆ ਧਰਤੀ ਤੇ ਰਹਿਣਾ ਕੁਝ ਨਹੀਂ ਸੀ। ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਰੱਬ ਹੈ, ਕਿਸੇ ਦਾ ਤਖਤ ਸਿੰਘਾਸਣ ਕੋਈ ਰਾਜੇ ਬਾਦਸ਼ਾਹ ਨਹੀਂ ਸੀ ਰਹਿਣੇ। ਸਾਧ ਸੰਗਤ, ਜੇ ਭਗਤ ਨਾਮਦੇਵ ਰੱਬ ਨੂੰ ਸਾਹਮਣੇ ਬੁਲਾ ਕੇ ਕਹਿ ਸਕਦੇ ਨੇ, ਤੇ ਰੱਬ ਕਹਿ ਸਕਦਾ 10 ਨਾਮਦੇਵ ਧਰਤੀ ਪੁੱਠੀ ਮਾਰਦਾ। ਗੁਰੂ ਅਰਜਨ ਦੇਵ ਮਹਾਰਾਜ ਤਾਂ ਆਪ ਰੱਬ ਹੈ, ਉਹ ਕੀ ਨਹੀਂ ਸੀ ਕਰ ਸਕਦੇ? ਗੁਰੂ ਅਰਜਨ ਦੇਵ ਮਹਾਰਾਜ ਤਾਂ ਪ੍ਰਤੱਖ ਰੱਬ ਹੈ, ਉਹ ਕੀ ਨਹੀਂ ਸੀ ਕਰ ਸਕਦੇ? ਤਾਈਓ ਉਹ ਪੰਜਾਬੀ ਦਾ ਵਿਦਵਾਨ ਲਿਖਦਾ, ਕਹਿੰਦਾ ਇੱਕ ਸੂਰਜ ਤੱਤਾ, ਇੱਕ ਧੁੱਪ ਤੱਤੀ, ਇੱਕ ਰੇਤ ਤੱਤੀ, ਇੱਕ ਜਿਮੀ ਤੱਤੀ, ਇੱਕ ਅਸਮਾਨ ਤੱਤਾ।
ਇੱਕ ਅਦਲ ਤੱਤਾ, ਇੱਕ ਤਖਤ ਤੱਤਾ, ਇੱਕ ਮੌਕੇ ਦਾ ਹੁਕਮਰਾਨ ਤੱਤਾ। ਇਹਨਾਂ ਤੱਤਿਆਂ ਦੇ ਢੇਰ ਦੇ ਵਿੱਚ ਬਹਿ ਕੇ ਹੋਇਆ ਜਰਾ ਨਾ ਸੋਢੀ ਸੁਲਤਾਨ ਤੱਤਾ। ਓਏ ਤਖਤ ਪਲਟ ਜਾਂਦੇ, ਦੁਨੀਆ ਗਰਕ ਹੁੰਦੀ, ਅਰਜਨ ਗੁਰੂ ਜੇ ਹੁੰਦਾ ਭਗਵਾਨ ਤੱਤਾ। ਜੇ ਗੁਰੂ ਅਰਜਨ ਦੇ ਮਹਾਰਾਜ ਤਪ ਜਾਂਦੇ ਸਭ ਕੁਝ ਖਤਮ ਹੋ ਜਾਣਾ ਸੀ, ਪਰ ਗੁਰੂ ਅਰਜਨ ਦੇ ਮਹਾਰਾਜ ਰੱਬ ਸੀ। ਪਾਤਸ਼ਾਹ ਸ਼ਾਂਤੀ ਦੇ ਪੁੰਜ ਸਨ, ਸਤਿਗੁਰੂ ਸ਼ਹੀਦਾਂ ਦੇ ਸਰਤਾਜ ਬਣੇ। ਆਓ ਸਾਧ ਸੰਗਤ, ਉਸ ਧੰਨ ਗੁਰੂ ਅਰਜਨ ਦੇ ਮਹਾਰਾਜ ਜਿਨ੍ਹਾਂ ਨੂੰ ਫਿਰ ਰਾਵੀ ਦੇ ਕੰਢੇ ਲਿਜਾ ਕੇ ਸਰੀਰ ਜਿਉਂਦਾ ਇਸੇ ਤਰ੍ਹਾਂ ਪਾਣੀ ਵਿੱਚ ਰੋੜ ਦਿੱਤਾ ਗਿਆ। ਜਿਹੜੀ ਜਗ੍ਹਾ ਉੱਤੇ ਪਾਤਸ਼ਾਹ ਨੂੰ ਉਸ ਰਾਵੀ ਦਰਿਆ ਵਿੱਚ ਰੋੜਿਆ, ਉੱਥੇ ਕੰਢੇ ਤੇ ਖਲੋ ਕੇ ਪਾਤਸ਼ਾਹ ਨੇ ਭਾਈ ਜੇਠੇ ਤੇ ਭਰਾਣੇ ਨੂੰ ਕਿਹਾ, ਸਾਡਾ ਡੇਰਾ ਆ ਗਿਆ, ਜਾਓ ਹੁਣ ਤੁਸੀਂ ਜਾ ਕੇ ਦੱਸ ਦਿਓ ਸਾਡੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ 2 ਕਿਰਪਾਨਾਂ ਪਹਿਨੀਆਂ ਨੇ, ਹੁਣ ਸ਼ਬਦ ਤੋਂ ਬਾਅਦ ਨਾਲ ਸ਼ਸਤਰ ਵੀ ਕੰਮ ਕਰੇਗਾ। ਸਤਿਗੁਰਾਂ ਕਿਹਾ ਸਾਡਾ ਡੇਰਾ ਆ ਗਿਆ। ਜਿੱਥੇ ਡੇਰਾ ਕਿਹਾ ਨਾ, ਉੱਥੇ ਅੱਜ ਗੁਰਦੁਆਰਾ ਡੇਰਾ ਸਾਹਿਬ ਸ਼ਹੀਦੀ ਅਸਥਾਨ ਹੈ। ਉਹ ਡੇਰਾ ਜਿਹਨੂੰ ਹਜ਼ੂਰ ਨੇ ਕਿਹਾ ਡੱਡਾ ਡੇਰਾ ਇਹ ਨਹੀਂ, ਜੈ ਡੇਰਾ ਤੈ ਜਾਨ, ਉਹਾਂ ਡੇਰਾ ਕੋ ਸੰਜਮੋਂ ਗੁਰ ਕੈ ਸ਼ਬਦ ਪਛਾਨ। ਆਓ ਉਸ ਧੰਨ ਗੁਰੂ ਅਰਜਨ ਦੇ ਮਹਾਰਾਜ ਜੀਆਂ ਦਾ ਪਿਆਰ ਲਈਏ, ਆਪਾਂ ਵੀ ਜਪ ਲਈਏ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਦਾ ਨਾਮ। ਜਿੰਨੀ ਸੰਗਤ ਪਿਆਰ ਵਿੱਚ ਬੈਠੀ ਹੈ, ਸਤਿਗੁਰੂ ਦਾ ਧਿਆਨ ਧਰ ਕੇ ਇੱਕ ਵਾਰ ਪਿਆਰ ਨਾਲ ਕਹੋ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ, ਜਪਿਓ ਜਿਨ। ਫਿਰ ਸੰਕਟ ਜੋਨ ਗਰਬ ਨਾਇਓ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ। ਫਿਰ ਸੰਕਟ ਜੋਨ ਗਰਬ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ। ਗੱਜ ਕੇ ਜਪ ਲਿਓ, ਧੰਨ ਸ੍ਰੀ ਗੁਰੂ ਅਰਜਨ ਦੇਵ ਜੀ, ਧੰਨ ਸ੍ਰੀ ਗੁਰੂ ਅਰਜਨ ਦੇਵ ਜੀ, ਧੰਨ ਸ੍ਰੀ। ਜਿੰਨੀ ਸੰਗਤ ਬੈਠੀ ਸਾਧ ਸੰਗਤ, ਆਵਾਜ਼ ਨਹੀਂ ਆਉਂਦੀ, ਅੱਖਾਂ ਬੰਦ ਕਰਕੇ ਧਿਆਨ ਧਰੋ ਗੁਰੂ ਦਾ, ਤਾਂ ਹੀ ਇਹ ਸਮਾਂ ਸਫਲ ਹੋਣਾ। ਕਹੋ ਪਿਆਰ ਨਾਲ ਗੱਜ ਕੇ, ਧੰਨ ਸ੍ਰੀ ਗੁਰੂ ਅਰਜਨ ਦੇਵ ਜੀ, ਧੰਨ ਸ੍ਰੀ ਗੁਰੂ ਅਰਜਨ ਦੇਵ ਜੀ, ਧੰਨ ਸ੍ਰੀ ਗੁਰੂ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ, ਧੰਨ ਸ੍ਰੀ ਗੁਰੂ ਅਰਜਨ ਦੇਵ ਜੀ, ਧੰਨ ਸ੍ਰੀ ਗੁਰੂ। ਧੰਨ ਸ੍ਰੀ ਗੁਰੂ ਅਰਜਨ ਦੇਵ ਜੀ, ਧੰਨ ਸ੍ਰੀ ਗੁਰੂ ਅਰਜਨ ਦੇਵ ਜੀ, ਧੰਨ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਧੰਨ ਗੁਰੂ ਅਰਜਨ ਦੇਵ। ਵਾਹ ਵਾਹ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਧੰਨ ਗੁਰੂ ਅਰਜਨ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਧੰਨ ਗੁਰੂ ਅਰਜਨ। ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ।
फिर संकट जोन गर्भ नायो, जप्यो जिन अर्जन देव गुरु, जप्यो जिन अर्जन देव गुरु। फिर संकट जोन जप्यो जिन, जप्यो जिन अर्जन देव गुरु। सतगुरु किरपा करन ਤੁਹਾਡੀ ਸਾਰਿਆਂ ਦੀ ਹਾਜ਼ਰੀ ਦਰਗਾਹੀ ਪ੍ਰਵਾਨ ਹੋਵੇ। ਭੈਣਾਂ ਬੀਬੀਆਂ ਬਹੁਤ ਵੱਡੇ ਭਾਗਾਂ ਵਾਲੀਆਂ ਨੇ, ਕਿਉਂਕਿ ਤਕਰੀਬਨ ਹਰ ਗੁਰੂ ਘਰ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਨੂੰ ਮੁੱਖ ਰੱਖ ਕੇ ਕਈ ਦਿਨ ਸੁਖਮਨੀ ਸਾਹਿਬ ਦੇ ਜਾਪ ਕਰਦੀਆਂ ਨੇ। ਸਤਿਗੁਰੂ ਕਿਰਪਾ ਕਰਨ ਤੁਹਾਡੀ ਸਭਨਾਂ ਦੀ ਸੇਵਾ, ਵੀਰਾਂ ਭੈਣਾਂ ਦੀ ਸੰਗਤ ਦੀ ਸੇਵਾ ਪ੍ਰਵਾਨ ਹੋਵੇ। ਘਰਾਂ ਵਿੱਚ ਵੱਧ ਤੋਂ ਵੱਧ ਬਾਣੀ ਦਾ ਜਾਪ ਕਰੋ, ਆਪਣੇ ਬੱਚਿਆਂ ਦਾ ਖਿਆਲ ਰੱਖੋ, ਕਿਉਂਕਿ ਹਾਲਾਤ ਬਹੁਤੇ ਵਧੀਆ ਨਹੀਂ। ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦਿਓ। ਵਕਤ ਸਿਰ ਇਕੱਠੇ ਬੈਠ ਕੇ ਦਿਨ ਵਿੱਚ ਇੱਕ ਟਾਈਮ ਦਾ ਭੋਜਨ ਪ੍ਰਸ਼ਾਦਾ ਇਕੱਠੇ ਛਕੋ, ਤਾਂ ਜੋ ਤੁਹਾਡੇ ਬੱਚਿਆਂ ਨੂੰ ਤੁਹਾਡੇ ਘਰ ਦੇ ਪਰਿਵਾਰ ਰਿਸ਼ਤੇਦਾਰੀ ਦੇ ਹਾਲਾਤਾਂ ਬਾਰੇ ਦੁੱਖ ਸੁੱਖ ਦੀ ਗੱਲ ਸਮਝ ਪਵੇ। ਔਰ ਬਹੁਤ ਘੱਟ ਆਪਣੇ ਬੱਚਿਆਂ ਨੂੰ ਮੋਬਾਈਲ ਦਿਓ। ਸਾਧ ਸੰਗਤ ਕੋਸ਼ਿਸ਼ ਕਰੋ ਜਿੰਨਾ ਆਪਾਂ ਘਟਾ ਸਕਦੇ ਹਾਂ, ਫਿਰ ਉਹ ਬੱਚੇ ਸਹਿਜੇ ਸਹਿਜੇ ਬਾਣੀ ਨਾਲ ਜੁੜਨਗੇ। ਕਿਉਂਕਿ ਜੇ ਰੋਜ਼ ਬੱਚਾ 3-4 ਘੰਟੇ ਮੋਬਾਈਲ ਟੈਲੀਵਿਜ਼ਨ ਵੇਖਦਾ ਤਾਂ ਮਹੀਨੇ ਦਾ ਵੇਖੋ ਸਾਧ ਸੰਗਤ 150-200 ਘੰਟਾ ਹੋ ਗਿਆ। ਤਾਂ ਤੁਸੀਂ ਫਿਰ ਕਹੋ ਜੀ ਇੱਕ ਮਹੀਨੇ ਬਾਅਦ ਇੱਕ ਦਿਨ ਗੁਰਦੁਆਰੇ ਲਿਜਾ ਕੇ ਉਹਨੂੰ ਕੀ ਸਿੱਖਿਆ ਦੇ ਦੋਗੇ? ਫਿਰ ਜਿਹੜਾ ਪਿਛਲੇ 100-150 ਘੰਟੇ ਦਾ ਅਸਰ ਹੈ ਉਹ 1 ਘੰਟੇ ਨਾਲ ਥੋੜ੍ਹੀ ਮਨ ਤੋਂ ਖਤਮ ਹੋਣਾ। ਇਸ ਲਈ ਆਪਣੇ ਬੱਚਿਆਂ ਨੂੰ ਹਰ ਰੋਜ਼ ਘਰ ਵਿੱਚ ਜਦੋਂ ਵੀ ਰਹਿਰਾਸ ਸਾਹਿਬ ਦਾ ਪਾਠ ਕਰੋ, ਬਹਿ ਕੇ ਬੱਚਿਆਂ ਨੂੰ ਨਾਲ ਬਿਠਾਓ, ਸਵੇਰੇ ਜਪਜੀ ਸਾਹਿਬ ਵਾਸਤੇ ਕਹੋ। ਇਹ ਬੱਚੇ ਹੀ ਤੁਹਾਡੀ ਕੋਸਟਲੀ ਪ੍ਰਾਪਰਟੀ ਹੈ, ਮਹਿੰਗੀ ਜਾਇਦਾਦ ਹੈ। ਜਿਹਦੇ ਬੱਚੇ ਕਹਿਣ ਵਿੱਚ ਨੇ ਉਹ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਹੈ, ਤੇ ਜਿਹਦੀ ਔਲਾਦ ਕਹਿਣੇ ਤੋਂ ਬਾਹਰ ਹੋ ਜਾਏ ਉਹਦੇ ਨਾਲ ਦਾ ਕੰਗਾਲ ਬੰਦਾ ਕੋਈ ਨਹੀਂ। ਆਪਣੇ ਬੱਚਿਆਂ ਨੂੰ ਬਾਣੀ ਨਾਲ ਜੋੜੋ, ਸਿੱਖੀ ਨਾਲ ਜੋੜੋ। ਇਹ ਸਮਾਗਮ ਕਰਵਾਏ, ਇਹ ਸ਼ਹੀਦੀ ਦਿਹਾੜੇ ਮਨਾਉਣ ਦਾ ਇਹੀਓ ਭਾਵ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰਨ ਤੁਹਾਡੀ ਸਾਰਿਆਂ ਦੀ ਹਾਜ਼ਰੀ ਸੇਵਾ ਪ੍ਰਵਾਨ ਹੋਵੇ। ਪ੍ਰਬੰਧਕਾਂ ਦਾ ਧੰਨਵਾਦ। ਸਮੂਹ ਨੌਜਵਾਨ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੇਵਾ ਦਿੱਤੀ ਹੈ, ਔਰ ਜੋ ਵੀ ਹੋਰ ਬਜ਼ੁਰਗ ਸੱਜਣ ਹਨ ਸੇਵਾ ਵਾਲੇ, ਸਭ ਨੇ ਰਲ ਮਿਲ ਕੇ ਸੇਵਾ ਕਰਨੀ। ਭਾਈ ਇੱਥੇ ਕੋਈ ਉਮਰ ਦਾ ਤਕਾਜ਼ਾ ਨਹੀਂ ਹੈ। ਮੈਂ ਇੱਕ ਇਤਿਹਾਸ ਵਿੱਚੋਂ ਸਿਰਫ ਤੁਹਾਨੂੰ ਧਿਆਨ ਦਿਵਾਉਣ ਵਾਸਤੇ ਬੇਨਤੀ ਕਰਾਂ। ਜੇ ਕੋਈ ਚੰਗਾ ਕੰਮ ਕਰਦਾ ਨਾ ਬੰਦਾ, ਕੋਈ ਵੀ ਕਰੇ, ਉਹਨੂੰ ਸ਼ਾਬਾਸ਼ ਦੇ ਦਿਓ। ਜੇ ਤੁਸੀਂ ਆਪ ਨਹੀਂ ਨਾ ਕਰ ਸਕਦੇ, ਚੰਗਾ ਕੰਮ ਕਰਨ ਵਾਲੇ ਨੂੰ ਇੰਨਾ ਹੀ ਕਹਿ ਦਿਓ ਵੀ ਸ਼ਾਬਾਸ਼ ਬਈ, ਤਕੜੇ ਹੋ ਕੇ ਕਰੋ। ਤਾਂ ਸਾਧ ਸੰਗਤ ਉਹਦੇ ਵਿੱਚ ਵੀ ਤੁਹਾਡੀ ਹਾਜ਼ਰੀ ਗੁਰੂ ਦੇ ਕੋਲ ਲਿਖੀ ਜਾਂਦੀ ਹੈ। ਤੁਸੀਂ ਸ਼ਾਬਾਸ਼ ਤਾਂ ਦਿੱਤੀ ਨਹੀਂ। ਇਸ ਲਈ ਕਿਸੇ ਚੰਗੇ ਕੰਮ ਵਿੱਚ ਅੱਗ ਲਾਉਣ ਵਾਲਾ ਕਦੇ ਕੋਈ ਕੰਮ ਨਹੀਂ ਕਰਨਾ ਚਾਹੀਦਾ। ਕਈ ਬੰਦਿਆਂ ਦੇ ਚੰਗੇ ਕੰਮ ਵਿੱਚ ਅੱਗ ਲਾਉਣ ਵਾਲਾ ਕੰਮ ਹੈ। ਕੱਲ ਕਿਸੇ ਨੇ ਪੋਸਟ ਪਾਈ ਸੀ, ਕਹਿੰਦੇ ਅੱਜ ਭਾਈ ਸਾਰੀਆਂ ਚੀਜ਼ਾਂ ਦਾ ਰੇਟ ਵੱਧ ਗਿਆ। ਤੇਲ ਕੋਈ 90 ਰੁਪਏ ਨੂੰ ਹੋ ਗਿਆ, ਕੋਈ 95 ਰੁਪਏ ਨੂੰ ਹੋ ਗਿਆ। ਜਿਹੜੀ 60-70 ਰੁਪਏ ਦੀ ਸਰੋਂ ਦੀ ਤੇਲ ਦੀ ਬੋਤਲ ਸੀ ਉਹ 150 ਰੁਪਏ ਦੀ ਹੋ ਗਈ। ਜਿਹੜਾ 80 ਰੁਪਏ ਬੇਸਣ ਸੀ ਉਹ 150-200 ਰੁਪਏ ਨੂੰ ਬੇਸਣ ਹੋ ਗਿਆ। ਇੱਦਾਂ ਸਾਰੀਆਂ ਚੀਜ਼ਾਂ ਦੇ ਰੇਟ ਵਧੇ। ਤਾਂ ਇੱਕ ਥੱਲੇ ਉਹਨੇ ਆਪਸ਼ਨ ਦਿੱਤੀ ਸੀ, ਕਹਿੰਦੇ ਭਾਈ ਤੀਲਾਂ ਦੀ ਡੱਬੀ ਦਾ ਰੇਟ ਨਹੀਂ ਵਧਿਆ, ਉਹਦਾ ਰੁਪਈਆ ਹੀ ਰੇਟ ਹੈ, 1 ਰੁਪਏ ਦੀ ਹੈ ਉਹ ਰੇਟ ਨਹੀਂ ਵਧਿਆ। ਤੇ ਥੱਲੇ ਪਤਾ ਕੀ ਲਿਖਿਆ ਸੀ? ਅੱਗ ਲਾਉਣ ਵਾਲੀਆਂ ਚੀਜ਼ਾਂ ਦੀ ਕੀਮਤ ਨਹੀਂ ਵੱਧਦੀ ਕਦੇ। ਇਸ ਲਈ ਜ਼ਿੰਦਗੀ ਵਿੱਚ ਕੋਈ ਅੱਗ ਲਾਉਣ ਵਾਲਾ ਕੰਮ ਨਾ ਕਰੇ, ਉਹਦੀ ਕਦੇ ਕੀਮਤ ਨਹੀਂ ਪੈਂਦੀ। ਬੁਝਾਉਣ ਵਾਲਿਆਂ ਦੀ ਕੀਮਤ ਪੈ ਸਕਦੀ ਹੈ, ਚੰਗੇ ਕੰਮ ਵਾਲਿਆਂ ਦੀ ਕੀਮਤ ਪੈਂਦੀ ਹੈ। ਸੋ ਸਤਿਗੁਰੂ ਕਿਰਪਾ ਕਰਨ, ਤਕੜੇ ਹੋ ਕੇ ਰਲ ਮਿਲ ਕੇ ਗੁਰੂ ਦੀ ਸੇਵਾ ਕਰੋ। ਇਹ ਕਿਸੇ ਬੰਦੇ ਦੀ ਨਹੀਂ, ਗੁਰੂ ਦੀ ਸੇਵਾ ਹੈ। ਜਿੰਨੀ ਕੋਈ ਕਰੇਗਾ ਉਨਾ ਹੀ ਉਹਨੂੰ ਲਾਭ ਤੇ ਉਨਾ ਹੀ ਫਾਇਦਾ ਹੋਣਾ। ਗੁਰੂ ਦੀ ਸੇਵਾ ਕਰੋ, ਗੁਰੂ ਦਾ ਭੈ ਮਨ ਵਿੱਚ ਰੱਖੋ। ਬਸ ਆਪਾਂ ਹਵਾਲਾ ਹੀ ਇਹ ਹੈ। ਤੁਸੀਂ ਵੇਖੋ, ਇੱਕ ਮੁਸਲਮਾਨ ਸਰਹੰਦ ਦੀ ਕਚਹਿਰੀ ਚੋਂ ਉੱਠ ਕੇ ਖੜਾ ਹੋ ਕੇ ਕਹਿੰਦਾ, ਵਜ਼ੀਰ ਖਾਂ ਤੂੰ ਗਲਤ ਕਰ ਰਿਹਾ, ਗੁਰੂ ਗੋਬਿੰਦ ਸਿੰਘ ਮੇਰਾ ਵੀ ਦੁਸ਼ਮਣ ਹੈ, ਮੈਦਾਨੇ ਜੰਗ ਵਿੱਚ ਮਿਲੇਗਾ ਮੈਂ ਮਰ ਜਾਵਾਂਗਾ ਜਾਂ ਮਾਰ ਦਾਂਗਾ, ਪਰ ਗੁਰੂ ਗੋਬਿੰਦ ਸਿੰਘ ਜੀ ਦਾ ਬਦਲਾ ਉਹਦੇ ਮਾਸੂਮ ਬੱਚਿਆਂ ਤੋਂ ਨਹੀਂ ਲਵਾਂਗਾ। ਇਹ ਪਾਪ ਹੈ।
मैं तेरे नाल सहमत नहीं। ਇੰਨੀ ਗੱਲ ਉਹ ਕਹਿ ਕੇ ਉੱਠ ਕੇ ਨਵਾਬ ਮਰੇਲਕੋਟਲਾ ਸ਼ੇਰ ਮੁਹੰਮਦ ਖਾਨ ਚਲਾ ਗਿਆ। ਉਹਦੇ ਕਹਿਣ ਨਾਲ ਸ਼ਹੀਦੀ ਥੋੜੀ ਰੁਕ ਗਈ, ਤਾਂ ਵੀ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਤਾ ਸਰਹੰਦ ਦੇ ਨਵਾਬ ਨੇ। ਪਰ ਉਹਦਾ ਇੰਨਾ ਬੋਲਿਆ ਹੋਇਆ ਵੇ ਸੱਚ ਤੇ ਬੋਲ ਗਿਆ ਨਾ, ਇੰਨਾ ਬੋਲਿਆ ਹੋਇਆ ਸੱਚ ਅੱਜ ਤੱਕ ਸਿੱਖ ਕੌਮ ਪੂਜਦੀ ਹੈ। ਅੱਜ ਤੱਕ ਉਹਦੇ ਘਰ ਦੇ ਮੋਹਰਿਓਂ ਜਿਹੜਾ ਸਿੱਖ ਲੰਘਦਾ ਮਰੇਲਕੋਟਿਓਂ ਲੰਘਣ ਲੱਗਿਆ ਉਹਦੇ ਘਰ ਨੂੰ ਮੱਥਾ ਟੇਕ ਕੇ ਲੰਘਦਾ। ਅਸੀਂ ਉਹ ਮੁਸਲਮਾਨ ਨੂੰ ਮੱਥਾ ਨਹੀਂ ਟੇਕਦੇ, ਉਹਦੇ ਬੋਲੇ ਹੋਏ ਸੱਚ ਨੂੰ ਮੱਥਾ ਟੇਕਦੇ ਹਾਂ। ਜ਼ਿੰਦਗੀ ਵਿੱਚ ਸੱਚ ਦੇ ਰਾਹ ਤੇ ਤੁਰ ਪਿਓ। ਕੋਈ ਚੰਗਾ ਕੰਮ ਕਰਦਾ ਉਹਨੂੰ ਸ਼ਾਬਾਸ਼ ਦੇ ਦਿਓ, ਤੁਹਾਡੀ ਵੀ ਵਡਿਆਈ ਵਧਣ ਲੱਗ ਜਾਏਗੀ। ਕੋਈ ਚੰਗਾ ਕੰਮ ਕਰਦਾ ਉਹਨੂੰ ਸ਼ਾਬਾਸ਼ ਦੇ ਦਿਓ, ਉਹਦਾ ਸਹਿਯੋਗ ਕਰ ਦਿਓ, ਤੁਹਾਡੀ ਵਡਿਆਈ ਵਧਣ ਲੱਗ ਜਾਏਗੀ। ਇਹ ਤਜਰਬਾ ਕਰਕੇ ਵੇਖਿਓ। ਈਰਖਾ ਜਾਂ ਨਿੰਦਿਆ ਜਿਹੜੀ ਹੈ ਉਹ ਬੰਦੇ ਦੀ ਵਡਿਆਈ ਘਟਾਉਂਦੀ ਹੈ। ਕਿਸੇ ਦੀ ਸੇਵਾ ਕਰੋ, ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਵਡਿਆਈਆਂ ਵੱਧਦੀਆਂ। ਆਪਸ ਕੋ ਜੋ ਜਾਣੈ ਨੀਚਾ ਸੋ ਗਣੀਐ ਸਭ ਤੇ ਉੱਚਾ। ਸਾਰੀਆਂ ਸੰਗਤਾਂ ਦਾ, ਪ੍ਰਬੰਧਕਾਂ ਦਾ, ਭੈਣਾਂ ਬੀਬੀਆਂ ਦਾ, ਜੋ ਨੌਜਵਾਨ ਵੀਰ ਸੇਵਾ ਕਰ ਰਹੇ ਉਹਨਾਂ ਦਾ, ਜਿਹੜੇ ਥੱਲੇ ਸ਼ਬੀਲ ਤੇ ਲੰਗਰ ਵਿੱਚ ਸੇਵਾ ਕਰਦੇ ਉਹਨਾਂ ਦਾ, ਸਭ ਦਾ ਧੰਨਵਾਦ। ਅਸੀਸ ਦਿਓ। ਕੋਟਾਨ ਕੋਟ ਸ਼ੁਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ। ਅਸੀਂ ਇਕੱਲੇ ਸੁਣਾਉਣ ਜੋਗੇ ਨਾ ਰਹਿ ਜਾਈਏ, ਸਾਨੂੰ ਅਸੀਸ ਦਿਓ ਸਾਧ ਸੰਗਤ। ਤੁਹਾਡੀ ਅਸੀਸ ਨਾਲ ਜੀਵਨ ਸਫਲ ਹੋਣਾ, ਕਿਉਂਕਿ ਸੰਗਤ ਦਾਤਾ ਹੈ। ਅਸੀਂ ਤਾਂ ਮੰਗਤੇ ਹਾਂ। ਮੈਨੂੰ ਬੜੀ ਲੱਜਾ ਸ਼ਰਮ ਜਿਹੀ ਆਈ ਜਦੋਂ ਕੀਰਤਨ ਕਰਦਿਆਂ ਭਾਈ ਸਾਹਿਬ ਨੇ ਸਮਾਪਤੀ ਤੇ ਕਿਹਾ, ਭਾਈ ਸਾਹਿਬ ਦੀ ਆਮਦ ਉੱਤੇ ਇੱਕ ਜਕਾਰਾ ਛੱਡੀਏ। ਜਕਾਰੇ ਤਾਂ ਪਾਤਸ਼ਾਹਾਂ ਦੇ ਹੁੰਦੇ ਨੇ, ਭਿਖਾਰੀਆਂ ਦੇ ਜਕਾਰੇ ਕਾਹਦੇ ਨੇ? ਸਾਧ ਸੰਗਤ ਅਸੀਂ ਤਾਂ ਭਿਖਾਰੀ ਹਾਂ, ਤੁਸੀਂ ਦਾਤੇ ਹੋ। ਸੰਗਤ ਦਾਤੇ ਦੀ ਜਗ੍ਹਾ ਉੱਤੇ ਹੈ ਤੇ ਭਿਖਾਰੀ ਕਦੇ ਵੀ ਦਾਤੇ ਨਾਲੋਂ ਵੱਡਾ ਨਹੀਂ ਹੋ ਸਕਦਾ। ਦਾਤੇ ਦੇ ਸਾਹਮਣੇ ਭਿਖਾਰੀਆਂ ਦੇ ਕਾਹਦੇ ਜਕਾਰੇ? ਸੰਗਤ ਦਾ ਜਕਾਰਾ ਹੋ ਸਕਦਾ, ਗੁਰੂ ਦੇ ਜਕਾਰੇ ਹੋ ਸਕਦੇ ਨੇ, ਮੰਗਤਿਆਂ ਦੇ ਕੋਈ ਜਕਾਰੇ ਨਹੀਂ। ਆਓ ਸਾਧ ਸੰਗਤ ਰਲ ਮਿਲ ਕੇ ਗੁਰੂ ਦੇ ਪਿਆਰ ਵਿੱਚ ਜਕਾਰਾ ਛੱਡੋ। ਹੁਣ ਗੁਰੂ ਵਾਸਤੇ ਸਾਰਿਆਂ ਨੇ ਜਕਾਰਾ ਛੱਡਣਾ। ਗੁਰੂ ਤੇ ਸੰਗਤ ਦਾ ਜਕਾਰਾ ਹੈ। ਗੱਜ ਕੇ ਕਹੋ, ਬੋਲੇ ਸੋ ਨਿਹਾਲ। ਤੇ ਦਾਸਰਿਆਂ ਨੂੰ ਅਸੀਸ ਦਿਓ। ਜੋ ਸਤਿਗੁਰੂ ਅਖਵਾਉਂਦੇ ਨੇ ਅਸੀਂ ਕਮਾ ਸਕੀਏ ਜੀਵਨ ਵਿੱਚ। ਲਜਪਤ ਰਹਿ ਜਾਏ ਜੀਵਨ ਵਿੱਚ ਬਖਸ਼ੀ ਹੋਈ ਕਥਾ ਦੀ ਸੇਵਾ, ਸਤਿਗੁਰੂ ਆਖਰੀ ਸਵਾਸ ਤੱਕ ਲੈਣ। ਅਸੀਸ ਦਿਓ ਤੇ ਫਤਿਹ ਬੁਲਾਓ ਗੱਜ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।